ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਪ੍ਰਾਈਮ ਫੋਕਸ ਤੁਹਾਡਾ ਸਾਰਿਆਂ ਦਾ ਸਵਾਗਤ। ਇਸ ਪ੍ਰੋਗਰਾਮ ਦੇ ਵਿੱਚ ਇੱਕ ਤਾਂ ਕਿਸੇ ਵੇਲੇ ਸਾਡੀ ਗੱਲ ਕੋਈ ਬਹੁਤੀ ਲੰਮੀ ਹੋ ਜੇ ਤੇ ਉਹਦੇ ਲਈ ਵੀ ਆਪ ਜੀ ਸਾਥ ਦਿੰਦੇ ਹੋ, ਪਿਆਰ ਕਰਦੇ ਹੋ, ਬੜਾ ਧੰਨਵਾਦ। ਕੋਸ਼ਿਸ਼ ਸਾਡੀ ਇਹੋ ਹੀ ਹੁੰਦੀ ਆ ਵੀ ਖਬਰਾਂ ਜਿਹੜੀਆਂ ਹੈਗੀਆਂ ਨੇ ਉਹ ਆਪਾਂ ਸਿੱਧ ਪੱਧਰੇ ਦੇ ਹਿਸਾਬ ਨਾਲ ਆਪਸ 'ਚ ਬਹਿ ਕੇ ਵਿਚਾਰ ਲਈ ਗੱਲ ਕਰ ਲਈਏ, ਕਿਉਂਕਿ ਇੱਕ ਖਬਰਾਂ ਦਾ ਤਰੀਕਾ ਉਹ ਹੁੰਦਾ ਕਿ ਵੀ ਅੱਜ ਫਲਾਣੇ ਲੀਡਰ ਨੇ ਆਹ ਕਿਹਾ, ਢੀਂਗੜੇ ਨੇ ਆਹ ਕਿਹਾ ਤੇ ਆਹ ਕਿਹਾ। ਉਸ ਤੋਂ ਬਾਅਦ ਅਗਲਾ ਬੰਦਾ ਆਪਣਾ ਬੋਰੀਆ ਬਿਸਤਰਾ ਸਾਂਭਦਾ ਤੇ ਘਰੋਂ ਘਰੀ ਤੇ ਬੰਦਾ ਜਿਹੜਾ ਵਿਚਾਰਾ ਖਬਰਾਂ ਸੁਣ ਰਿਹਾ ਹੁੰਦਾ ਉਹ ਸੋਚਦਾ ਵੀ ਯਾਰ ਇਹਦੇ ਸਾਰੇ ਕੁਛ ਮੇਰੀ ਸਮਝ ਤਾਂ ਆਇਆ ਕੁਛ ਨਹੀਂ। ਸੋ ਸਾਡੀ ਇਹ ਗੱਲ ਹੁੰਦੀ ਵੀ ਖਬਰਾਂ ਜਿਹੜੀਆਂ ਜਿੱਦਾਂ ਹੈਗੀਆਂ ਆਪਾਂ ਉੱਦਾਂ ਸਮਝ ਲਈ ਵੀ ਆਪਣੀ ਹਿਸਾਬ 'ਚ ਜਾਂ ਆਪਣੀ ਸਮਝ 'ਚ ਕਿਹੜੀ ਚੀਜ਼ ਆਊਗੀ ਤੇ ਆਪਣੇ ਲਈ ਵੀ ਕਿਤੇ ਕੋਈ ਟਾਹਣੀ ਨਿਭਦੀ ਆ ਜਾਂ ਨਹੀਂ। ਤੇ ਗੱਲਾਂ ਬਾਤਾਂ ਕਰਨ ਲਈ ਨਾਲ ਪਰਮਵੀਰ ਬਾਠ ਹੋਰੀ ਹੁੰਦੇ ਆ। ਹੋਰ ਬਾਠ ਸਾਹਿਬ ਕਿੱਦਾਂ ਸਿੱਧਾ? ਐਨ ਚੜ੍ਹਦੀ ਕਲਾ ਜੀ, ਬੱਲੇ ਬੱਲੇ ਆ। ਤੁਹਾਡੇ ਵਰਗੇ ਭਰਾ ਨਾਲ ਹੁਣ ਤਾਂ ਬੰਦਾ ਉਹੀ ਨੰਬਰ 9 ਰਹਿੰਦਾ। ਆ ਲਓ ਜੀ, ਆਉਂਦੇ ਮਤਲਬ ਮੇਰੀ ਟੂਬ 'ਚ ਨਾਲੀ ਲਾ ਦਿਆ ਕਰੋ ਤੇ ਦੇ ਪੰਪ ਤੇ ਪੰਪ ਹੈ, ਪਟਾਕਾ ਪਾਓਗੇ ਕਿਸੇ ਦਿਨ ਟਾਇਰ ਦਾ। ਉਹ ਨਹੀਂ ਮਹਾਰਾਜ, ਇਦਾਂ ਦੀ ਗੱਲ ਨਹੀਂ। ਤੁਸੀਂ ਦੇਖੋ, ਮੈਂ ਕਿਤੇ ਤੁਰਿਆ ਵੀ ਜਾਂਦਾ ਹੋਵਾਂ ਤਾਂ ਬੰਦਾ ਨਾ ਉੱਤਰ ਲੈਂਸ ਲਾ ਕੇ ਦੇਖਦਾ ਕਿ ਅੱਛਾ ਕੋਈ ਬੰਦਾ ਤੁਰਿਆ ਜਾਂਦਾ। ਭਰਾ ਨਾਲ ਤੁਰਿਆ ਜਾਂਦਾ ਹੋਵੇ ਤੇ ਜਿਹੜੀ ਆ ਚਾਰ ਮਾਰਗੀ ਸੜਕ ਵੀ ਭਰੀ ਭਰੀ ਲੱਗਦੀ ਆ। ਚਲੋ ਸਹੀ ਆ ਮਹਾਰਾਜ। ਅੱਛਾ ਬਾਠ ਸਾਹਿਬ, ਇੱਕ ਗੱਲ ਦੱਸੋ ਯਾਰ, ਕੈਨੇਡਾ ਹੁਣ ਕੀ ਠੰਡ ਆ, ਗਰਮੀ ਆ, ਕੀ ਆ ਇੱਥੇ? ਦੇਖੋ, ਇਹ ਹੁਣ ਅਸਲੀ ਡਬਲਿਊ ਵਾਲਾ ਵੈਦਰ ਇੱਥੇ ਆ ਗਿਆ ਕਿ ਦੁਪਹਿਰ ਨੂੰ ਗਰਮੀ, ਗਰਮੀ ਤੋਂ ਬਾਅਦ ਪਤਾ ਨਹੀਂ ਕਿਹੜੇ ਵੇਲੇ ਮੀਂਹ, ਸਵੇਰੇ ਸ਼ਾਮ ਹਲਕੀ ਜੈਕਟ, ਦੁਪਹਿਰ ਨੂੰ ਝੱਗਾ ਟੀ-ਸ਼ਰਟ, ਕੋਈ ਇਦਾਂ ਦੀ ਚੀਜ਼। ਐਨ ਫਲੂ ਵਾਲਾ ਮੌਸਮ ਆ ਗਿਆ। ਅੱਗੇ ਸੁਣਦੇ ਹੁੰਦੇ ਸੀ ਕਿ ਕੈਨੇਡਾ ਦੇ ਵਿੱਚ ਨਾ ਫਲੂ ਹੋ ਜਾਂਦਾ ਬਹੁਤ ਸਾਰੀ ਜਨਤਾ ਨੂੰ। ਹੁਣ ਉਹ ਜ਼ੁਕਾਮ, ਖੰਘ, ਮਾੜਾ ਮੋਟਾ ਖਾਉਂ ਵਾਲਾ ਸੀਜ਼ਨ ਆ ਗਿਆ। ਕਹਿੰਦੇ ਫਲੂ ਸ਼ਾਟ ਜਿਹੜੇ ਉਹ ਲਵਾਉਣੇ ਪੈਣੇ ਆ। ਅੱਛਾ ਅੱਛਾ ਅੱਛਾ। ਨਹੀਂ ਮਤਲਬ ਮੈਂ ਸਮਝਣਾ ਅਸਲੀ ਇਹ ਚਾਹੁੰਦਾ ਸੀ ਵੀ ਇਹ ਸਾਡੇ ਇੱਧਰ ਹੀ ਇੱਦਾਂ ਆ ਕਿ ਜਾਂ ਫਿਰ ਤੁਹਾਡੇ ਕੈਨੇਡਾ 'ਚ ਵੀ ਇੱਦਾਂ, ਕਿਉਂਕਿ ਇੱਥੇ ਵੀ ਹਾਲਤ ਇੱਦਾਂ ਦੀ ਆ ਵੀ ਬੰਦਾ ਸੋਚਦਾ ਵੀ ਯਾਰ ਹੁਣ ਨਾ ਗਰਮੀ ਜਿਹੀ ਲੱਗਦੀ ਆ, ਏਸੀ ਲਾਈਏ ਨਾ ਲਾਈਏ। ਜੇ ਲਾ ਲਓ ਤੇ ਉਹ ਠੰਡ ਕਰ ਦਿੰਦਾ, ਜੇ ਬੰਦ ਕਰ ਦਿਓ ਤੇ ਫਿਰ ਗਰਮੀ ਜਿਹੀ ਲੱਗਦੀ ਆ। ਜੇ ਰਾਤ ਨੂੰ ਸੌਣ ਦੀ ਗੱਲ ਕਰ ਲਈਏ ਤੇ ਬੰਦਾ ਕਹਿੰਦਾ ਪੱਖਾ ਤੇਜ਼ ਕਰ ਲਓ। ਅੱਧੀ ਕੁ ਰਾਤ ਨੂੰ ਐਂ ਲੱਗਦਾ ਵੀ ਨਹੀਂ ਯਾਰ ਇਹ ਘੱਟ ਕਰਨਾ ਚਾਹੀਦਾ। ਸਵੇਰ ਤੱਕ ਬੰਦਾ ਫਿਰ ਜਿਹਦਾ ਕੋਈ ਘਰ ਬਾਹਰ ਥੋੜ੍ਹਾ ਸ਼ਹਿਰੋਂ ਬਾਹਰ ਹੈ ਜਾਂ ਕੋਈ ਪਿੰਡ ਥਾਂ ਰਹਿਣ ਵਾਲਾ, ਉਹ ਕਹਿੰਦਾ ਨਹੀਂ ਯਾਰ ਬੰਦ ਹੀ ਕਰ ਦਿਓ, ਖੇਸ ਘੁੱਟਣਾ ਪੈਂਦਾ। ਸਵੇਰੇ ਸਵੇਰੇ ਹੁਣ ਘਾਹ 'ਤੇ ਤਰੇਲ ਵੀ ਪੈਣ ਲੱਗ ਪਈ। ਮੈਨੂੰ ਐਂ ਸੀ ਵੀ ਸ਼ਾਇਦ ਉੱਥੇ ਕੋਈ ਵੱਖਰੀ ਆਈਟਮ ਹੋਵੇ ਜਿਹੜੀ ਸਾਡੇ ਨਾਲ ਵਾਪਰ ਰਹੀ ਉਹ ਤੁਹਾਡੇ ਨਾਲ ਨਹੀਂ ਵਾਪਰਦੀ। ਆਹ ਫਲੂ ਫਲਾ ਵਾਲਾ ਕੰਮ ਤਾਂ ਚਲੋ ਖੈਰ ਸਾਡੇ ਚੱਲਦਾ ਰਹਿੰਦਾ। ਨਹੀਂ, ਇਹ ਬਿਲਕੁਲ ਸੇਮ ਹੀ ਆ ਜੀ, ਕੋਈ ਫਰਕ ਨਹੀਂ ਹੈਗਾ। ਇੱਥੇ ਵੀ ਜੇ ਟੱਬਰ ਦੇ 2-3 ਜੀ ਇੱਕ ਕਮਰੇ ਦੇ ਵਿੱਚ ਸੁੱਤੇ ਆ ਤਾਂ ਕਈ ਵਾਰੀ ਡੂਢ ਘੰਟਾ ਇਸੇ ਆਸਤੇ ਲੰਘਾ ਦਿੰਦੇ ਅੱਧੀ ਕੁ ਰਾਤ ਨੂੰ ਕਿ ਪੱਖਾ ਹੁਣ ਉਹੀ ਬੰਦ ਕਰ ਦੂੰ, ਮੈਂ ਮਾੜੀ ਜਿਹੀ ਖੇਸੀ ਘੁੱਟ ਕੇ ਪਿਆ ਰਵਾਂ। ਉਹ ਅਗਲਾ ਕਹਿੰਦਾ ਮੈਂ ਖੇਸੀ ਘੁੱਟ ਕੇ ਪਿਆ ਰਹਿਣਾ, ਇਹ ਪੱਖਾ ਬੰਦ ਕਰ ਦੂੰ। ਹਾਲਾਤ ਉੱਦਾਂ ਦੇ ਹੀ ਆ, ਬਿਲਕੁਲ ਤਰੇਲ ਮਾੜੀ ਮੋਟੀ ਪੈਣ ਲੱਗ ਪਈ ਹੈ। ਸਵੇਰੇ ਸਵੇਰੇ ਠੰਡ, ਫਿਰ 12 ਕੁ ਵਜੇ ਤੱਕ ਕੋਸੀ ਧੁੱਪ ਤੇ 2 ਕੁ ਵਜੇ ਤੱਕ ਧੁੱਪ ਟਿਕਵੀਂ ਤੇ 3 ਕੁ ਵਜੇ ਤੋਂ ਠੰਡ ਵਾਲਾ ਦੌਰ ਫੇਰ ਸ਼ੁਰੂ ਹੋ ਜਾਂਦਾ। ਚਲੋ ਫੇਰ ਤਾਂ ਠੀਕ ਆ। ਤੇ ਆਪਾਂ ਹੁਣ ਖਬਰਾਂ ਵਾਲੇ ਪਾਸੇ ਨੂੰ ਵੀ ਮੋੜਾ ਕੱਟਣਾ। ਖਬਰਾਂ ਤਾਂ ਚਲੋ ਬਥੇਰੀਆਂ ਨੇ, ਆਪਾਂ ਉਹਨਾਂ ਤੇ ਵੀ ਹੌਲੀ ਹੌਲੀ ਆਵਾਂਗੇ। ਪਰ ਮੈਨੂੰ ਇਹ ਲੱਗਦਾ ਕਿ ਵੀ ਕਰੋਨਾ ਜਿਹੜਾ ਕਿ ਇੱਦਾਂ ਜਾਪਦਾ ਸੀ ਵੀ ਇਹਨੇ ਬਹੁਤ ਸਾਰੇ ਕੰਮ ਕਾਰੋਬਾਰ ਰੋਕ ਦੇਣੇ ਆ, ਪਰ ਮੈਨੂੰ ਇੱਦਾਂ ਵੀ ਜਾਪਦਾ ਵੀ ਜਿਹੜਾ ਕਰੋਨਾ ਇਹਨੇ ਬਹੁਤ ਸਾਰੇ ਕੰਮ ਕਾਰੋਬਾਰ ਨਵੇਂ ਕੱਢ ਦੇਣੇ ਆ ਤੇ ਨਵੇਂ ਕੱਢਣੇ ਸ਼ੁਰੂ ਵੀ ਕਰ ਦਿੱਤੇ। ਨਵੇਂ ਤੌਰ ਤਰੀਕੇ ਕਈ ਕੰਮਾਂ ਦੇ ਵਿੱਚ ਆ ਗਏ। ਭਾਵੇਂ ਆਪਾਂ ਪੜ੍ਹਾਈ ਦੀ ਗੱਲ ਕਰ ਲਈਏ, ਉੱਥੇ ਹੁਣ ਨਿਆਣੇ ਸਕੂਲ ਨਹੀਂ ਜਾਂਦੇ, ਉਹ ਆਪਣੇ ਟੈਬ ਦੇ ਅੱਗੇ, ਆਪਣੇ ਲੈਪਟਾਪ ਦੇ ਅੱਗੇ ਉੱਥੇ ਬਹਿ ਕੇ ਪੜ੍ਹਾਈ ਕਰਦੇ ਆ। ਮੀਟਿੰਗਾਂ ਜਿਹੜੀਆਂ ਨੇ ਉਹ ਹੁਣ ਔਨਲਾਈਨ ਹੋ ਗਈਆਂ। ਕੋਰਟਾਂ ਦੀਆਂ ਜਿਹੜੀਆਂ ਸੁਣਵਾਈਆਂ ਸੀ, ਵਕੀਲਾਂ ਦੀ ਜਿਰ੍ਹਾ ਸੀ, ਉਹ ਔਨਲਾਈਨ ਹੋ ਗਈ। ਬਹੁਤ ਸਾਰੇ ਹੁਕਮ ਸਰਕਾਰੀ ਤੌਰ 'ਤੇ ਜਿਹੜੇ ਸੀ ਉਹ ਔਨਲਾਈਨ ਹੋ ਗਏ। ਇਸ ਤੋਂ ਇਲਾਵਾ ਜਿਹੜੀਆਂ ਦੁਕਾਨਦਾਰੀਆਂ ਨੇ ਉਹਨਾਂ ਦੇ ਵਿੱਚ ਪਹਿਲਾਂ ਵਾਲੀ ਸਫਾਈ ਜਿਹੜੀ ਕਿ ਇੱਥੇ ਇੰਡੀਆ 'ਚ ਇੱਦਾਂ ਜਾਂਦਾ ਵੀ ਨਹੀਂ ਇਹਦੀ ਕੀ ਲੋੜ ਹੈ, ਉਹ ਵੀ ਹੁਣ ਹੋਣ ਲੱਗ ਪਈ, ਨਜ਼ਰ ਆਉਣ ਲੱਗ ਪਈ। ਕਈ ਕੁਛ ਬਦਲ ਗਿਆ। ਪਰ ਇਹ ਸਾਰੇ ਕੁਛ ਜਿਹੜੀਆਂ ਇਲੈਕਸ਼ਨਾਂ ਜਾਪਦਾ ਸੀ ਵੀ ਇਹ ਹੁਣ ਕਿੱਦਾਂ ਹੋਣਗੀਆਂ। ਸ਼ਾਇਦ ਹੁਣ ਲੀਡਰ ਗਲੀ ਗਲੀ ਨਾ ਫਿਰਨ, ਕੋਈ ਪ੍ਰਚਾਰ ਜਿਹੜਾ ਕੋਈ ਵੱਖਰੇ ਤਰੀਕੇ ਨਾਲ ਹੋ ਜੇ, ਉਹਦੀ ਗੱਲ ਮੈਂ ਚਾਹੁੰਦਾ ਕਿ ਆਪਾਂ ਕਰ ਲਈਏ। ਵੀ ਲੀਡਰਾਂ ਨੇ ਵੀ ਕਾਢਾਂ ਕੱਢ ਲਈਆਂ ਵੀ ਆਪਾਂ ਹੁਣ ਪ੍ਰਚਾਰ ਇਸ ਹਿਸਾਬ ਦਾ ਕਰਨਾ। ਬਿਨਾਂ ਬੋਲੇ ਵੀ ਪਤਾ ਲੱਗ ਜਾਂਦਾ ਵੀ ਬੰਦਾ ਫਲਾਨਾ, ਇਹ ਫਲਾਣੇ ਦਾ ਸਪੋਰਟਰ ਹੈ। ਦੇਖੋ ਸੰਧਾਲੀਆ ਸਾਹਿਬ, ਜੇ ਸਾਰਾ ਕੁਝ ਬਦਲਿਆ ਤਾਂ ਫਿਰ ਪ੍ਰਚਾਰ ਦੇ ਢੰਗ, ਲੀਡਰਾਂ ਦੇ ਕੰਮਕਾਰ ਵੀ ਬਦਲਣੇ ਸੀ। ਵੈਸੇ ਸਭ ਤੋਂ ਵੱਧ ਤੰਗੀ ਹੋਈ ਸਾਡੇ ਲੀਡਰਾਂ ਨੂੰ ਹੀ ਆ, ਬਹੁਤ ਤੰਗੀ ਹੋਈ। ਤੁਸੀਂ ਹੁਣ ਦੇਖੋ, ਇਲੈਕਸ਼ਨ ਹੋਣ ਤੋਂ ਪਹਿਲਾਂ ਲੀਡਰਾਂ ਦੀ ਲੋੜ ਹੁੰਦੀ ਆ ਕਿ 1.5 ਸਾਲ ਪਹਿਲਾਂ ਜਦੋਂ ਮਹੀਨੇ 18 ਕਰਿੰਦੇ ਹੁਣ ਸਰਗਰਮ ਹੋ ਜਾਈਏ, ਹਰ ਮੁੱਦੇ ਦੇ ਉੱਤੇ ਵੱਧ ਤੋਂ ਵੱਧ ਬੋਲੀਏ। ਹੁਣ ਲੀਡਰ ਸਾਹਿਬ ਨੂੰ ਅੱਜ ਤੱਕ ਦੀਆਂ ਆਦਤਾਂ ਇਹ ਆ ਕਿ 25 ਬੰਦੇ ਇੱਧਰ ਖੜੇ ਹੋਣ, 25 ਬੰਦੇ ਉੱਧਰ ਖੜੇ ਹੋਣ, ਵਿਚਾਲੇ ਆਪ ਹੋਈਏ। ਉਹਨਾਂ ਦੇ ਚਿੱਟੇ ਕੁੜਤੇ ਪਜਾਮੇ ਤਾਂ ਆਪ ਉੱਪਰ ਦੀ ਕਾਲੀ ਝੱਗੀ ਵੀ ਪਾਈ ਹੋਵੇ, ਵੱਖਰਾ ਨਜ਼ਰ ਆਉਣਾ ਚਾਹੀਦਾ ਨਾ। ਹੁਣ ਲੀਡਰ ਸਾਹਿਬ ਨੇ ਵੀ ਮਾਸਕ ਪਾਇਆ, ਬਾਕੀਆਂ ਨੇ ਵੀ ਮਾਸਕ ਪਾਇਆ, ਤੇ ਜਦੋਂ ਫਿਰ ਭਾਸ਼ਣ ਦੇਣਾ ਹੈ, ਕੋਈ ਵੀਡੀਓ ਸ਼ਾਟ ਦੇਣਾ ਹੈ, ਕੋਈ ਫੋਟੋ ਖਿਚਵਾਉਣੀ ਹੈ ਕਿ ਕੱਲ੍ਹ ਨੂੰ ਅਖਬਾਰ ਦੇ ਵਿੱਚ ਲੱਗਣੀ ਹੈ, ਤਾਂ ਫਿਰ ਮਾਸਕ ਨਾਲ ਤਾਂ ਪਤਾ ਨਹੀਂ ਲੱਗੂ ਕਿ ਕੌਣ ਬੋਲ ਰਹੇ ਨੇ।
ਉੱਥੇ ਫਿਰ ਭੋਰਾ ਕ ਮਾਸਕ ਥੱਲੇ ਪਾਸੇ ਨੂੰ ਲਾਉਣਾ ਪੈਂਦਾ। ਫਿਰ ਲੋਕ ਕਹਿੰਦੇ ਆ ਕਿ ਭਾਈ ਜੇ ਮਾਸਕ ਲਾਉਣਾ ਹੀ ਸੀ ਤਾਂ ਲਾਇਆ ਕਾਹਤੋਂ, ਜੇ ਨਾ ਲਾਉਣ ਤਾਂ ਮੀਡੀਆ ਵਾਲੇ ਸਵਾਲ ਪੁੱਛਦੇ ਆ ਕਿ ਲੋਕਾਂ ਨੂੰ ਤਾਂ ਤੁਸੀਂ ਰੋਜ਼ ਸਲਾਹਾਂ ਦਿੰਦੇ ਹੋ ਕਿ ਮਾਸਕ ਪਾ ਕੇ ਰੱਖੋ, ਹੱਥ ਧੋਵੋ, ਸੋਸ਼ਲ ਡਿਸਟੈਂਸ ਬਣਾ ਕੇ ਰੱਖੋ। ਆਪ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋ ਤੇ ਮਾਸਕ ਤੁਸੀਂ ਲਾ ਲਿਆ ਫੋਟੋ ਖਿਚਾਉਣ ਦੇ ਮਾਰਿਆਂ। ਲੀਡਰ ਬੜੇ ਔਖੇ। ਹੋਰ ਦੇਖੋ ਹੁਣ ਜੇ ਕੋਈ ਬੰਦਾ ਹੱਥ ਮਿਲਾਉਣਾ ਆ ਜਾਵੇ ਲੀਡਰ ਸਾਹਿਬ ਨੂੰ ਦੇਖ ਕੇ, ਕਿਉਂਕਿ ਜੀ ਤਾਂ ਕਰਦਾ ਜੇ ਸਾਡਾ ਫੋਟੋਆਂ ਖਿਚਾ ਕੇ ਕੰਧ ਤੇ ਲਾਉਣ ਨੂੰ ਜੀ ਕਰਦਾ। ਮੈਂ ਉਹ ਨਹੀਂ ਗੱਲ ਕੀਤੀ ਦੂਜੇ ਪਾਸੇ ਲੈ ਜਾਵੇ ਕਿ ਭਾਈ ਮੋਢੇ ਉੱਤੇ ਰੱਖ ਕੇ ਪਤਾ ਨਹੀਂ ਫੋਟੋਆਂ ਖਿਚਾਉਣ ਨੂੰ ਜੀ ਕਰੇ, ਗਾਣਾ ਜਿਹਾ ਵੀ ਇੱਕ ਆਇਆ। ਇਹ ਨਹੀਂ ਹੈ। ਅਸੀਂ ਲੀਡਰਾਂ ਦੇ ਨਾਲ ਫੋਟੋਆਂ ਖਿਚਾਉਣ ਦੇ ਜਿਹੜੇ ਸ਼ੌਕੀਨ ਆ। ਹੁਣ ਉੱਥੇ ਜੇ ਕੋਈ ਬੰਦਾ ਸਾਹਮਣੇ ਨੂੰ ਆ ਜਾਵੇ, ਜੇ ਲੀਡਰ ਸਾਹਿਬ ਕਹਿੰਦੇ ਨਹੀਂ ਦੂਰੋਂ ਹੀ, ਅਗਲਾ ਗੁੱਸੇ ਹੋ ਜੂ, ਫਿਰ ਹੱਥ ਮਿਲਾਉਣਾ ਪੈਂਦਾ। ਹੁਣ ਸੈਨੀਟਾਈਜ਼ਰ ਦੀ ਕਿਹੜਾ ਬਾਲਟੀ ਘੋਲ ਕੇ ਰੱਖੀ ਆ ਕਿ ਦੋਨੇ ਹੱਥ ਮੁੜ ਕੇ ਉਹਦੇ ਵਿੱਚ ਡੋਬ ਦੇਣੇ, ਔਖੇ ਬਹੁਤ ਆ। ਪਰ ਲੀਡਰ ਜਗਾੜੀ ਬੜੇ ਆ, ਲੀਡਰਾਂ ਦੇ ਕੋਲੇ ਜੁਗਤਾਂ ਬਹੁਤ ਆ। ਜਾਣੀ ਅਸੀਂ ਤਾਂ ਹਿਸਾਬ ਕਿਤਾਬ ਹੀ ਕੋਈ ਨਹੀਂ ਸਾਡਾ ਉਹਨਾਂ ਦੇ ਨਾਲ। ਹੁਣ ਸਭ ਤੋਂ ਪਹਿਲਾਂ ਜਿਹੜਾ ਰਣ ਜਿੱਤਣਾ ਉਹ ਹੈਗਾ ਬਿਹਾਰ ਦਾ। ਉਹਦੇ ਵਿੱਚ ਹੁਣ ਲੀਡਰ ਕਹਿੰਦੇ ਆ ਵੀ ਕਰੀਏ ਕੀ। ਮੰਨ ਲਓ ਪੰਜਾਬ 'ਚ ਵੀ ਇਲੈਕਸ਼ਨ ਹੋਵੇ, ਲੀਡਰਾਂ ਦੇ ਕੋਲੇ ਢੰਗ ਤਾਂ ਚਾਰ ਸੀ, ਵੱਡੀ ਰੈਲੀ ਕਰ ਲਈਏ, ਰੈਲੀ ਦੇ ਵਿੱਚ ਠਾਠਾ ਮਾਰਦਾ ਇਕੱਠ ਹੋਵੇ, ਆ ਪਿਛਲੇ ਪਾਸੇ ਮੰਨ ਲਓ ਲੋਕ ਬੈਠੇ ਹੋਣ ਤੇ ਐਂ ਕਰਕੇ ਲੀਡਰ ਸਾਹਿਬ ਨੇ ਐ ਫੋਟੋ ਖਿਚਾਉਣੀ ਆ ਪਿੱਛੇ ਕਿ ਭਾਈ ਉਹ ਦੀਦਾ ਵੀ ਰਵੇ, ਪਿੱਛੇ ਇਕੱਠ ਵੀ ਆ ਜਾਵੇ। ਹੁਣ ਇਕੱਠ ਤਾਂ ਹੋ ਨਹੀਂ ਸਕਦਾ, ਇਹ ਨੁਸਖਾ ਫੇਲ ਹੋ ਗਿਆ। ਉਹਦੇ ਤੋਂ ਬਾਅਦ ਅਗਲਾ ਮਸਲਾ ਦੇਖੋ, ਅਗਲਾ ਮਸਲਾ ਫਿਰ ਇਹ ਆ ਗਿਆ ਕਿ ਰੋਡ ਸ਼ੋਅ ਕਰਨਾ ਹੈ। ਰੋਡ ਸ਼ੋਅ ਦੇ ਲਈ ਉਹਨਾਂ ਨੇ ਕਹਿਤਾ ਕਿ ਭਾਈ 5-7 ਗੱਡੀਆਂ ਪਹਿਲਾਂ ਜਾਣਗੀਆਂ, ਮਗਰੋਂ 20 ਮਿੰਟ ਬਾਅਦ 5-7 ਗੱਡੀਆਂ ਫਿਰ ਜਾਣਗੀਆਂ। ਉਹ ਵੀ ਮਸਲਾ ਫੇਲ ਹੋ ਗਿਆ। ਪਹਿਲਾਂ ਹੁੰਦਾ ਸੀ ਲੀਡਰ ਸਾਹਿਬ ਨੇ ਤੁਰ ਕੇ ਜਾਣਾ, ਕਹਿਣਾ ਪਿੰਡ ਦੇ ਵਿੱਚ ਡੋਰ ਟੂ ਡੋਰ ਪ੍ਰਚਾਰ ਕੀਤਾ, ਤੇ ਡੋਰ ਟੂ ਡੋਰ ਪ੍ਰਚਾਰ ਇਹ ਹੁੰਦਾ ਸੀ ਕਿ ਸਾਰੀ ਗਲੀ ਜਿਹੜੀ ਬੀਹੀ ਹੈ ਉਹ ਲੀਡਰ ਦੇ ਸਮਰਥਕਾਂ ਨਾਲ ਭਰੀ ਪਈ ਹੈ। ਇਦਾਂ ਤਾਂ ਜਾ ਹੀ ਨਹੀਂ ਸਕਦੇ। ਸਰਕਾਰ ਨੇ ਉਹ ਵੀ ਕੰਮ ਫੇਲ ਕਰਤਾ। ਲੀਡਰ ਵਿਚਾਰਾ ਕਰੇ ਤਾਂ ਕਰੇ ਕੀ। ਹੁਣ ਬਿਹਾਰ ਦੇ ਵਿੱਚੋਂ ਖਬਰਾਂ ਆਈਆਂ ਕਿ ਲੀਡਰ ਜਗਾੜੀ ਹੁੰਦੇ ਆ ਭਾਈ। ਉਹਨਾਂ ਨੇ ਮਾਸਕ ਬਣਾਉਣੇ ਸ਼ੁਰੂ ਕਰਤੇ, ਮਾਸਕ ਦੇ ਉੱਤੇ ਫੋਟੋ ਲੱਗੀ ਹੋਊਗੀ। ਹੁਣ ਮੋਹਰਿਓ ਬੰਦਾ ਆਊਗਾ ਤਾਂ ਇਦਾਂ ਨਹੀਂ ਪਤਾ ਲੱਗੂਗਾ ਕਿ ਨੱਥਾ ਸੂ ਆਉਂਦਾ ਹੈ, ਰਾਮ ਸ਼ਰਨ ਆਉਂਦਾ ਹੈ, ਕਿ ਜਿਹੜਾ ਉਹ ਬਨਵਾਰੀ ਖਾਨ ਆਉਂਦਾ ਹੈ, ਕੁਝ ਨਹੀਂ ਪਤਾ ਲੱਗਣਾ। ਹੁਣ ਮੋਹਰਿਓ ਹੀ ਪਤਾ ਲੱਗਣਾ ਅੱਛਾ ਲਾਲੂ ਪ੍ਰਸਾਦ ਦਾ ਬੰਦਾ ਆਉਂਦਾ ਹੈ। ਉਹ ਨਹੀਂ 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 ਨਹੀਂ, ਉਹ ਤਾਂ ਪੀਲੇ ਰੰਗ ਦਾ ਮਾਸਕ ਲਾਇਆ, ਪਾਸਵਾਨ ਦਾ ਬੰਦਾ ਆਉਂਦਾ ਹੈ। ਉਹ ਨਹੀਂ, ਉਹਨੇ ਤਾਂ ਉੱਥੇ ਦੇਖ ਲਾ ਸੁਸ਼ੀਲ ਮੋਦੀ ਦੀ ਫੋਟੋ ਲਾਈ ਹੈ, ਇਹ ਬੰਦਾ ਤਾਂ ਭਾਜਪਾ ਦਾ ਲੱਗਦਾ ਹੈ। ਮਾਸਕ ਬਣਾਉਣੇ ਸ਼ੁਰੂ ਕਰ ਦਿੱਤੇ, ਬੰਡਲਾਂ ਦੇ ਬੰਡਲ, ਲੱਖਾਂ ਦੀ ਗਿਣਤੀ 'ਚ ਐਤਕੀ ਲੋਕਾਂ ਨੂੰ ਉਹ ਵੰਡੇ ਜਾਣੇ ਆ। ਇਹ ਜਿਹੜਾ ਢੰਗ ਤਰੀਕਾ ਨਾ ਬਾਟ ਸਾਹਿਬ, ਦੇਖੋ ਇੱਕ ਗੱਲ ਤਾਂ ਹੈਗੀ ਆ ਵੀ ਇਹ ਜਿਹੜੀ ਸੋਚ ਹੈ ਉਹ ਕਿੱਡੀ ਕਮਾਲ ਦੀ ਹੈ, ਕਿੱਡੀ ਪਾਏਦਾਰ ਆ। ਵੀ ਪਹਿਲਾਂ ਜਦੋਂ ਤੁਸੀਂ ਰੈਲੀ ਦੀ ਗੱਲ ਕੀਤੀ, ਹੁਣ ਲੀਡਰ ਸਾਹਿਬ 10 ਕੁ ਰੈਲੀਆਂ ਕਰਕੇ ਤੇ ਸੰਘ ਉਹਨਾਂ ਦਾ ਬੈਠਾ ਹੁੰਦਾ ਸੀ, ਫਿਰ ਵੀ ਮਾਈਕ ਵਾਲੇ ਨੂੰ ਆਖਣਾ ਵੀ ਸਪੀਕਰ ਦੀ ਆਵਾਜ਼ ਥੋੜੀ ਜਿਹੀ ਚੱਕ ਦੇ, ਜੇ ਮੈਂ ਹੌਲੀ ਵੀ ਬੋਲਾਂ ਤੇ ਗੱਲ ਪੂਰੀ ਇਦਾਂ ਗੜਕਵੀਂ ਲੱਗੇ। ਉਹਨਾਂ ਨੇ ਆਖਣਾ ਜਿੰਦਾਬਾਦ, ਜਦ ਤੱਕ ਅਗਲੇ ਬੰਦੇ ਜਿਹੜੇ ਬੈਠੇ ਹੁੰਦੇ ਸੀ ਮੇਰੇ ਅੱਗੇ, ਉਹਨਾਂ ਨੇ ਵੀ ਦੋਵੇਂ ਬਾਹਾਂ ਖੜੀਆਂ ਕਰਕੇ ਆਖਣਾ ਜਿੰਦਾਬਾਦ। ਫਿਰ ਜਾ ਕੇ ਪਤਾ ਲੱਗਦਾ ਸੀ ਵੀ ਇਹ ਬੰਦੇ ਆਪਣੇ ਨਾਲ ਨੇ। ਹੁਣ ਦੇਖੋ ਬੰਦੇ ਨੂੰ ਬੋਲਣ ਦੀ ਲੋੜ ਨਹੀਂ, ਉਹ ਚੁੱਪ ਕਰਕੇ ਜਿੱਥੇ ਵੀ ਬੈਠਾ ਉੱਥੇ ਹੀ ਪਤਾ ਲੱਗਦਾ ਵੀ ਆਹ ਜਿਹੜਾ ਬੰਦਾ ਇਹ ਆਪਣੀ ਪਾਰਟੀ ਦਾ ਤੇ ਆਹ ਬੰਦਾ ਜਿਹੜਾ ਇਹ ਦੂਜੀ ਪਾਰਟੀ ਦਾ। ਇਹ ਜਿਹੜੀ ਮਤਲਬ ਢੰਗ ਤਰੀਕਾ ਉਹਨਾਂ ਨੇ ਕੱਢ ਲਿਆ। ਇਸ ਤੋਂ ਮੈਂ ਇੱਕ ਚੀਜ਼ ਹੋਰ ਸੋਚਦਾ ਸੀ ਵੀ ਅਸਲ ਦੇ ਵਿੱਚ ਜੋ ਜਿੱਦਾਂ ਦਾ ਲੋਕਤੰਤਰ ਇਸ ਮੁਲਕ ਦਾ ਬਣਾ ਲਿਆ ਲੀਡਰਾਂ ਨੇ, ਉਹਦੀ ਅਸਲ ਤਸਵੀਰ ਹੁਣ ਸਾਹਮਣੇ ਆਈ ਹੈ। ਤੁਸੀਂ ਪੁੱਛੋਗੇ ਕਿੱਦਾਂ? ਕਿਵੇਂ? ਉਹ ਇਦਾਂ ਕਿ ਵੀ ਜਿਹੜੇ ਲੀਡਰ ਸਾਹਿਬਾਨ ਨੇ ਉਹਨਾਂ ਦਾ ਕੰਮ ਹੁਣ ਤੋਂ ਰਿਹਾ ਵੀ ਅਸੀਂ ਬੋਲਣਾ ਹੈ, ਲੋਕ ਸਾਡੇ ਸਾਹਮਣੇ ਬਿਲਕੁਲ ਨਾ ਬੋਲਣ। ਤੇ ਉਹ ਜਿੱਦਾਂ ਆਪਾਂ ਡੰਗਰ ਦੇ ਨਹੀਂ ਛਿੱਕਾ ਦੇ ਦੇਈਦਾ, ਉੱਦਾਂ ਅੱਜ ਕੱਲ੍ਹ ਉਹਨਾਂ ਨੇ ਲੋਕਾਂ ਦੇ ਛਿੱਕੇ ਦੇ ਦਿੱਤੇ ਮਾਸਕ ਦੇ ਰੂਪ ਦੇ ਵਿੱਚ। ਬਸ ਤੂੰ ਚੁੱਪ ਕੀਤੇ ਰਹਿਣਾ, ਹੋਰ ਕੁਛ ਨਹੀਂ ਬੋਲਣਾ। ਤੇਰੇ ਕੋਲੇ ਇੱਕ ਉਂਗਲ ਹੈ, ਉਸ ਉਂਗਲ ਤੇ ਆਪਾਂ ਰੰਗ ਲਾਵਾਂਗੇ ਤੇ ਇਹ ਦੱਸਿਆ ਜਾਏਗਾ ਕਿ ਭੇਡ ਮੁੰਨੀ ਗਈ ਹੈ। ਜੀ ਨਹੀਂ, ਇਹ ਗੱਲ ਤੁਹਾਡੀ ਠੀਕ ਹੈ। ਮੈਂ ਤਾਂ ਹੁਣ ਸੋਚ ਰਿਹਾ ਸੀ ਕਿ ਕੰਮ ਕਿੱਦਾਂ ਚੱਲੂਗਾ। ਆਮ ਤੌਰ ਤੇ ਵੱਡਾ ਪੋਸਟਰ ਹੁੰਦਾ, ਬਹੁਤ ਕੁਝ ਹੁੰਦਾ, ਪ੍ਰਚਾਰ ਸਮੱਗਰੀ ਹੁੰਦੀ। ਉਹਦੇ ਵਿੱਚ ਕੀ ਹੁੰਦਾ ਕਿ ਇੱਕ ਪਾਸੇ ਲੀਡਰ ਸਾਹਿਬ ਵੱਡੇ ਦੀ ਫੋਟੋ ਲੱਗੀ ਹੈ, ਦੂਜੇ ਪਾਸੇ ਹਲਕੇ ਵਾਲੇ ਲੀਡਰ ਦੀ ਫੋਟੋ ਲੱਗੀ ਹੈ, ਹੇਠਲੇ ਪਾਸੇ 25-26 ਜਿਹੜੇ ਦੂਸਰੀ ਕਤਾਰ ਦੇ ਲੀਡਰ ਹੁੰਦੇ ਆ, ਪਿੰਡਾਂ ਦੇ ਚੌਧਰੀ ਹੁੰਦੇ, ਉਹਨਾਂ ਦੀਆਂ ਫੋਟੋ। ਹੁਣ ਕੰਮ ਛੋਟਾ ਰਹਿ ਗਿਆ ਕਿਉਂਕਿ ਪ੍ਰਚਾਰ ਤਾਂ ਇਹਦੇ ਨਹੀਂ ਹੋਣਾ। ਹੁਣ ਜਾ ਕੇ ਜਦੋਂ ਠੇਕਾ ਦਿਆ ਕਰਨਾ ਨਾ, ਉਹਨੇ ਕਹਿਣਾ ਮਾਸਕ ਬਣਾਉਣਾ ਹੈ ਥੋੜ੍ਹਾ ਜਿਹਾ ਦੇਵਾਏ ਦਾ, ਇਧਰਲੇ ਪਾਸੇ ਪਾਰਟੀ ਪ੍ਰਧਾਨ ਦੀ ਫੋਟੋ ਲਾ ਦੇਣੀ ਹੈ, ਇਧਰਲੇ ਪਾਸੇ ਖੱਬੀ ਗੱਲ ਦੇ ਉੱਤੇ ਮੇਰੀ ਫੋਟੋ ਲਾਉਣੀ ਹੈ। ਜਿਹੜੇ ਹੱਥ ਜੋੜੇ ਆ ਨਾ ਬੰਦੇ ਦੇ ਬੁੱਲਾਂ ਤੋਂ ਪਿਛਲੇ ਪਾਸੇ ਤੱਕ ਰਹਿਣ, ਬੁੱਲਾਂ ਤੇ ਨਹੀਂ ਜਾਣੇ ਚਾਹੀਦੇ ਹੱਥ। ਤੇ ਨਾਲ ਫਿਰ ਉਹਨੇ ਕਰਿਆ ਕਰਨਾ ਉੱਪਰਲੇ ਪਾਸੇ ਜਿੱਥੇ ਇੱਕ ਨੱਕ ਆ, ਇੱਥੇ ਸਾਡੀ ਪਾਰਟੀ ਦਾ ਚੋਣ ਨਿਸ਼ਾਨ ਆ, ਜਿੰਨਾ ਕੁ ਥਾਂ ਠੋਡੀ ਦੇ ਥੱਲੇ ਥੱਲੇ ਆਉਂਦਾ ਇੱਥੇ 7 ਫੋਟੋ ਲਾਉਣੀਆਂ। ਮੈਨੂੰ ਨਹੀਂ ਪਤਾ, ਐਡਜਸਟ ਜ਼ਰੂਰ ਕਰਨੀਆਂ, ਕੰਮ ਨਹੀਂ ਚੱਲਣਾ। ਫਿਰ ਤਾਂ ਠੇਕਾ ਵੀ ਮਾਸਕਾਂ ਦਾ ਇਦਾਂ ਦੇਣਾ ਪਿਆ ਕਰਨਾ। ਨਹੀਂ ਇਹ ਬਾਟ ਸਾਹਿਬ ਇਹ ਤਾਂ ਹੈ ਹੀ ਆ। ਇਹਦੇ ਨਾਲ ਨਾਲ ਮੈਂ ਤੁਹਾਡੇ ਧਿਆਨ 'ਚ ਹੋਰ ਲਿਆ ਦਿਆਂ ਕਿ ਬੀਜੇਪੀ ਨੇ ਇਹ ਚੀਜ਼ ਸਭ ਤੋਂ ਪਹਿਲਾਂ ਸ਼ੁਰੂ ਕਰ ਲਈ ਸੀ। ਬਹੁਤ ਸਾਰੇ ਮਾਸਕ ਜਿਹਦੇ ਤੇ ਕਮਲ ਦਾ ਫੁੱਲ ਬਣਿਆ ਸੀ ਨਾ,
ਉਹ ਮਾਸਕ ਜੀ ਜਿਹੜੇ ਬੀਜੇਪੀ ਦੇ ਕਹਿ ਲਓ ਕਿ ਵੀ ਬੀ ਸੀ ਡੀ ਕੈਟਾਗਰੀ ਵਾਲੇ ਲੀਡਰ ਨੇ ਨਾ, ਉਹਨਾਂ ਦੇ ਚਿਹਰਿਆਂ ਦੇ ਉੱਪਰ ਪਏ ਦਿਸਣ ਲੱਗ ਪਏ ਸੀਗੇ। ਅੱਜ ਤੋਂ ਮੈਂ 1.5-2 ਮਹੀਨੇ ਪਹਿਲਾਂ ਦੀ ਗੱਲ ਕਰਦਾ। ਹੁਣ ਜਦੋਂ ਇੱਕ ਵੱਡੀ ਪਾਰਟੀ ਇੱਕ ਹੌਲੀ ਜਿਹੀ ਛੇੜੂਗੀ ਤੇ ਫਿਰ ਨਿੱਕਿਆਂ ਨੂੰ ਤਾਂ ਰਾਹ ਲੱਭ ਹੀ ਜਾਣਾ। ਇਹ ਗੱਲ ਤੁਹਾਡੀ ਬਿਲਕੁਲ ਠੀਕ ਆ, ਨਿੱਕਿਆਂ ਨੇ ਰਾਹ ਲੱਭ ਲਿਆ ਜੀ। ਹੁਣ ਸਭ ਤੋਂ ਪਹਿਲਾਂ ਤਾਂ ਸੁਸ਼ਾਂਤ ਸਿੰਘ ਰਾਜਪੂਤ ਨੂੰ ਆਪਾਂ ਸਾਰੇ ਜਾਣਦੇ ਹਾਂ। ਦੇਖੋ ਕਿਸ ਤਰੀਕੇ ਸਿਆਸੀ ਕੜਾਈ ਦੇ ਵਿੱਚੋਂ ਤਲ ਕੇ ਵੋਟਾਂ ਨਿਕਲਣੀਆਂ। ਬਿਹਾਰ ਦੇ ਵਿੱਚ ਚੋਣਾਂ, ਬੀਜੇਪੀ ਦੇ ਬਾਰੇ ਪਤਾ ਲੱਗਾ ਕਿ 20,000 ਮਾਸਕ ਜਿਹਦੇ ਉੱਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਫੋਟੋ ਲੱਗੀ ਆ, ਅਗਲਿਆਂ ਨੇ ਛਪਵਾ ਕੇ ਬਣਵਾ ਕੇ ਲੋਕਾਂ ਨੂੰ ਵੰਡ ਵੀ ਦਿੱਤੇ। 25,000 ਮਾਸਕ ਉਹਨਾਂ ਨੇ ਆਪਣੇ ਚੋਣ ਨਿਸ਼ਾਨ ਵਾਲਾ ਵੀ ਵੰਡ ਦਿੱਤਾ। ਹੁਣ ਦੂਸਰੇ ਪਾਸੇ ਦੇਖੋ, ਲਾਲੂ ਪ੍ਰਸਾਦ ਯਾਦਵ ਦੀ ਜਿਹੜੀ ਪਾਰਟੀ ਹੈ, ਉਹਨਾਂ ਨੇ ਮਾਸਕ ਬਣਾਏ ਆ 12 ਲੱਖ। ਇੱਕ ਪਾਸੇ ਲਾਲੂ ਪ੍ਰਸਾਦ ਯਾਦਵ ਦੀ ਫੋਟੋ ਆ, ਦੂਜੇ ਪਾਸੇ ਚੋਣ ਨਿਸ਼ਾਨ ਲਾਲਟੈਨ ਹੈ, ਉਹ ਲੋਕਾਂ ਨੂੰ ਵੰਡ ਦਿੱਤੇ। ਕਾਂਗਰਸ ਪਾਰਟੀ ਵਾਲੇ ਵੀ ਸੋਚਦੇ ਆ ਕਿ ਭਾਈ ਰਾਹੁਲ ਗਾਂਧੀ ਵਾਲੇ ਬਣਾਈਏ, ਬੀਬੀ ਸੋਨੀਆ ਵਾਲੇ ਬਣਾਈਏ ਕਿ ਪ੍ਰਿਯੰਕਾ ਗਾਂਧੀ ਵਾਲੇ ਬਣਾਈਏ। ਇੱਥੋਂ ਤੱਕ ਕਿ ਹੁਣ ਆਉਣ ਵਾਲੇ ਦਿਨਾਂ 'ਚ ਹੋਣਾ ਕੀ ਆ, ਬਿਹਾਰ ਦੇ ਵਿੱਚ ਕੀ ਹੋਇਆ ਕਰੂਗਾ, ਪੰਜਾਬ 'ਚ ਕੀ ਹੋਇਆ ਕਰੂਗਾ ਕਿ ਸਾਹਮਣੇ ਤੋਂ ਬੰਦਾ ਆਊਗਾ, ਉਹ ਮਾਸਕ ਪਾ ਕੇ ਖੜਿਆ ਹੋ, ਉੱਥੋਂ ਪਤਾ ਲੱਗੂਗਾ ਕਿ ਇਹ ਆਪਣੀ ਪਾਰਟੀ ਦਾ, ਇਹ ਫਲਾਨੀ ਦਾ। ਲੋਕਾਂ ਨੇ ਵੀ ਢੰਗ ਲੱਭ ਲੈਣਾ। ਉਹਨਾਂ ਨੇ ਸਾਰੀਆਂ ਪਾਰਟੀਆਂ ਦੇ ਮਾਸਕ ਉੱਪਰਲੀ ਜੇਬ ਦੇ ਵਿੱਚ ਫਲਾਨੀ ਪਾਰਟੀ ਦਾ, ਖੱਬੀ ਜੇਬ ਦੇ ਵਿੱਚ ਫਲਾਨੀ ਦਾ, ਸੱਜੀ 'ਚ ਫਲਾਨੀ ਦਾ। ਜੇ ਮੂਹਰਿਓਂ ਦੇਖ ਲਿਆ ਕਿ ਫਲਾਨੀ ਪਾਰਟੀ ਦੇ ਬੰਦੇ ਆਉਂਦੇ ਆ, ਝੱਟ ਸੱਜੀ ਜੇਬ 'ਚ ਮਾਸਕ ਕੱਢ ਕੇ ਲਾ ਲੈਣਾ। ਅਸੀਂ ਤਾਂ ਤੁਹਾਡੀਆਂ ਕਿਹੜਾ ਪਛਾਣ ਹੋਣਾ। ਪਰ ਇਹ ਜੋ ਵੀ ਹੈ WhatsApp, ਇਹ ਜਿਸ ਤਰੀਕੇ ਨੂੰ ਕੰਮ ਇਹ ਚੱਲ ਪਿਆ। ਹੁਣ ਮੈਂ ਜੇ ਕਰੋਨੇ ਦੀ ਗੱਲ ਕਰਾਂ ਨਾ, ਤਾਂ ਇੱਥੇ ਕੋਈ ਉੱਪਰਲੇ ਪਾਸੇ ਹੁਣ ਨਾ ਤਾਂ ਕੋਈ ਥਾਲੀਆਂ, ਨਾ ਛੈਣੇ, ਨਾ ਕੋਈ ਹੋਰ ਬਿਆਨ ਆਉਂਦਾ। ਬਸ ਹਰ ਪਾਸੇ ਹੁਣ ਨਾ ਸਿਆਸੀ ਮਾਹੌਲ ਹੈ। ਤੁਸੀਂ ਸੁਸ਼ਾਂਤ ਸਿੰਘ ਰਾਜਪੂਤ ਦੀ ਗੱਲ ਛੇੜੀ ਸੀ। ਸੁਸ਼ਾਂਤ ਸਿੰਘ ਰਾਜਪੂਤ ਦੀ ਗੱਲ ਚੱਲੀ, ਘੁੰਮਦੀ ਘੁਮਾਉਂਦੀ ਜਿਹੜੀ ਸੀ ਉਹ ਰੀਆ ਚੱਕਰਵਰਤੀ ਤੇ ਆਈ। ਰੀਆ ਚੱਕਰਵਰਤੀ ਤੋਂ ਕੰਗਣਾ ਰਣੌਤ ਤੇ ਚਲ ਗਈ। ਕੰਗਣਾ ਰਣੌਤ ਤੋਂ ਫਿਰ ਉਹ ਮਹਾਰਾਸ਼ਟਰ ਸਰਕਾਰ ਤੇ ਚਲ ਗਈ। ਮਹਾਰਾਸ਼ਟਰ ਸਰਕਾਰ ਤੋਂ ਕੰਗਣਾ ਰਣੌਤ ਨੇ ਦੁਬਾਰਾ ਗੇਂਦ ਜਿਹੜੀ ਸੀ ਉਹ ਸੋਨੀਆ ਗਾਂਧੀ ਵਾਲੇ ਪਾਸੇ ਸੁੱਟ ਦਿੱਤੀ। ਉਹਦੇ ਵਿੱਚ ਬੀਜੇਪੀ ਦੇ ਜਿਹੜੇ BCD ਕੈਟਾਗਰੀ ਵਾਲੇ ਲੀਡਰ ਨੇ, ਉਹ ਆਪਣੇ ਹਿਸਾਬ ਨਾਲ ਬਿਆਨ ਦੇਈ ਜਾਂਦੇ ਵੀ ਹਾਂਜੀ ਕੰਗਣਾ ਨੂੰ ਜ਼ਰੂਰਤ ਸੀ, ਅਸੀਂ ਤਾਂ ਸਿਕਿਉਰਿਟੀ ਦਿੱਤੀ ਆ। ਜਿਹੜੇ ਮਹਾਰਾਸ਼ਟਰ ਵਾਲੇ ਉਹ ਹੁਣ ਆਖੀ ਜਾਂਦੇ ਵੀ ਭਾਈ ਸਾਹਿਬ ਇਹਦਾ ਘਰ ਵੀ ਢਾਵਾਂਗੇ, ਇਹ ਵੀ ਨਹੀਂ ਅਸੀਂ ਬਣਿਆ ਰਹਿਣ ਦੇਣਾ, ਇਹਦੇ ਵਿੱਚ ਵੀ ਬਹੁਤ ਕੁਝ ਹੋਇਆ। ਕੰਗਣਾ ਰਣੌਤ ਕਹਿੰਦੀ ਵੀ ਜਿਹਦੇ ਕੋਲ ਅਸੀਂ ਘਰ ਲਿਆ ਸੀਗਾ, ਉਹ ਜਿਹੜੀ ਬਿਲਡਿੰਗ ਹੈ ਜੀ ਉਹ ਸ਼ਰਦ ਪਵਾਰ ਸਾਹਿਬ ਦੀ ਆ। ਜੇ ਕੁਝ ਗਲਤ ਬਣਾਇਆ ਤੇ ਸ਼ਰਦ ਪਵਾਰ ਸਾਹਿਬ ਨੂੰ ਪੁੱਛੋ, ਉਹ ਇਸ ਵਕਤ ਸਰਕਾਰ ਦੇ ਵਿੱਚ ਨੇ। ਇਹ ਜਿਹੜੀ ਕਹਾਣੀ ਚੱਲੀ ਜਾਂਦੀ ਹੈ, ਇਹਨੂੰ ਕਿਵੇਂ ਦੇਖਦੇ ਹੋ? ਇਹ ਤਾਂ ਬੜੀ ਅਨੋਖੀ ਜਿਹੀ ਕਹਾਣੀ ਹੈ। ਇੱਕ ਚਰਚਾ ਤੇ ਇੱਥੇ ਇਹ ਵੀ ਚੱਲ ਪਈ ਸੀ, ਉਹ ਕਹਿੰਦੇ ਕਮਾਲ ਦੀ ਗੱਲ ਹੈ, ਉੱਥੇ ਦਾਊਦ ਦਾ ਘਰ ਹੁਣ ਤੱਕ ਬਣਿਆ, ਉਹ ਤੁਹਾਡੇ ਤੋਂ ਢਾਇਆ ਨਹੀਂ ਗਿਆ। ਕੰਗਣਾ ਦਾ ਘਰ ਤੁਸੀਂ ਜਿਹੜਾ ਢਾਤਾ, ਦਫ਼ਤਰ ਜਿਹੜਾ ਜਿੱਥੇ ਆ ਕੇ ਉਹਨੇ ਕੰਮ ਕਰਨਾ ਸੀ। ਲੋਕ ਲਿਸਟਾਂ ਚੱਕੀ ਫਿਰਦੇ ਆ ਕਿ ਭਾਈ ਆਹ ਜਿਹੜੀ ਵੱਡੀ ਸਾਰੀ ਬਿਲਡਿੰਗ ਬਣੀ ਆ, ਇੱਥੇ ਕਾਗਜ਼ਾਂ 'ਚ ਪਾਰਕ ਆ। ਲੋਕ ਲਿਸਟਾਂ ਚੱਕੀ ਫਿਰਦੇ ਆ ਕਿ ਭਾਈ ਆ ਜਿੱਥੇ ਬਹੁਤ ਵੱਡੀ ਕੋਠੀ ਬਣੀ ਆ ਫਲਾਣੇ ਲੀਡਰ ਦੀ, ਇਹ ਕਾਗਜ਼ਾਂ ਪੱਤਰਾਂ ਦੇ ਵਿੱਚ ਸਰਕਾਰ ਦੀ ਜ਼ਮੀਨ ਹੈ, ਖਾਲੀ ਹੈ, ਜੰਗਲਾਤ ਦੀ ਹੈ, ਇੱਥੇ ਹਰਿਆ ਭਰਿਆ ਦਿਖਾਇਆ। ਉਹ ਤਾਂ ਤੁਸੀਂ ਅੱਜ ਤੱਕ ਢਾਇਆ ਨਹੀਂ। ਕੰਗਣਾ ਰਣੌਤ ਦਾ ਦਫ਼ਤਰ ਜਿਹੜਾ ਠਾਹ ਕਰਕੇ ਢਾਤਾ। ਇਸ ਕਰਕੇ ਉਹ ਤਾਂ ਹੁਣ ਕੰਮਕਾਰ ਚੱਲੀ ਜਾਂਦਾ। ਦੇਖੋ ਗੱਲ ਇਹ ਹੈ ਕਿ ਜਿਹਨੂੰ ਲੱਗਦਾ ਨਾ ਕਿ ਫਲਾਨੀ ਲੋਹ ਤੋਂ, ਫਲਾਨੇ ਚੁੱਲ੍ਹੇ ਤੋਂ, ਫਲਾਨੇ ਤਵੇ ਤੋਂ ਰੋਟੀ ਪੱਕ ਕੇ ਮੇਰੇ ਛਾਬੇ 'ਚ ਆ ਸਕਦੀ ਹੈ, ਅਗਲਾ ਉੱਥੇ 4 ਪਾਥੀਆਂ ਵੀ ਲੈ ਜਾਂਦਾ, ਛਾਬਾ ਵੀ ਲੈ ਜਾਂਦਾ, ਝਾੜ ਕੇ ਪੋਣਾ ਵੀ ਛਾਬੇ 'ਚ ਪਹਿਲਾਂ ਵਿਛਾ ਲੈਂਦਾ ਕਿ ਭਾਈ ਜਦੋਂ ਰੋਟੀ ਆਊਗੀ ਆਪਾਂ ਉਸੇ ਵੇਲੇ ਨੱਪ ਕੇ ਗਰਮ ਜਿਹੜੀ ਹੈ ਉਹ ਘਰ ਨੂੰ ਲੈ ਜਾਣੀ ਆ। WhatsApp ਇੱਕ ਚੀਜ਼ ਹੈ ਯਾਰ, ਇਹ ਇੱਦਾਂ ਕਿਉਂ ਆ ਕਿ ਵੀ ਕੋਈ ਵੀ ਮੁੱਦਾ ਕਿਸੇ ਵੀ ਪਾਸੇ ਭਖਦਾ, ਜਦੋਂ ਲੋਕਾਂ ਦਾ ਧਿਆਨ ਜਿਹੜਾ ਉਸ ਮੁੱਦੇ ਵਾਲੇ ਪਾਸੇ ਆਉਣ ਲੱਗਦਾ, ਅਚਾਨਕ ਤੋਂ ਇੱਕ ਵਿੰਗੀ ਜੀ ਚੀਜ਼ ਹੋਰ ਲੀਡਰ ਕੱਢ ਕੇ ਦੇਣ ਦਿਆ, ਸਾਰਾ ਮੀਡੀਆ, ਸਾਰੀਆਂ ਗੱਲਾਂ ਉਸ ਪਾਸੇ ਮੁੜ ਜਾਂਦੀਆਂ। ਹੁਣ ਜਦੋਂ ਆਪਾਂ ਵੀ ਗੱਲ ਹੋਰ ਕਰਦੇ ਸੀ, ਆਪਾਂ ਨੂੰ ਕੰਗਣਾ ਰਣੌਤ ਤੇ ਫਿਰ ਗੱਲ ਕਰਨੀ ਪੈ ਗਈ। ਹੁਣ ਕੰਗਣਾ ਰਣੌਤ ਦੇ ਨਾਲ ਚਰਚਾ 'ਚ ਦੋਹਾਂ ਕੁ ਦਿਨਾਂ ਦੇ ਅਕਸ਼ੇ ਕੁਮਾਰ ਹੋਰੀ ਵੀ ਨੇ, ਕਿਉਂਕਿ ਉਹਨਾਂ ਨੇ ਜਿਹੜੀ ਗੱਲ ਕੀਤੀ ਸਿਹਤ ਨਾਲ ਰਿਲੇਟਡ, ਕਿਉਂਕਿ ਹੁਣ ਤੱਕ ਪ੍ਰਭਾਵ ਇਹ ਸੀ ਬਾਲੀਵੁੱਡ ਦੇ ਵਿੱਚ ਕਿ ਅਕਸ਼ੇ ਕੁਮਾਰ ਹੋਰੀ ਨੇ ਸਿਹਤ ਦਾ ਬਹੁਤ ਖਿਆਲ ਰੱਖਦੇ ਆ, ਸਵਖਤੇ ਉੱਠਦੇ ਆ, ਐਕਸਰਸਾਈਜ਼ ਕਰਦੇ ਆ, ਖਾਂਦੇ ਬਹੁਤ ਨੇਮ ਦੇ ਨਾਲ ਆ। ਸੌਣ ਬਹਿਣ ਦਾ ਉਹਨਾਂ ਦਾ ਇੱਦਾਂ ਦਾ ਕੰਮ ਹੈ ਵੀ ਜਿਹੜਾ ਟਾਈਮ ਉਹਨਾਂ ਦੇ ਸੌਣ ਦਾ, ਬਸ ਉਦੋਂ ਕੋਈ ਸ਼ੂਟ ਨਹੀਂ ਕਰਦੇ, ਲੇਟ ਨਾਈਟ ਪਾਰਟੀਆਂ 'ਚ ਨਹੀਂ ਜਾਂਦੇ। ਹਰੇਕ ਬੰਦੇ ਨੂੰ ਲੱਗਦਾ ਵੀ ਯਾਰ ਕਿਵੇਂ ਫਿੱਟ ਨੇ, ਮਤਲਬ ਅਕਸ਼ੇ ਕੁਮਾਰ ਖਿਲਾੜੀ ਨੇ ਆਪਣੇ ਆਪ ਨੂੰ ਕਿਵੇਂ ਫਿੱਟ ਰੱਖਿਆ। ਐਂਡ ਉਸ ਫਿਟਨੈਸ ਨੂੰ ਉਹਨਾਂ ਦੇ ਜਿਹੜੇ ਆ ਬਿਆਨ ਦੇ ਵਿੱਚ ਉਹਨਾਂ ਨੇ ਜਿਹੜਾ ਜੋੜਿਆ ਗਊ ਮੂਤਰ ਨਾਲ, ਉਹਦੇ ਤੋਂ ਬਾਅਦ ਡਿਫਰੈਂਟ ਤਰ੍ਹਾਂ ਦੀ ਚਰਚਾ ਚੱਲ ਪਈ। ਦੇਖੋ ਉਹਨਾਂ ਦਾ ਕੰਮ ਆ ਕੰਮ ਕਰਨਾ, ਲੋਕਾਂ ਦਾ ਕੰਮ ਆ ਚਰਚਾ ਕਰਨਾ। ਹੁਣ ਫਿਲਮਾਂ ਉਹਨਾਂ ਨੇ ਪਿਛਲੇ ਸਮੇਂ 'ਚ ਕੁਝ ਐਸੀਆਂ ਬਣਾਈਆਂ ਸੀ, ਲੋਕਾਂ ਨੂੰ ਚੰਗੀਆਂ ਲੱਗੀਆਂ, ਪਰ ਉਹ ਫਿਲਮਾਂ ਦਾ ਵੀ ਕਿਤੇ ਨਾ ਕਿਤੇ ਕਈ ਪਾਸੇ ਸੰਬੰਧ ਜੁੜਦਾ ਸੀ ਕਿ ਭਾਈ ਇਹ ਕਿੱਧਰਲੇ ਪਾਸੇ ਨੂੰ ਟਾਰਗੇਟ ਕਰਕੇ ਬਣਾਈਆਂ ਗਈਆਂ, ਕਿੱਧਰਲੇ ਪਾਸੇ ਨੂੰ ਕੰਮ ਜੁੜਿਆ। ਬੰਦੇ ਚੰਗੇ ਨੇ, ਸਿਹਤ ਦਾ ਖਿਆਲ ਰੱਖਦੇ ਆ, ਬਹੁਤ ਵਧੀਆ ਰੋਲ ਮਾਡਲ ਬਣਨ, ਆਪਾਂ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰਦੇ। ਪਰ ਐਂ ਲੱਗਦਾ ਕਿ ਜਿਹੜਾ ਰਾਹ ਉਹਨਾਂ ਨੇ ਸਾਈਕਲ ਦੇ ਉੱਤੇ ਬੈਠ ਕੇ ਪੈਡਲ ਮਾਰ ਕੇ ਬਾਏ ਕਰਕੇ ਫੜ ਲਿਆ, ਉਹ ਰਾਹ ਵੱਡੀ ਪਾਰਟੀ ਦੇ ਘਰ ਵੱਲ ਨੂੰ ਜਾਂਦਾ ਲੱਗਦਾ।
ਉਹ ਰਾਹ ਜਿਹੜਾ ਇਹ ਦੱਸਦਾ ਕਿ ਭਾਈ 2024 ਹੋਵੇ, ਭਾਵੇਂ ਆਉਣ ਵਾਲੀ ਕੋਈ ਹੋਰ ਸੂਬੇ ਦੀ ਵੱਡੀ ਇਲੈਕਸ਼ਨ ਹੋਵੇ, ਜਾਂ ਇਹ ਵੀ ਹੋ ਸਕਦਾ ਕਿ 2022 ਦੀ ਜਿਹੜੀ ਉੱਤਰ ਪ੍ਰਦੇਸ਼ ਦੀ ਵਿਧਾਨ ਸਭਾ ਚੋਣ ਹੈ, ਹੋ ਸਕਦਾ ਕਿ ਉਹਦੇ ਵਿੱਚ ਵੀ ਅਕਸ਼ੇ ਕੁਮਾਰ ਹੋਰੀ ਕਿਸੇ ਪਾਸੇ, ਮੈਂ ਨਹੀਂ ਕਹਿੰਦਾ ਕਿ ਇਲੈਕਸ਼ਨ ਲੜਦੇ ਨਜ਼ਰ ਆਉਣ, ਕਿਉਂਕਿ ਬੜੀ ਚਰਚਾ ਚੱਲੀ ਸੀ ਲੋਕ ਸਭਾ ਦੀ ਚੋਣ 'ਚ ਵੀ। ਅਗਲੇ ਕਹਿੰਦੇ ਸੀ ਕਿ ਭਾਈ ਨਾਗਰਿਕਤਾ ਹੀ ਉਹ ਫਲਾਣੇ ਪਾਸੇ ਦੀ ਹੈ, ਕਿਵੇਂ ਆਉਣਗੇ। ਪਰ ਹੋ ਸਕਦਾ ਕਿਸੇ ਵੱਡੀ ਸਟੇਜ ਤੋਂ ਪ੍ਰਚਾਰ ਕਰਦੇ ਨਜ਼ਰ ਆਉਣ। ਪਰ ਉੱਥੇ ਇਹ ਕੰਮ ਹੋ ਸਕਦਾ ਜਦੋਂ ਕੋਈ ਵੱਡਾ ਲੀਡਰ ਹੋਏਗਾ, ਸਟੇਜ ਤੇ ਬੈਠੇ ਹੋਏ ਗਏ, ਤੇ ਉੱਥੇ ਪਹਿਲਾਂ ਗੱਲਾਂ ਚੱਲਦੀਆਂ ਹੁੰਦੀਆਂ ਸੀ ਜੀ, ਇਸ ਪਿੰਡ ਦੇ ਇਸ ਇਲਾਕੇ ਦੇ 40 ਜਿਹੜੇ ਫਲਾਨੀ ਪਾਰਟੀ ਦੇ ਪੱਕੇ ਪਰਿਵਾਰ ਸੀ ਉਹ ਇਸ ਪਾਰਟੀ 'ਚ ਸ਼ਾਮਲ ਹੋਏ। ਲੀਡਰ ਸਾਹਿਬ ਨੇ ਪਾਰਟੀ ਦੇ ਜਿਹੜੇ ਉਹ ਪਰਨੇ ਆ ਉਹਨਾਂ ਦੇ ਗਲਾਂ 'ਚ ਪਾਏ। ਪਰ ਐਤਕੀ ਇਦਾਂ ਨਹੀਂ ਹੋਣਾ। ਐਤਕੀ ਹੋਣਾ ਕਿ 40 ਪੱਕੇ ਪਰਿਵਾਰ ਫਲਾਨੀ ਪਾਰਟੀ ਸ਼ਾਮਲ ਹੋਏ ਤੇ ਲੀਡਰ ਸਾਹਿਬ ਨੇ ਹੱਥਾਂ ਤੇ ਦਸਤਾਨੇ ਪਾ ਕੇ ਉਹਨਾਂ ਨੂੰ ਆਪਣੀ ਪਾਰਟੀ ਦੇ ਮਾਸਕ ਪਹਿਨਾ ਕੇ ਪਾਰਟੀ 'ਚ ਸ਼ਾਮਲ ਕੀਤਾ। ਹੁਣ ਕੰਮ ਕਰ ਇਦਾਂ ਦਾ ਆ ਜਾਣਾ। ਭਾਟ ਸਾਹਿਬ ਗੱਲ ਇਹ ਆ ਵੀ ਇਹਦਾ ਮਤਲਬ ਇਹ ਹੋ ਗਿਆ ਕਿ ਸਿਆਸੀ ਖੇਡਾਂ ਜਿਹੜੀਆਂ ਨੇ ਉਸ ਹਿਸਾਬ ਨਾਲ ਚੱਲੀ ਜਾਣਗੀਆਂ। ਪ੍ਰਚਾਰ ਦੇ ਪਸਾਰ ਦੇ, ਕਦੀ ਫਿਲਮੀ ਐਕਟਰਾਂ ਨੂੰ ਉਹਦੇ ਵਿੱਚ ਫਿੱਟ ਕਰਕੇ, ਕਦੀ ਫਿਲਮੀ ਐਕਟਰਾਂ ਕੋਲੋਂ ਪ੍ਰਚਾਰ ਕਰਾ ਕੇ, ਕਦੀ ਫਿਲਮੀ ਐਕਟਰਾਂ ਨੂੰ ਟਿਕਟਾਂ ਦੇ ਕੇ, ਜਾਂ ਮਾਸਕ ਵੰਡ ਕੇ, ਮਾਸਕਾਂ ਦੇ ਨਾਲ ਜਿਹੜੀਆਂ ਆਨਲਾਈਨ ਰੈਲੀਆਂ ਕਰਕੇ। ਇਹ ਤਾਂ ਪਿਛਲੀਆਂ ਇਲੈਕਸ਼ਨਾਂ ਤੋਂ ਹੀ ਕੰਮ ਸ਼ੁਰੂ ਹੋ ਗਿਆ ਸੀ। ਵਰਚੁਅਲ ਰੈਲੀਜ਼ ਜਿਹੜੀਆਂ ਕਿ ਮੋਦੀ ਸਾਹਿਬ ਨੇ ਸ਼ੁਰੂ ਕਰ ਦਿੱਤੀਆਂ ਸੀ ਕਿ ਉਹ ਇੱਕ ਥਾਂ ਦੇ ਉੱਪਰ ਖੜ ਕੇ ਭਾਸ਼ਣ ਕਰਦੇ ਸੀ ਤੇ ਵੱਡੀਆਂ ਰੈਲੀਆਂ ਦੇ ਵਿੱਚ ਵੱਡੀਆਂ ਸਕਰੀਨਾਂ ਦੇ ਉੱਪਰ ਉਹ ਭਾਸ਼ਣ ਦਿਖਾਇਆ ਜਾਂਦਾ ਸੀ। ਤੇ ਇੱਦਾਂ ਲੱਗਦਾ ਸੀ ਵੀ ਮੋਦੀ ਸਾਹਿਬ ਵਰਚੁਅਲੀ ਉੱਥੇ ਜਿਹੜਾ ਉਹ ਭਾਸ਼ਣ ਦੇ ਰਹੇ। ਇਹਦਾ ਮਤਲਬ ਇਹ ਵਾਲੀ ਟੈਕਨੀਕ ਜਿਹੜੀ ਆ ਉਹਦੇ ਤੇ ਖਰਚਾ ਕੀਤਾ ਜਾ ਸਕਦਾ। ਪਰ ਜਦੋਂ ਇਸ ਮੁਲਕ ਨੂੰ ਕਿਸੇ ਅੱਗੇ ਪਾਸੇ ਤੋਰਨ ਦੀ ਗੱਲ ਚੱਲਦੀ ਆ ਤੇ ਉਦੋਂ ਫਿਰ ਆਪਾਂ ਕਹਿੰਦੇ ਨਹੀਂ ਜੀ ਅਜੇ ਨਾ ਉਹ ਸਰਕਾਰੀ ਦਫ਼ਤਰ 'ਚ ਨੈਟ ਉਹਨਾਂ ਤੇਜ਼ ਨਹੀਂ, ਤੂੰ ਬਾਪੂ ਕੱਲ੍ਹ ਨੂੰ ਆਈ, ਅੱਜ ਨਾ ਕੰਪਿਊਟਰ ਨਹੀਂ ਚੱਲਦਾ। ਉਹਨੂੰ ਦਿਸੀ ਵੀ ਜਾਂਦਾ ਹੁੰਦਾ, ਸਾਹਮਣੇ ਚੱਲੀ ਜਾਂਦਾ, ਪਰ ਫਿਰ ਵੀ ਉਹ ਕਹਿੰਦਾ ਨਹੀਂ ਯਾਰ ਫਿਰ ਤੇਰੇ ਕੰਮ ਲਈ ਨਹੀਂ ਚੱਲਦਾ, ਵੈਸੇ ਚੱਲਦਾ। ਉਹ ਮੈਡਮ ਨੂੰ ਥੋੜ੍ਹੀ ਜਿਹੀ ਤਾਸ਼ ਵਾਲੀ ਗੇਮ ਖੇਡ ਲੈਣ ਤੇ ਤੂੰ ਕੱਲ੍ਹ ਨੂੰ ਆਈ। ਹੁਣ ਇਹ ਨਹੀਂ ਸਮਝ ਆਈ ਵੀ ਜਦੋਂ ਪ੍ਰਚਾਰ ਪ੍ਰਸਾਰ ਹੈ ਫਿਰ ਸਾਡੇ ਕੋਲ ਢੰਗ ਤਰੀਕੇ ਵੀ ਨੇ, ਫਿਰ ਅਸੀਂ ਕਰੋੜਾਂ ਰੁਪਈਆ ਵੀ ਖਰਚ ਲੈਂਦੇ ਹਾਂ, ਫਿਰ ਵਰਚੁਅਲ ਰੈਲੀਆਂ ਵੀ ਹੁੰਦੀਆਂ। ਪਰ ਜਦੋਂ ਇਹ ਸਾਰਾ ਕੁਝ ਜਿੱਤ ਕੇ ਇੰਪਲੀਮੈਂਟ ਕਰਨ ਦੀ ਗੱਲ ਆਉਂਦੀ ਆਮ ਬੰਦਿਆਂ ਲਈ, ਉਦੋਂ ਫਿਰ ਕੋਈ ਟੈਕਨੀਕ ਨਹੀਂ ਲੱਭਦੀ। ਇਹ ਫਿਰ ਤੁਸੀਂ ਹੁਣ ਅੱਜ ਆਪ ਭੋਲੀਆਂ ਗੱਲਾਂ ਕਰਨ ਲੱਗ ਪਏ ਨਾ। ਹਮੇਸ਼ਾ ਮੈਨੂੰ ਕਹਿੰਦੇ ਰਹਿੰਦੇ ਆ। ਤੁਸੀਂ ਇਹ ਦੇਖੋ, ਕੋਵਿਡ ਆਇਆ, ਕੋਵਿਡ ਆਉਣ ਤੋਂ ਬਾਅਦ ਮਜ਼ਦੂਰ ਪੰਜਾਬ ਤੋਂ ਬਿਹਾਰ ਨੂੰ ਗਏ, ਮਹਾਰਾਸ਼ਟਰ ਤੋਂ ਯੂਪੀ ਨੂੰ ਗਏ, ਫਲਾਨੀ ਜਗ੍ਹਾ ਤੋਂ ਫਲਾਣੇ ਨੂੰ ਗਏ, ਸਾਰੇ ਪਾਸੇ ਗਏ। ਖਬਰ ਕੀ ਬਣਦੀ ਸੀ, ਫਲਾਨੇ ਪਿੰਡ ਦੇ ਵਿੱਚ ਇੰਨੇ ਬੰਦੇ ਭੁੱਖੇ ਬੈਠੇ ਨੇ, ਫਲਾਨੇ ਬੰਦਿਆਂ ਨੂੰ ਇਸ ਥਾਂ ਤੋਂ ਉੱਥੇ ਤੱਕ ਲਿਜਾਣ ਦੇ ਲਈ ਕੋਈ ਸਾਧਨ ਨਹੀਂ। ਖਬਰ ਇਹ ਬਣਦੀ ਸੀ ਕਿ ਫਲਾਨੇ ਬੱਚੇ ਦੇ ਪੈਰ 'ਚ ਜੁੱਤੀਆਂ ਨਹੀਂ ਸੀ, ਚੱਪਲਾਂ ਨਹੀਂ ਸੀ, ਉਹ ਸੜਕ ਦੇ ਉੱਤੇ ਤੁਰਦਿਆਂ ਪੈਰ ਛਿੱਲੇ ਗਏ। ਖਬਰ ਇਹ ਬਣਦੀ ਸੀ ਫਲਾਨੀ ਜਗ੍ਹਾ ਦੇ ਉੱਤੇ ਆ ਹੋ ਗਿਆ। ਇਹ ਤੋਂ ਵੱਧ ਕੋਈ ਖਬਰ ਤਾਂ ਨਹੀਂ ਸੀ। ਦੇਖੋ ਕਿੰਨਾ ਸੌਖਾ, ਰੇਲ ਦੀਆਂ ਲਾਈਨਾਂ ਪਈਆਂ ਹੋਈਆਂ, ਟ੍ਰੇਨਾਂ ਬਣੀਆਂ ਹੋਈਆਂ, ਉੱਥੋਂ ਚੱਲਦੀਆਂ ਸੀ। ਇਹ ਕਹਿ ਕੇ ਕਿ ਬੱਲੇ ਬੱਲੇ ਕਰਾ ਲਈ ਜੀ, ਮਜ਼ਦੂਰਾਂ ਨੂੰ ਉਹਨਾਂ ਦੇ ਘਰ ਪਹੁੰਚਾਉਣ ਦੇ ਲਈ ਇੰਨੀਆਂ ਵਿਸ਼ੇਸ਼ ਟ੍ਰੇਨਾਂ ਚਲਾਈਆਂ। ਟ੍ਰੇਨਾਂ ਪਹਿਲਾਂ ਹੀ ਚੱਲਦੀਆਂ ਸੀ, ਕਰਮਚਾਰੀ ਪਹਿਲਾਂ ਹੀ ਰੱਖੇ ਹੋ ਸੀ, ਜਾਣੀ ਕਿ ਚੱਲਦੇ ਕੰਮ ਨੂੰ ਬੰਦ ਹੋਣ ਤੋਂ ਬਾਅਦ ਦੁਬਾਰਾ ਚਲਾ ਕੇ ਬੱਲੇ ਬੱਲੇ। ਹੋਰ ਦੇਖੋ, ਅਨਾਜ ਸੜਦਾ, ਅਨਾਜ ਨੰਗਾ ਪਿਆ ਅਸਮਾਨ ਥੱਲੇ, ਉਹਦੇ ਉੱਪਰ ਆ ਕੇ ਮੀਂਹ ਪੈ ਜਾਂਦਾ, ਅਨਾਜ ਖਰਾਬ ਹੋ ਜਾਂਦਾ। ਉਸ ਅਨਾਜ ਨੂੰ ਲੋਕਾਂ ਨੂੰ ਦੇ ਕੇ ਜਿਹੜਾ ਕਿਸੇ ਨਾ ਕਿਸੇ ਸਕੀਮ 'ਚ ਪਹਿਲਾਂ ਵੀ ਦੇਣਾ ਹੀ ਸੀ, ਉਹਦੇ ਵਿੱਚ ਹੀ ਬੱਲੇ ਬੱਲੇ ਕਿ ਇਤਨੇ ਕਰੋੜ ਲੋਗੋं को अनाज पहुंचाया। ਤੇ ਜਦੋਂ ਇਤਨੇ ਕਰੋੜ ਲੋਗों को अनाज पहुंचाया, ਉਹਦੇ ਵਿੱਚ ਹੀ ਬੱਲੇ ਬੱਲੇ ਹੈ। ਆ ਜੇ ਤਕਨੀਕ ਆਪਾਂ ਸਾਰਿਆਂ ਨੂੰ ਦੇਤੀ, ਉਹ ਬਿਹਾਰ ਦੇ ਪੁਰਲੀਆ ਜ਼ਿਲ੍ਹੇ 'ਚ ਵੀ ਦੇਤੀ, ਉਹ ਨਾਗਾਲੈਂਡ 'ਚ ਵੀ ਦੇਤੀ, ਕਰਨਾਟਕ 'ਚ ਵੀ ਦੇਤੀ, ਉਹ ਜੰਮੂ ਦੇ ਲਦਾਖ ਖੇਤਰ ਦੇ ਵਿੱਚ ਵੀ ਸਾਰੀ ਤਕਨੀਕ ਦੇਤੀ, ਸਾਰੀ ਐਜੂਕੇਸ਼ਨ ਦੇਤੀ, ਸਾਰੀਆਂ ਸਹੂਲਤਾਂ ਦਿੱਤੀਆਂ। ਫਿਰ ਤੁਸੀਂ ਕੁਝ ਹੋਰ ਮੰਗੋਗੇ, ਫਿਰ ਤੁਸੀਂ ਕੱਪੜਾ ਲੀੜਾ ਚੰਗਾ ਮੰਗੋਗੇ, ਫਿਰ ਤੁਸੀਂ ਸ਼ੁੱਧ ਹਵਾ ਮੰਗੋਗੇ, ਫਿਰ ਤੁਸੀਂ ਕਹੋਗੇ 24 ਘੰਟੇ ਬਿਜਲੀ ਦਿਓ ਤੇ ਸਸਤੀ ਦਿਓ, ਫਿਰ ਤੁਸੀਂ ਆਖੋਗੇ ਕਿ ਆ ਬਿਜਲੀ ਸਮਝੌਤੇ ਕਿਹਨੇ ਕੀਤੇ ਤੇ ਕਿੱਦਾਂ ਕੀਤੇ, ਫਿਰ ਤੁਸੀਂ ਬੈਂਕਾਂ ਦੇ ਨਿੱਜੀਕਰਨ ਦੇ ਸਵਾਲ ਪੁੱਛੋਗੇ, ਫਿਰ ਤੁਸੀਂ ਪੁੱਛੋਗੇ ਕਿ ਭਾਈ 에ਅਰ ਇੰਡੀਆ ਜਿਹੜਾ ਉਹ ਪ੍ਰਾਈਵੇਟ ਕਾਹਤੋਂ ਕਰੀ ਜਾਂਦੇ ਹੋ, ਫਿਰ ਤੁਸੀਂ ਪੁੱਛੋਗੇ ਕਿ ਫਲਾਨੀ ਰੇਲ ਗੱਡੀ ਪ੍ਰਾਈਵੇਟ ਕੰਪਨੀ ਨੇ ਕਿਉਂ ਚਲਾਉਣੀ ਹੈ। ਅਗਲਿਆਂ ਨੇ ਤੁਹਾਡੇ ਮੂੰਹ ਵੀ ਬੰਦ ਕਰਨੇ ਆ, ਤੁਹਾਡੇ ਕੰਨ ਵੀ ਬੰਦ ਕਰਨੇ ਆ, ਤੇ ਸਭ ਤੋਂ ਵੱਡੀ ਗੱਲ ਹੈ ਕਿ ਦਿਮਾਗ ਦੇ ਦਰਵਾਜ਼ੇ ਨੂੰ ਕਹਿੰਦੇ ਲਾ ਕੇ ਕੁੰਡਾ ਉੱਪਰੋਂ ਮਾਰਨਾ ਜਿੰਦਾ ਤੇ ਚਾਬੀ ਚੋਰ ਜੇਬ 'ਚ ਪਾ ਲੈਣੀ ਆ। ਨਹੀਂ, ਚੋਰ ਜੇਬ 'ਚ ਕਾਹਦੀ ਪਾ ਲੈਣੀ, ਉਹ ਤਾਂ ਕਹਿੰਦੇ ਨਹਿਰ 'ਚ ਸੁੱਟ ਦਿਓ, ਲੱਭੇ ਹੀ ਨਾ ਉਦੋਂ ਬਾਅਦ, ਕਿਉਂਕਿ ਇਹ ਕਿਹੜਾ ਆਪਾਂ ਖੋਲ੍ਹਣਾ। ਪਰ ਵੈਸੇ ਬਾਠ ਸਾਹਿਬ ਇੱਕ ਗੱਲ ਤਾਂ ਹੈਗੀ ਹੈ ਯਾਰ, ਜੇ ਸਾਰਾ ਕੁਝ ਐਂ ਹੀ ਚੱਲਦਾ ਰਿਹਾ ਤਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਠੀਕ ਹੈ ਯਾਰ, ਤੁਸੀਂ ਇੱਕ ਖਟਾਰਾ ਗੱਡੀ ਦੇ ਹਿਸਾਬ ਨਾਲ ਆਪਾਂ ਉਦਾਹਰਨ ਦੇ ਲੈਂਦੇ ਹਾਂ ਵੀ ਉਹਨੂੰ ਤੁਸੀਂ ਬਾਹਰੋਂ ਕੂਚੀ ਮਾਰ ਲਈ, ਰੰਗ ਕਰ ਲਿਆ, ਲੈ ਵੀ ਬੱਲੇ ਬੱਲੇ ਵੇਖੀਆਂ ਐਤਕੀ ਆਪਾਂ ਬਹਿ ਜਾ ਕਰਾ ਦੇਣੀ ਆ। ਪਰ ਜਿਵੇਂ ਜਿਵੇਂ ਉਹ ਖਟਾਰਾ ਗੱਡੀ ਦੀ ਉਮਰ ਵੱਧਦੀ ਜਾਊਗੀ, ਜਿਵੇਂ ਜਿਵੇਂ ਉਹਦਾ ਕਦੀ ਕੋਈ ਨਟ ਲਾ ਕੇ ਲੈ ਗਿਆ, ਕਦੀ ਸ਼ੀਸ਼ਾ ਲਾ ਕੇ ਲੈ ਗਿਆ, ਕਦੀ ਉਹਦੀ ਕੋਈ ਬਾਰੀ ਲਾ ਕੇ ਲੈ ਗਿਆ, ਕਦੀ ਕਿਸੇ ਨੇ ਆਖਿਆ ਆ ਲਓ ਜੀ ਨਵੇਂ ਟਾਇਰਾਂ ਦੇ ਲਈ ਆਪਾਂ ਪੈਸੇ ਦੇ ਤੇ, ਉਹਨਾਂ ਹੀ ਪੁਰਾਣੇ ਟਾਇਰਾਂ ਦੇ ਰਬੜ ਚਾੜ ਕੇ ਆਪਾਂ ਟਾਈਮ ਸਾਰ ਲਿਆ। ਜੇ ਤਾਂ ਇੱਦਾਂ ਹੀ ਮੁਲਕ ਨੂੰ ਸ਼ਿੰਗਾਰ ਕੇ ਤੋਰਨਾ
ਤੇ ਫਿਰ ਕਿੰਨੇ ਕੁ ਸਾਲ ਚਲਾ ਲੈਣਗੇ ਯਾਰ? ਇੱਕ ਲੀਡਰ ਸਾਹਿਬ ਨਹੀਂ ਸੋਚਦੇ ਵੀ ਯਾਰ ਠੀਕ ਹੈ, ਮੈਂ ਅੱਜ ਰਾਜ ਕਰ ਰਿਹਾ ਜਾਂ ਅੱਜ ਮੈਂ ਇਲੈਕਸ਼ਨ ਲੜ ਰਿਹਾ, ਮੁੰਡਾ ਮੇਰਾ ਜਿਹੜਾ 5 ਸਾਲਾਂ ਨੂੰ ਇਲੈਕਸ਼ਨ ਲੜਨ ਜੋਗਾ ਹੋ ਜਾਊਗਾ, ਤੇ ਉਹਦੇ ਵਿੱਚ 5 ਸਾਲ ਬਾਅਦ ਮੁਲਕ ਜਿਹੜਾ ਉਹ ਕਿੱਥੇ ਖੜਾ ਹੋਊਗਾ? ਤੇ ਜਦੋਂ ਉਹਨੇ ਸੋਚਣਾ ਵੀ ਮੈਂ 4-4 5-5 ਵਾਰ ਇਲੈਕਸ਼ਨ ਲੜਨੀ ਹੈ, ਕਿਉਂਕਿ 5 ਸਾਲ ਬਾਅਦ ਹੀ ਵਾਰੀ ਹੋਣੀ ਹੈ, ਤੇ ਮਤਲਬ 20-25 ਸਾਲ ਤਾਂ ਆਮ ਹੋ ਗਏ। 20-25 ਸਾਲ ਬਾਅਦ ਉਸ ਬੱਸ ਦਾ ਤੁਹਾਨੂੰ ਲੱਗਦਾ ਵੀ ਇਹ ਹਾਲ ਰਹਿ ਜਾਊਗਾ ਵੀ ਉਹ 'ਚ ਬੰਦੇ ਚੜ੍ਹ ਸਕਣ, ਉਹਨੂੰ ਚਲਾ ਸਕਣ, ਜਾਂ ਉਹ ਕਿਸੇ ਪਾਸੇ ਜਾ ਸਕੇ, ਜੇ ਤਾਂ ਇੱਦਾਂ ਹੀ ਚਲਾਉਣੀ ਆ ਤਾਂ? ਤੁਹਾਨੂੰ ਉੱਤਰ ਲੱਭ ਜਾਣਾ, ਆਪਣੇ ਦਰਸ਼ਕਾਂ ਨੂੰ ਉੱਤਰ ਲੱਭ ਜਾਣਾ, ਪਰ ਮੈਂ ਇੱਕ ਗੱਲ ਸੁਣਾਉਣ ਤੋਂ ਪਹਿਲਾਂ ਇਹ ਦੱਸ ਦੇਵਾਂ ਕਿ ਇਹਦਾ ਭਾਰਤ ਦੇ ਲੀਡਰਾਂ ਤੇ ਲੋਕਾਂ ਦੇ ਨਾਲ ਸੰਬੰਧ ਕੋਈ ਨਹੀਂ ਭਾਈ, ਡਿਸਕਲੇਮਰ ਪਹਿਲਾਂ ਦੇ ਦਿੰਦਾ। ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਆਈ, ਆਪਣੇ ਆਪ ਨੂੰ ਹੁੰਦੇ ਨਾ ਪਿੰਡਾਂ ਦੇ ਵਿੱਚ ਸਿਆਣੇ ਭੂਤ ਪਾਤ ਕੱਢਦੇ ਹੁੰਦੇ ਆ, ਚਿਮਟਾ ਚੁਮਟਾ ਜਾਂ ਲੈ ਕੇ ਅਗਲੇ ਦਾ ਉੱਦਾਂ ਹੀ ਕੰਨ ਕੁੰਨ ਪੱਟੀ ਜਾਣਗੇ, ਆਹ ਲੈ ਭੂਤ ਕੱਢਤਾ, ਆਹ ਲੈ ਭੂਤ ਕੱਢਤਾ। ਇਦਾਂ ਦੀ ਇੱਕ ਵੀਡੀਓ ਸੀ, ਇੱਕ ਆਪਣੇ ਆਪ ਦੇ ਵਿੱਚ ਸਿਆਣਾ ਬੰਦਾ ਬੈਠਾ, ਉਹ ਮੂਹਰੇ ਇੱਕ ਨਿਆਣਾ ਬੈਠਾ ਤੇ ਉਹਦੇ ਭੂਤ ਕੱਢਦਾ ਜੀ, ਇਹ 'ਚ ਓਪਰੀ ਸ਼ੈ ਆ ਗਈ ਆ। ਹੁਣ ਮੈਂ ਫੇਰ ਕਹਿਣਾ ਕਿ ਉਸ ਸਿਆਣੇ ਦਾ ਭਾਰਤ ਦੇ ਪੋਲੀਟੀਕਲ ਲੀਡਰਾਂ ਨਾਲ ਸੰਬੰਧ ਕੋਈ ਨਹੀਂ ਭਾਈ, ਐਵੇਂ ਕੋਈ ਇਹਦੇ ਨਾਲ ਜੋੜ ਜਾੜ ਕੇ ਬਿਲਕੁਲ ਵੇਖਣ ਦੀ ਖੇਚਲ ਨਾ ਕਰਿਓ। ਉਹਦੇ ਅਜੇ ਉਹ ਭੂਤ ਕੱਢਦਾ ਹੀ ਸੀ, ਉਹ ਆਰਾਮ ਨਾਲ ਇਦਾਂ ਜੋ ਕਹੀ ਜਾਂਦਾ ਸੀ ਉਹ ਸਿਆਣਾ ਕਰੀ ਜਾਂਦਾ ਸੀ। ਇੱਕ ਪਰਲੇ ਪਾਸੇ ਲਿਆ ਕੇ ਕੰਧ ਨਾਲ ਲਾ ਕੇ ਬਿਠਾਤਾ ਕਿ ਉਹਦੇ ਤੋਂ ਬਾਅਦ ਰੋਲ ਨੰਬਰ 2 ਇਹਦੇ ਆ ਭੂਤ ਇਹਦੇ ਕੱਢਣੇ ਆ। ਉਹ ਜੇ ਆਪਣੇ ਆਪ 'ਚ ਬਣਿਆ ਸਿਆਣਾ ਪਹਿਲੇ ਦੇ ਭੂਤ ਕੱਢਦਾ ਸੀ, ਉਹ ਦੂਜੇ ਨੂੰ ਪਤਾ ਨਹੀਂ ਕਿ ਉਹਨੇ ਉੱਠ ਕੇ 2-3 ਚੰਡਾਂ ਸਿਆਣੇ ਦੇ ਰੱਖੀਆਂ ਜਿਹਦੇ ਭੂਤ ਅਜੇ 2 ਨੰਬਰ 'ਚ ਕੱਢਣੇ ਸੀ। ਉਹ ਸਿਆਣਾ ਉੱਥੇ ਭੁੜਕਦਾ ਹੀ ਫਿਰੇ ਗਿਆ, ਹੋ ਕੀ ਗਿਆ? ਦੇਖੋ ਜੇ ਬਹੁਤ ਲੇਟ ਇਹਨਾਂ ਨੇ ਕੀਤਾ, ਜੇ ਕੰਮ ਇਦਾਂ ਹੀ ਚੱਲਿਆ, ਕੋਈ ਪਤਾ ਨਹੀਂ ਹੁੰਦਾ ਕਿ ਜਿਨ੍ਹਾਂ ਦੇ ਭੂਤ ਇਹ ਬੰਦੇ ਕੱਢਦੇ ਫਿਰਦੇ ਆ, ਕੋਈ ਉਹਨਾਂ ਦਾ ਭੂਤ ਨਾ ਕੱਢ ਦੇਵੇ ਪਹਿਲੇ। ਉਦਾਹਰਨ ਜਿਹੜੀ ਤੁਸੀਂ ਦਿੱਤੀ ਆ ਬਾਟ ਸਾਹਿਬ, ਚਲੋ ਇਹ ਵੀ ਹੁਣ ਸਮਾਂ ਦੱਸੂਗਾ ਵੀ ਕੀ ਹੋਣਾ। ਚਲੋ ਆਪਾਂ ਇੱਧਰੋਂ ਹੁਣ ਮੋੜਾ ਕੱਟ ਕੇ ਇਸ ਵਕਤ ਮੁਲਕ ਦੀ ਗੱਲ ਕਰੀਏ। ਜਦੋਂ ਆਪਾਂ ਮੁਲਕ ਨੂੰ ਦੇਖਦੇ ਆ, ਇੱਕ ਤਾਂ ਚਲੋ ਅੰਦਰੂਨੀ ਹਾਲਾਤ ਤਾਂ ਜਿਵੇਂ ਦੇ ਮਰਜ਼ੀ ਨੇ, ਇੱਥੇ ਆਪਾਂ ਅੱਧੀ ਖਾਈਏ, ਆਪਾਂ ਪੌਣੀ ਖਾਈਏ, ਚੱਪਾ ਮਿਲੇ, ਰੋਟੀ ਮਿਲੇ ਨਾ ਮਿਲੇ, ਦਾਲ ਮਿਲੇ ਨਾ ਮਿਲੇ, ਪਰ ਜਦੋਂ ਇੱਕ ਮੁਲਕ ਨੂੰ ਐਜ਼ ਏ ਮੁਲਕ, ਐਜ਼ ਏ ਦੇਸ਼ ਦੇਖਿਆ ਜਾਂਦਾ, ਤੇ ਜੇ ਆਪਾਂ ਗਵਾਂਢੀ ਦੇਸ਼ਾਂ ਦੇ ਨਾਲ ਗੱਲ ਕਰਦੇ ਆ, ਫਿਰ ਹਰੇਕ ਬੰਦੇ ਦੇ ਅੰਦਰ ਇੱਕ ਦੇਸ਼ ਭਗਤੀ ਆ ਜਾਂਦੀ ਵੀ ਠੀਕ ਹੈ ਯਾਰ, ਜੇ ਕੋਈ ਬੰਦਾ ਇੱਧਰ ਨੂੰ ਅੱਖ ਕਰਦਾ ਤੇ ਫਿਰ ਠੀਕ ਆ ਵੀ ਆਪਾਂ ਵੇਖ ਲਵਾਂਗੇ। ਇਹ ਜਿਹੜਾ ਰੌਲਾ ਪਿਛਲੇ ਸਮੇਂ 'ਚ ਚਾਈਨਾ ਦੇ ਨਾਲ ਪਿਆ ਹੋਇਆ, ਇਹਨੂੰ ਵੀ ਥੋੜ੍ਹਾ ਜਿਹਾ ਮੇਰਾ ਖਿਆਲ ਸਮਝਣ ਦੀ ਲੋੜ ਹੈ ਵੀ ਇੱਕ ਪਾਸੇ ਤਾਂ ਚਾਈਨਾ ਜਿਹੜਾ ਹੈ ਉਹ ਇਹ ਕਹਿੰਦਾ ਕਿ ਵੀ ਭਾਈ ਸਾਹਿਬ ਆਪਾਂ ਮਿਲ ਬੈਠ ਕੇ ਕਰਨਾ। ਵਿਦੇਸ਼ ਮੰਤਰੀ ਸਾਹਿਬ ਰੂਸ ਜਾਂਦੇ ਆ, ਉੱਥੇ ਜਾ ਕੇ 5 ਨਿਕਾਤੀ ਪ੍ਰੋਗਰਾਮ ਲੈ ਆਉਂਦੇ ਆ ਵੀ ਸਰਹੱਦਾਂ ਦੇ ਉੱਪਰ ਜਿਹੜੀ ਫੌਜ ਹੈ ਉਹ ਦੂਰੀ ਬਣਾ ਕੇ ਰੱਖੂਗੀ, ਆਪਸ ਦੇ ਵਿੱਚ ਸਰਹੱਦ ਦੇ ਉੱਪਰ ਜਿਹੜੀ ਸ਼ਾਂਤੀ ਬਹਾਲੀ ਲਈ ਕੰਮ ਹੋਊਗਾ, ਸਰਹੱਦ ਜਿਹੜੀ ਹੈ ਜੀ ਉਹਦੇ ਵਿੱਚ ਇੱਕ ਦੂਸਰੀ ਜਿਹੜੀ ਫੌਜ ਹੈ ਉਹਨੂੰ ਸਤਿਕਾਰ ਵੀ ਦਿੱਤਾ ਜਾਊਗਾ। ਜੇ ਕੋਈ ਹੋਰ ਲੈਵਲ ਦੀ ਗੱਲ ਆ ਤਾਂ ਉਹ ਆਪਾਂ ਲੀਡਰਸ਼ਿਪ ਦੇ ਲੈਵਲ ਦੇ ਉੱਪਰ ਜਿਹੜੀ ਉਹ ਨਿਬੇੜਾਂਗੇ, ਉਹਨੂੰ ਉੱਥੇ ਸਰਹੱਦ ਦੇ ਉੱਪਰ ਤਣਾਅ ਨਹੀਂ ਵਧਣ ਦਿੱਤਾ ਜਾਊਗਾ। ਤੇ ਇੱਕ ਪਾਸੇ ਆਪਾਂ ਜਦੋਂ ਇਹ ਸਾਰੇ ਹਾਲਾਤਾਂ ਨੂੰ ਦੇਖਦੇ ਹਾਂ, ਉਹਦੇ ਵਿੱਚ ਜਿਹੜੇ ਲੋਕ ਨੇ ਉਹ ਸਹਿਮੇ ਖੜਿਆ ਵੀ ਪਤਾ ਕੋਈ ਨਹੀਂ ਭਾਈ, ਹੁਣ ਗਾਂ ਬਰਫਾਂ ਪੈ ਜਾਣੀਆਂ, ਆਇਆ ਜਾਣਾ ਕਿਸੇ ਕੋਲੋਂ ਕਿ ਨਹੀਂ ਆਇਆ ਜਾਣਾ, ਸਾਡੇ ਤੇ ਪਤਾ ਨਹੀਂ ਕੀ ਬੀਤਣੀ ਆ। ਦੇਖੋ ਸੰਧਾਲੀਆ ਸਾਹਿਬ, ਇੱਕ ਨਾ ਸਾਡੀ ਕਮਜ਼ੋਰੀ ਆ, ਕਮੀ ਆ ਸਾਡੀ ਪੰਜਾਬੀਆਂ ਦੀ, ਖਾਸ ਤੌਰ ਦੇ ਉੱਤੇ ਲੱਗਦਾ ਹੁੰਦਾ, ਜੇ ਦੂਰ ਹੋ ਗਈ ਆ ਤਾਂ ਤੁਸੀਂ ਦੱਸ ਦਿਓ। ਸਾਨੂੰ ਆਪਣਾ ਦੁੱਖ ਤਾਂ ਦੁੱਖ ਲੱਗਦਾ, ਦੂਜੇ ਦਾ ਦੁੱਖ ਨਹੀਂ ਲੱਗਦਾ। ਹੁਣ ਬੱਲੂਆਣਾ ਹਲਕੇ 'ਚ ਮੀਂਹ ਪਿਆ, ਉਧਰਲੇ ਇਲਾਕੇ 'ਚ ਫਿਰੋਜ਼ਪੁਰ ਵਾਲੀ ਸਾਈਡ ਦੇ ਉੱਤੇ ਫਸਲ ਖਰਾਬ ਹੋਈ ਹੈ। ਸਾਨੂੰ ਦੁਆਬੇ ਵਾਲਿਆਂ ਨੂੰ, ਮਾਝੇ ਵਾਲਿਆਂ ਨੂੰ, ਮਾਲਵੇ ਦੇ ਬਹੁਤ ਵੱਡੇ ਖੇਤਰ ਨੂੰ ਪਰਵਾਹ ਥੋੜ੍ਹੀ, ਉਹ ਕਹਿੰਦੇ ਕਿੰਨੇ ਮੀਂਹ ਪਿਆ ਕੋਈ ਗੱਲ ਹੀ ਨਹੀਂ, ਐਡੀ ਕਿਹੜੀ ਫਸਲ ਖਰਾਬ ਹੋ ਗਈ ਹੈ। ਸਾਨੂੰ ਦੂਸਰੇ ਦਾ ਦੁੱਖ ਨਹੀਂ ਲੱਗਦਾ। ਅਸੀਂ ਬਾਕੀ ਸਾਰੀ ਕਿਸਾਨੀ ਦੀ ਗੱਲ ਕਰਦੇ ਹਾਂ, ਪਰ ਜਿਹੜੇ ਕੰਡਿਆਲੀ ਤਾਰ ਤੋਂ ਪਾਰ ਕਿਸਾਨ, ਆਮ ਕਿਸਾਨ ਤੋਂ ਵੀ ਵੱਧ ਔਖੇ ਆ, ਸਾਨੂੰ ਉਹਨਾਂ ਦਾ ਚੇਤਾ ਹੀ ਭੁੱਲ ਜਾਂਦਾ। ਜੇ ਇਦਾਂ ਹੀ ਰਿਹਾ ਤਾਂ ਔਖਾ ਹੋ ਜੂ। ਹੁਣ ਤੁਸੀਂ ਚੀਨ ਦਾ ਜ਼ਿਕਰ ਕੀਤਾ, ਕਈ ਵੱਡੇ ਜਿਹੜੇ ਐਂਕਰ ਆ, ਆਪਣੇ ਵਾਂਗੂ ਕੁਰਸੀਆਂ ਦੇ ਉੱਤੇ ਬੈਠ ਕੇ ਗੱਲਾਂ ਕਰਨ ਵਾਲੇ, ਉਹ ਕਹਿੰਦੇ ਹੁੰਦੇ ਠੋਕ ਦਿਆਂਗੇ, ਅਬ ਤੋਂ ਹਮਨੇ ये वाला जहाज ले लिया, ये हो गया वो हो गया। उधर चीन वाले भी लगे आ। पर जे असल च किसी नूं दुख आ तो लद्दाख के लोगों नूं आ। ਇਹ ਤੋਂ ਪਹਿਲਾਂ ਕਿ ਆਪਾਂ ਭਾਰਤ ਚੀਨ ਵਾਲੇ ਪਾਸੇ ਜਾਈਏ, ਦੇਖੋ ਕਿੰਨੇ ਕਸ਼ਟ 'ਚ ਆਮ ਬੰਦਾ। ਪਹਿਲਾਂ ਤਾਂ ਧਾਰਾ 370 ਜਦੋਂ ਤੋੜੀ ਆ ਸਰਕਾਰ ਨੇ ਜੀ, ਆਪਾਂ ਨੂੰ ਪਤਾ ਕਿ ਸਾਰਾ ਕਸ਼ਮੀਰ ਬੜਾ ਲੰਬਾ ਸਮਾਂ ਬੰਦ ਰਿਹਾ। ਜਦੋਂ ਕਸ਼ਮੀਰ ਲੰਬਾ ਸਮਾਂ ਬੰਦ ਰਿਹਾ ਤੇ ਟੂਰਿਸਟ ਜਾਣੋਂ ਹਟ ਗਿਆ, ਲਦਾਖ ਕਿਹੜਾ ਪਹੁੰਚਦੇ ਸੀ। ਉੱਥੋਂ ਦੀ ਬਹੁਤੀ ਇਕਨੋਮੀ ਹੈਗੀ ਸੈਲਾਨੀਆਂ ਦੇ ਸਿਰ ਤੇ, 600 ਕਰੋੜ ਰੁਪਈਏ ਦਾ ਸੈਲਾਨੇ ਦਾ ਕਾਰੋਬਾਰ ਹੈ, ਉਹ ਬੰਦ ਰਿਹਾ। ਮੁੜ ਕੇ ਕੋਵਿਡ ਆ ਗਿਆ, ਲੋਕ ਤਾਂ ਘਰੋਂ ਬਾਹਰ ਨਹੀਂ ਸੀ ਪੈਰ ਪਾਉਂਦੇ। ਉੱਥੇ ਲਦਾਖ ਦੇ ਵਿੱਚ ਬੋਧੀ ਭਿਕਸ਼ੂਆਂ ਦੇ ਮੰਦਿਰ ਦੇਖਣ ਕਿਹਨੇ ਜਾਣਾ ਸੀ? ਲਦਾਖ ਦੀ ਖੂਬਸੂਰਤੀ ਕਿਹਨੇ ਦੇਖਣੀ ਸੀ ਲੇਹ ਦੀ? ਲੋਕ ਫਿਰ ਜਾਣੋਂ ਹਟ ਗਏ। ਹੁਣ ਜਦੋਂ ਮਾੜਾ ਮੋਟਾ ਟੂਰਿਜ਼ਮ ਤੁਰਿਆ ਤੇ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਭਾਈ ਚੀਨ ਵਾਲੇ ਫੌਜੀ ਭਾਰਤ ਦੇ ਫੌਜੀਆਂ ਦੇ ਬਿਲਕੁਲ ਮੁੱਢ ਖੜੇ ਆ, ਕੋਈ ਪਤਾ ਨਹੀਂ ਕਦੋਂ ਠਾਠ ਹੋਣ ਲੱਗ ਪੈਣੀ ਆ, ਟੂਰਿਸਟ ਫੇਰ ਜਾਣੋਂ ਹਟ ਗਿਆ। ਜਿਸ ਸੂਬੇ ਦਾ ਮੁੱਖ ਕਿੱਤਾ ਪਿਛਲੇ 8 ਮਹੀਨਿਆਂ ਤੋਂ ਠੱਪ ਹੋਇਆ ਪਿਆ, ਇਹ ਤਾਂ ਉਸ ਸੂਬੇ ਦੇ ਲੋਕਾਂ ਨੂੰ ਪੁੱਛਿਆ ਜਾਣੀਏ ਕਿ ਗੱਲ ਕਿੱਥੇ ਹੈ। ਹੁਣ ਦੇਖੋ, ਜਿਹੜਾ ਬੰਦਾ ਟੈਕਸੀ ਚਲਾ ਕੇ, ਕਿ ਭਾਈ ਬੰਦੇ ਆਉਣੇ, ਪਤਾ ਹੀ ਸੀ ਵੀ ਆਉਣੇ ਆ, ਲੋਕਾਂ ਨੇ ਦੇਖਣ ਆਉਣਾ, ਟੈਕਸੀ ਚਲਾ ਕੇ ਗੁਜ਼ਾਰਾ ਕਰਦਾ ਸੀ,
ਤਬਾਹ ਹੋਇਆ ਪਿਆ। ਹੋਟਲਾਂ ਵਾਲੇ, ਰੈਸਟੋਰੈਂਟਾਂ ਵਾਲੇ, ਜਿਹੜੇ ਟੂਰਿਜ਼ਮ ਦੇ ਗਾਈਡ ਸੀ, ਇੱਥੋਂ ਤੱਕ ਕਿ ਉੱਥੇ ਮੋਟਰਸਾਈਕਲ ਕਿਰਾਏ ਤੇ ਦਿੰਦੇ ਸੀ, ਸਾਈਕਲ ਕਿਰਾਏ ਤੇ ਦਿੰਦੇ ਸੀ, ਸਾਰੇ ਬੰਦੇ ਤਬਾਹ ਹੋਏ ਪਏ ਆ। ਪੱਲੇ ਹੀ ਕੱਖ ਨਹੀਂ। ਟੂਰਿਸਟ ਕਿੱਦਾਂ ਜਾਵੇ ਜਦੋਂ ਰੋਜ਼ ਖਬਰਾਂ ਆਉਂਦੀਆਂ ਜੀ ਉੱਥੇ ਚੀਨ ਵਾਲੇ ਟੈਂਕ ਲੈ ਆਏ, ਭਾਰਤ ਵਾਲੇ ਤੋਪਾਂ ਲੈ ਆਏ, ਅੱਧੀ ਅੱਧੀ ਰਾਤ ਤੱਕ ਫਾਈਟਰ ਪਲੇਨ ਜਿਹੜੇ ਆ ਹਵਾ ਦੇ ਵਿੱਚ ਕਲਾਬਾਜ਼ੀਆਂ ਖਾਂਦੇ ਰਹਿੰਦੇ ਆ। ਲੋਕਾਂ ਨੂੰ ਤਾਂ ਜਾਣ ਦੀ ਪਈ ਆ ਤੇ ਟੂਰਿਸਟ ਕਿਹੜਾ ਜਾਊਗਾ? ਇੱਕ ਤਾਂ ਉੱਥੋਂ ਦੇ ਲੋਕ ਬਹੁਤ ਔਖੇ ਆ, ਸਾਡੀਆਂ ਸਰਕਾਰਾਂ ਨੂੰ ਉਹਨਾਂ ਲੋਕਾਂ ਦੀ ਵਿੱਤੀ ਤੌਰ ਤੇ ਥੋੜੀ ਬਹੁਤ ਸਾਰ ਲੈਣੀ ਚਾਹੀਦੀ ਆ। ਦੂਸਰਾ, ਹੁਣ ਭਾਵੇਂ ਵਿਦੇਸ਼ ਮੰਤਰੀ ਵੀ ਚੀਨ ਦੇ ਵਿਦੇਸ਼ ਮੰਤਰੀ ਨੂੰ ਮਿਲਿਆ ਤੇ ਭਾਵੇਂ ਰੱਖਿਆ ਮੰਤਰੀ ਵੀ ਮਿਲਿਆ ਹੈ, ਪਰ ਹਾਲਾਤ ਕੀ ਆ? ਚੀਨ ਦਾ ਜਿਹੜਾ ਸਰਕਾਰੀ ਅਖਬਾਰ ਆ ਗਲੋਬਲ ਟਾਈਮਜ਼, ਉਹ ਕੀ ਲਿਖਦਾ ਹੈ? ਉਹ ਕਹਿੰਦੇ ਭਾਰਤ ਵਾਲਿਆਂ ਨੂੰ ਦੱਸ ਦਿੰਦੇ ਆ, ਉਹ ਪੈਂਗੋਂਗ ਲੇਕ ਤੋਂ ਆਪਣੇ ਬੰਦੇ ਲੈ ਕੇ ਪਿਛਾਂਹ ਚਲੇ ਜਾਓ, ਨਹੀਂ ਤਾਂ ਸਾਰਾ ਸਿਆਲ ਸਾਡੀਆਂ ਫੌਜਾਂ ਉੱਥੇ ਰਹਿਣਗੀਆਂ। ਸਰਕਾਰੀ ਅਖਬਾਰ ਚੀਨ ਦਾ, ਭੰਪੂ ਉਹਨਾਂ ਦਾ ਸਪੀਕਰ ਆ ਸਰਕਾਰ ਦਾ, ਉਹ ਕਹਿੰਦਾ ਕਿ ਭਾਰਤ ਸਾਡੇ ਵਾਲੇ ਪਾਸੇ ਫੌਜਾਂ ਲੈ ਕੇ ਆਇਆ, ਪਰ ਇਹ ਚਲ ਜਵੇ, ਨਹੀਂ ਤਾਂ ਸਾਰਾ ਸਿਆਲ ਉੱਥੇ ਰਵਾਂਗੇ। ਸਾਰਾ ਸਿਆਲ ਦਾ ਮਤਲਬ ਕੀ ਹੈ ਕਿ ਫੌਜਾਂ ਦਾ ਉੱਥੇ ਭਾਰਤ ਦੀਆਂ ਦਾ ਸਿਆਲ ਟਿਕਣਾ ਔਖਾ। ਬਰਫ਼ ਬੜੀ ਪੈਂਦੀ ਹੈ, ਸੜਕਾਂ ਬੰਦ ਹੋ ਜਾਂਦੀਆਂ, ਉਹਨਾਂ ਕੋਲ ਟੈਕਨੀਕ ਹੋਊਗੀ, ਉਹਨਾਂ ਦੇ ਕੋਲੇ ਸਾਧਨ ਹੋਣਗੇ। ਸਾਡੇ ਵਾਲਿਆਂ ਲਈ ਉਹਨਾਂ ਲੱਗਦਾ ਔਖਾ। ਫਿਰ ਉਹ ਕਹਿੰਦੇ ਜੇ ਲੜਾਈ ਲੱਗ ਗਈ ਨਾ, ਭਾਰਤ ਵਾਲਿਆਂ ਨੇ ਦਿਨ ਚਾਰ ਨਹੀਂ ਕੱਢਣੇ, ਹਥਿਆਰ ਸਿੱਟ ਦੇਣੇ ਆ। ਤੇ ਜਦੋਂ ਚੀਨ ਦਾ ਸਰਕਾਰੀ ਮੀਡੀਆ ਇਹ ਕੁਝ ਕਹਿੰਦਾ, ਜਦੋਂ ਦੋ ਮੰਤਰੀਆਂ ਦੀ ਇੱਕ ਹਫ਼ਤੇ 'ਚ ਆਪਸ 'ਚ ਮੁਲਾਕਾਤ ਹੋਣ ਦੇ ਬਾਵਜੂਦ ਵੀ ਅਜੇ ਚੀਨ ਦੀਆਂ ਫੌਜਾਂ ਪਿੱਛੇ ਨਹੀਂ ਹਟੀਆਂ, ਇਹਦਾ ਮਤਲਬ ਹੈ ਕਿ ਮਾਮਲਾ ਥੋੜਾ ਜਿਹਾ ਗੜਬੜ ਜ਼ਰੂਰ ਹੈ। ਨਹੀਂ, ਥੋੜਾ ਜਿਹਾ ਨਹੀਂ, ਇਹ ਪੂਰਾ ਗੜਬੜ ਹੈ। ਕਿਉਂਕਿ ਦੇਖੋ ਨਾ, ਇਹ ਗੱਲਾਂ ਉਦੋਂ ਸਾਹਮਣੇ ਆਉਂਦੀਆਂ ਨੇ ਮੀਡੀਆ ਵਾਲੇ ਪਾਸਿਓਂ ਜਦੋਂ ਇੱਕ ਪਾਸੇ ਇੰਟਰਨੈਸ਼ਨਲ ਲੈਵਲ ਦੇ ਉੱਪਰ ਗੱਲਬਾਤ ਚੱਲਦੀ ਪਈ ਆ, ਉਹ ਵੀ ਇੱਕ ਤੀਸਰੇ ਦੇਸ਼ 'ਚ ਬੈਠ ਕੇ ਚਾਈਨਾ ਤੇ ਅਮਰੀਕਾ ਦੇ ਜਿਹੜੇ ਚਾਈਨਾ ਤੇ ਭਾਰਤ ਦੇ ਜਿਹੜੇ ਕਹਿ ਲਓ ਕਿ ਵਿਦੇਸ਼ ਮੰਤਰੀ ਉਹ ਬੈਠ ਕੇ ਗੱਲ ਕਰਦੇ ਪਏ। ਇਹ ਗੱਲ ਉਦੋਂ ਚੱਲਦੀ ਹੈ ਜਦੋਂ ਜਿਹੜੀ ਉੱਥੋਂ ਦੇ ਮੌਕੇ ਦੇ ਜਨਰਲ ਨੇ, ਜਿਹੜੇ ਮੌਕੇ ਦੇ ਫੌਜੀ ਅਫਸਰ ਨੇ, ਉਹ ਆਪਸ 'ਚ ਬਹਿ ਕੇ ਸਰਹੱਦ ਤੇ ਗੱਲ ਕਰਦੇ ਵੀ ਆਪਾਂ ਹੁਣ ਕਿਵੇਂ ਨਿਬੇੜਨੀਆਂ ਤੇ ਕਿਵੇਂ ਹੁਣ ਆਪਾਂ ਇੱਥੋਂ ਅੱਗੇ ਪਿੱਛੇ ਹੋਣਾ। ਉਦੋਂ ਜਦੋਂ ਇਹੋ ਜਿਹੀਆਂ ਗੱਲਾਂ ਚੱਲਦੀਆਂ ਨੇ ਤੇ ਫਿਰ ਉਹਦੇ ਵੀ ਮਾਇਨੇ ਕਈ ਤਰ੍ਹਾਂ ਦੇ ਕੱਢਣੇ ਚਾਹੀਦੇ ਆ। ਇੱਕ ਇਹਦੇ ਵਿੱਚ ਜਿਹੜਾ ਥਾਟ ਹੈ, ਮੈਂ ਚਾਹੁੰਦਾ ਆਪਾਂ ਉਹ ਵੀ ਵਿਚਾਰ ਲਈਏ। ਉਹ ਥਾਟ ਹੈ ਕਿ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਟਰੰਪ ਸਾਹਿਬ ਨੇ ਵਾਰ-ਵਾਰ ਆਣ ਕੇ ਮੋਦੀ ਸਾਹਿਬ ਨੂੰ ਜੱਫੀ ਪਾਈ ਹੈ ਨਾ ਕਿ ਮੋਦੀ ਸਾਹਿਬ ਇਜ਼ ਮਾਈ ਬੈਸਟ ਫਰੈਂਡ, ਮੋਦੀ ਸਾਹਿਬ ਇਜ਼ ਮਾਈ ਬੈਸਟ ਫਰੈਂਡ, ਉਹ ਵੀ ਕਿਤੇ ਨਾ ਕਿਤੇ ਕਾਰਨ ਹੈਗਾ ਕਿ ਵੀ ਚਾਈਨਾ ਨੂੰ ਇਸ ਚੀਜ਼ ਤੋਂ ਵੀ ਮੁਸ਼ਕਿਲ ਹੈਗੀ ਆ ਵੀ ਅਸੀਂ ਤੁਹਾਡੇ ਗੁਆਂਢ ਬੈਠੇ ਹਾਂ, ਜੱਫੀ ਤੁਸੀਂ ਜਾ ਕੇ ਗੋਰੇ ਨੂੰ ਘੁੱਟ ਕੇ ਪਾਉਣੇ, ਕੀ ਗੱਲ ਬਈ ਏਡਿਆ ਕੀ ਸਕਾ ਉਹ? ਨਹੀਂ, ਇਹ ਤਾਂ ਫਰਕ ਤਾਂ ਪੈਣਾ। ਦੇਖੋ, ਜਾਪਾਨ ਵੀ ਅਮਰੀਕਾ ਦੇ ਨਾਲ ਹੀ ਹੈ, ਆਸਟ੍ਰੇਲੀਆ ਵੀ ਅਮਰੀਕਾ ਦੇ ਨਾਲ ਹੀ ਹੈ। ਹੁਣ ਉਹ ਸਾਰੇ ਮੁਲਕ ਜਦੋਂ ਇਕੱਠੇ ਆ, ਸਾਡੇ ਸਬੰਧ ਆਸਟ੍ਰੇਲੀਆ ਨਾਲ ਵੀ ਵੱਧ ਰਹੇ ਆ, ਸਾਡੇ ਸਬੰਧ ਅਮਰੀਕਾ ਨਾਲ ਵੀ ਵੱਧ ਰਹੇ ਆ। ਚੀਨ ਜਾਪਾਨ ਦਾ ਇੱਟ ਖੜਕਾ ਇੱਕ ਟਾਪੂ ਦੇ ਨਾਂ ਦੇ ਉੱਤੇ ਬਹੁਤਾ ਪੈ ਗਿਆ, ਦੱਖਣ ਚੀਨ ਸਾਗਰ ਦੇ ਵਿੱਚ ਇੱਕ ਦੂਜੇ ਦੇ ਖਿਲਾਫ ਹੋਏ ਖੜੇ ਆ, ਉੱਥੇ ਪੈ ਗਿਆ। ਸਾਡੇ ਜਾਪਾਨ ਨਾਲ ਸਬੰਧ ਵਧੀਆ, ਅਗਲਾ ਤਾਂ ਭਾਈ ਤਿਊੜੀਆਂ ਮੱਥੇ ਤੇ ਪਾਊਗਾ, ਹਾਲਾਂਕਿ ਹੱਕ ਕੋਈ ਨਹੀਂ, ਪਰ ਕਿਉਂਕਿ ਉਹ ਡਾਢੇ ਦਾ ਸਤੀਵੀਂ ਹੀ 100 ਹੁੰਦਾ ਤਕੜੇ ਦਾ। ਅਗਲਾ ਕਹਿੰਦਾ ਮੈਂ ਤਕੜਾ, ਮੇਰੇ ਕੋਲ ਹਥਿਆਰ ਆ, ਮੇਰੇ ਕੋਲ ਫੌਜ ਆ, ਮੇਰੇ ਕੋਲ ਤਕਨੀਕ ਆ, ਤੁਸੀਂ ਭੱਜ ਲਓ ਜਿੱਥੇ ਭੱਜਦੇ ਆ। ਭਾਰਤ ਮਾੜਾ ਨਹੀਂ, ਆਪਾਂ ਇਹ ਨਹੀਂ ਕਹਿੰਦੇ, ਪਰ ਆਪਾਂ ਚੀਨ ਦੀ ਪਾਲਿਸੀ ਦੀ ਗੱਲ ਕਰਦੇ ਹਾਂ। ਹੁਣ ਦੇਖੋ, ਜਾਪਾਨ ਦਾ ਜਿਹੜਾ ਰੱਖਿਆ ਮੰਤਰੀ ਹੈ ਉਹ ਭਾਰਤ ਨੂੰ ਕਹਿੰਦਾ ਜੀ ਆਪਾਂ ਇਕੱਠੇ ਹੋ ਕੇ ਚੱਲੀਏ, ਚੀਨ ਤੁਹਾਡੇ ਵਾਲੇ ਪਾਸੇ ਵੀ ਹਮਲਾਵਰ ਆ, ਸਾਡੇ ਵਾਲੇ ਪਾਸੇ ਵੀ ਹਮਲਾਵਰ ਆ, ਚੀਨ ਦੱਖਣ ਚੀਨ ਸਾਗਰ ਦੇ ਵਿੱਚ ਜੰਗੀ ਬੇੜੇ ਭੇਜੀ ਜਾਂਦਾ, ਸਾਨੂੰ ਖਤਰਾ ਹੈ, ਆਪਾਂ ਚਾਹੁੰਦੇ ਹਾਂ ਕਿ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਮੁਕਾਬਲਾ ਕਰੀਏ। ਹੁਣ ਜਦੋਂ ਚੀਨ ਨੂੰ ਵੀ ਤਾਂ ਇਹ ਸੁਣਦਾ ਨਾ ਜਿਹੜਾ ਸਾਨੂੰ ਸੁਣਦਾ, ਜਦੋਂ ਅਮਰੀਕਾ ਦਾ ਰਾਸ਼ਟਰਪਤੀ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਜੱਫੀਆਂ ਪਾਉਂਦਾ ਤੇ ਅਮਰੀਕਾ ਦਾ ਵਿਦੇਸ਼ ਮੰਤਰੀ ਭਾਰਤ ਦੇ ਵਿਦੇਸ਼ ਮੰਤਰੀ ਦੇ ਨਾਲ ਆਸਟ੍ਰੇਲੀਆ, ਇਜ਼ਰਾਈਲ ਤੇ ਜਾਪਾਨ ਦੇ ਵਿਦੇਸ਼ ਮੰਤਰੀਆਂ ਨਾਲ ਗੱਲਾਂ ਕਰਦਾ ਹੈ ਕਿ ਭਾਈ ਆਪਾਂ ਇਕੱਠੀ ਮੀਟਿੰਗ ਕਰੀਏ, ਚੀਨ ਨੂੰ ਪਰੇ ਰੱਖਦੇ ਹਾਂ, ਅਗਲਾ ਬੰਦਾ ਕਿਤੋਂ ਨਾ ਕਿਤੋਂ ਤਾਂ ਚੁੰਡੀ ਵੱਢੂਗਾ। ਪਰ ਭਾਰਤ ਨੂੰ ਖਿਆਲ ਰੱਖਣਾ ਚਾਹੀਦਾ ਕਿ ਭਾਈ ਚੁੰਡੀ ਵੱਢਦਾ ਕੋਈ ਨਹੀਂ, ਨੀਲ ਨਾ ਪਵੇ। ਨਹੀਂ, ਇਹਦੇ 'ਚ ਨਾ ਇੱਕ ਚੀਜ਼ WhatsApp ਹੋ ਸਕਦਾ, ਆਪਾਂ ਬਹੁਤ ਛੋਟੇ ਬੰਦੇ ਆ, ਮੈਨੂੰ ਲੱਗਦਾ ਵੀ ਆਪਣੀ ਸਮਝਦਾਨੀ ਬੜੀ ਨਿੱਕੀ ਹੈ ਸਾਰੇ ਮਸਲੇ ਨੂੰ ਸਮਝਣ ਦੇ ਲਈ। ਪਰ ਜਿੰਨੀ ਕੁ ਗੱਲ ਇੱਕ ਮੋਟੀ ਜੀ ਮੇਰੀ ਸਮਝ ਆਉਂਦੀ, ਮੈਂ ਚਾਹੁੰਦਾ ਆਪਾਂ ਵਿਚਾਰ ਲਈਏ। ਜੇ ਮੈਂ ਗਲਤ ਹੋਇਆ ਤਾਂ ਮੈਨੂੰ ਦੱਸਿਓ ਕਿ ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਅਮਰੀਕਾ ਦੀ ਤੇ ਚਾਈਨਾ ਦੀ, ਉਹ ਦੋ ਆਰਥਿਕ ਸ਼ਕਤੀਆਂ ਦੀ ਕਹਾਣੀ ਹੈ। ਇੱਕ ਪਾਸੇ ਚਾਈਨਾ ਹੈ, ਉਹਨੇ ਕਿਹਾ ਕਿ ਵੀ ਭਾਈ ਸਾਹਿਬ ਆ ਦੇਖੋ ਦੁਨੀਆ ਦੀ ਕਿਹੜੀ ਸੂਈ ਤੋਂ ਲੈ ਕੇ ਜਹਾਜ਼ ਤੱਕ ਦੀ ਚੀਜ਼ ਆ ਜਿਹੜੀ ਅਸੀਂ ਨਹੀਂ ਬਣਾ ਸਕਦੇ। ਅਮਰੀਕਾ ਆਲਰੇਡੀ ਇਸ ਚੀਜ਼ ਦੇ ਵਿੱਚ ਪਰਪੱਕ ਸੀਗਾ, ਨਿਪੁੰਨ ਸੀਗਾ, ਉਹ ਕਹਿੰਦੇ ਵੀ ਸਾਡੇ ਕੋਲੇ ਵੀ ਸਾਰਾ ਕੁਝ ਹੈਗਾ, ਅਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ। ਹੁਣ ਇੱਕ ਪਾਸੇ ਤਾਂ ਗਲੋਬਲ ਮੰਡੀ ਜਿਹੜੀ ਹੈ ਉਹਦੇ ਤੇ ਕੰਟਰੋਲ ਦੀ ਕਹਾਣੀ ਹੈ। ਅਮਰੀਕਾ ਨੂੰ ਇਹ ਲੱਗਦਾ ਵੀ ਸਾਡੇ ਵਾਲਾ ਮਾਲ ਵੇਚ ਕੇ, ਚਾਈਨਾ ਨੂੰ ਇਹ ਲੱਗਦਾ ਵੀ ਜੇ ਅਸੀਂ ਬਾਕੀ ਥਾਵਾਂ ਤੇ ਵੇਚਦੇ ਹਾਂ ਤੇ ਅਸੀਂ ਕਿਉਂ ਵੇਚਣ ਨੂੰ ਹਟ ਜਾਈਏ। ਆਪਾਂ ਨੂੰ ਇਹ ਵੀ ਪਤਾ ਹੈ ਕਿ ਪਿਛਲੇ ਸਮੇਂ 'ਚ ਦੋਨਾਂ ਨੇ ਇੱਕ ਦੂਸਰੇ ਦੇ ਉੱਪਰ ਕਿਵੇਂ ਟੈਕਸ ਦੀ ਜੰਗ ਛੇੜੀ ਸੀਗੀ, ਫਲਾਣੇ ਨੇ ਫਲਾਣੇ ਦਾ ਮਾਲ ਰੋਕਣਾ, ਢੀਂਗੜੇ ਨੇ ਢੀਂਗੜੇ ਦਾ ਮਾਲ ਰੋਕਣਾ। ਇਹ ਤਾਂ ਆਪਾਂ ਜੇ ਪਿੰਡ ਦੇ ਹਿਸਾਬ ਨਾਲ ਸਮਝੀਏ ਤੇ ਦੋ ਵੱਡੇ ਘਰ ਨੇ ਜਿਨ੍ਹਾਂ ਕੋਲੇ ਮੋਟੀ ਮਾਇਆ, ਮੋਟੀ ਜ਼ਮੀਨ ਹੈ, ਉਹਨਾਂ ਦੀ ਵੱਟ ਦਾ ਰੌਲਾ ਹੈ ਵੀ ਲੈ ਵੀ ਫਲਾਣੇ ਥਾਂ ਤੋਂ ਰਾਹ ਤੂੰ ਕੱਢੇਗਾ ਕਿ ਜਾਂ ਨਹੀਂ ਕੱਢੇਗਾ। ਉਹਦੇ ਵਿੱਚ ਜੇ ਕਿਸੇ ਦੀ ਮੰਨ ਲਓ ਕਨਾਲ ਲੱਗਦੀ ਹੈ ਮੇਰੇ ਰਗੇ ਦੀ, ਜਾਂ ਦੂਸਰੇ ਪਾਸੇ ਜੇ ਕਿਸੇ ਦੀ ਕੋਈ 4 ਕਨਾਲਾਂ ਲੱਗਦੀ ਹੈ, ਉਹ ਆਪਸ ਦੇ ਵਿੱਚ ਕਈਆਂ ਫੜ ਕੇ ਆਖੀ ਜਾਣ ਆਪਾਂ ਫਿਰ ਤੈਨੂੰ ਦੇਖ ਲਾਂਗੇ, ਵੇਖੀ ਵੇ ਕਿੱਦਾਂ ਤੇਰੇ ਵੱਟ ਕੱਢਦੇ ਆ।
ਇਹ ਤੁਹਾਨੂੰ ਨਹੀਂ ਲੱਗਦਾ ਵੀ ਐਵੇਂ ਨਜਾਇਜ਼ ਲੜਾਈ 'ਚ ਫਸਣ ਵਾਲੀ ਗੱਲ ਹੈ? ਕਿਉਂਕਿ ਇੱਕ ਪਾਸੇ ਜੇ ਮੈਂ ਭਾਰਤ ਦੀ ਗੱਲ ਕਰਾਂ ਜੀ ਤਾਂ ਕਿਹੜੀ ਚੀਜ਼ ਹੈ ਜਿਹਦੇ ਵਿੱਚ ਚਾਈਨਾ ਜਿਹੜਾ ਹੈ ਉਹ ਆਰਥਿਕ ਤੌਰ ਤੇ ਦਖਲ ਨਹੀਂ ਦਿੰਦਾ? ਹੁਣ ਤਾਂ ਬੈਂਕਾਂ ਦੇ ਵੀ ਬਹੁਤ, ਦੋ ਵੱਡੀਆਂ ਬੈਂਕਾਂ ਨੇ ਪ੍ਰਾਈਵੇਟ, ਉਹਦੇ ਵਿੱਚ ਵੀ ਅਗਲਾ ਸ਼ੇਅਰ ਖਰੀਦ ਕੇ ਗਾਂਹ ਗਿਆ। ਤੇ ਇਸ ਤੋਂ ਇਲਾਵਾ ਜਿਹੜੇ ਕੰਮ, ਜਿਹੜੇ ਕਾਰੋਬਾਰ, ਜਿਹੜੀਆਂ ਵੱਡੀਆਂ ਫੈਕਟਰੀਆਂ, ਇੰਡਸਟਰੀਆਂ ਉਹਦੀਆਂ ਇੱਥੇ ਚੱਲਦੀਆਂ ਨੇ, ਖਿਡੌਣਿਆਂ ਤੋਂ ਲੈ ਕੇ ਤੇ ਆਪਾਂ ਦਵਾਈਆਂ ਤੇ ਹੋਰ ਜਿਹੜੀਆਂ ਚੀਜ਼ਾਂ ਤੱਕ ਦੇਖ ਲੈਂਦੇ ਹਾਂ, ਇਹ ਸਾਰਾ ਕੁਝ ਭਾਰਤ ਸਰਕਾਰ ਨੂੰ ਨਹੀਂ ਦੀਦਾ ਹੋਊਗਾ ਕਿ ਗਵਾਂਢ ਜਿਹੜਾ ਹੈ ਉਹਦੇ ਵਿੱਚ ਅਗਲਾ ਬੰਦਾ, ਅਗਲਾ ਜਿਹੜਾ ਦੇਸ਼ ਹੈ ਉਹਦੀ ਸਾਨੂੰ ਕਿੰਨੀ ਲੋੜ ਜ਼ਰੂਰਤ ਹੈ ਜਾਂ ਕਿੰਨਾ ਉਹ ਵੜ ਚੁੱਕਾ, ਭਾਵੇਂ ਕਿਸੇ ਤਰੀਕੇ ਨਾਲ ਵੜ ਗਿਆ। ਤੇ ਦੂਜੇ ਪਾਸੇ ਆਪਾਂ ਇੱਕ ਹੋਰ ਜਿਹੜੀ ਜੰਗ ਉਹ ਅਮਰੀਕਾ ਵਾਲੇ ਪਾਸੇ ਪਈ ਹੈ, ਟ੍ਰੇਡ ਵਾਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹਦਾ ਕਰਕੇ ਇੱਕ ਦੂਜੇ ਨੂੰ ਝਈਆਂ ਲੈ ਪਈਆਂ ਨੇ। ਤੁਹਾਨੂੰ ਥੋੜ੍ਹੀ ਬਹੁਤ ਸਮਝ ਆਈ? ਮੈਂ ਸਮਝਾ ਸਕਿਆ ਗੱਲ ਕਿ ਨਹੀਂ? ਨਹੀਂ, ਪੂਰੀ ਸਮਝਾਤੀ ਤੁਸੀਂ। ਇਹਦੇ ਵਿੱਚ ਹੁਣ ਕੋਈ ਬਾਕੀ ਛੱਡਿਆ ਨਹੀਂ। ਦੇਖੋ ਜਿਹੜਾ 2 ਕਨਾਲਾਂ ਜ਼ਮੀਨ ਵਾਲਾ ਟੋਟਾ ਨਾ ਜਿਹਦਾ ਵਿੱਚ, ਜੇ ਤਾਂ ਗੁਆਂਢੀ ਬੰਨਾ ਵੱਢ ਕੇ ਅੱਗੇ ਨੂੰ ਆਈ ਜਾਂਦਾ ਤੇ ਉਹਨੂੰ ਮਾੜੀ ਮੋਟੀ ਚਿੰਤਾ ਹੋਣੀ ਹੈ, ਪਰ ਨਾਲ ਉਹਨੂੰ ਚੇਤਾ ਇਹ ਵੀ ਰੱਖਣਾ ਪੈਣਾ ਕਿ ਭਾਈ ਜਦੋਂ ਵਾਹੁਣਾ ਹੁੰਦਾ ਖੇਤ ਤਾਂ ਟਰੈਕਟਰ ਵੀ ਮੰਗਣਾ ਪੈਂਦਾ। ਉਹਨੂੰ ਇਹ ਵੀ ਚੇਤਾ ਰੱਖਣਾ ਚਾਹੀਦਾ ਕਿ ਭਾਈ ਬੋਰ ਹੈ ਨਹੀਂਗਾ, ਜੇ ਬੋਰ ਹੈਗਾ ਤਾਂ ਬੋਰ ਕਰਾਉਣ ਵਾਲਾ ਪਾਣੀ ਛੱਡ ਗਈ ਆ ਮੋਟਰ, ਸਾਨੂੰ ਕਿਤੇ ਨਾ ਕਿਤੇ ਪੈਪ ਪਾ ਕੇ ਪਾਣੀ ਵੀ ਉਧਰਲੇ ਪਾਸਿਓਂ ਲੈਣਾ ਪੈਣਾ। ਬਹੁਤ ਖਿਆਲ ਰੱਖ ਕੇ ਚੱਲਣ ਦੀ ਲੋੜ ਹੈ। ਜਿਹੜੀ ਤੁਸੀਂ ਵਪਾਰ ਦੀ ਗੱਲ ਕੀਤੀ ਕਿ ਚੀਨ ਵੀ ਆਤਮ ਨਿਰਭਰ ਬਹੁਤੀਆਂ ਮਸਲਿਆਂ 'ਚ, US ਵੀ ਆਤਮ ਨਿਰਭਰ ਬਹੁਤੇ ਮਸਲਿਆਂ 'ਚ, ਸਾਨੂੰ ਅਜੇ ਦੂਸਰਿਆਂ ਦੇ ਮੂੰਹ ਵੱਲ ਦੇਖਣਾ ਪੈਂਦਾ। ਕੋਈ ਬੰਦਾ ਇਹਦੇ ਨਾਲ ਸਹਿਮਤ ਨਾ ਹੋਵੇ, ਹੋ ਸਕਦਾ ਸਾਡੇ ਦਰਸ਼ਕਾਂ ਦੇ ਵਿੱਚੋਂ ਵੀ ਕਈ ਬੰਦੇ ਇਹ ਟਿੱਪਣੀਆਂ ਲਿਖਣ, ਨਾ ਬਈ ਭਾਰਤ ਹੁਣ ਬਾਹਰ ਟਰਗਾ ਨਹੀਂ ਹੈ, ਨਹੀਂ ਬਾਹਰ ਟਰਗਾ, ਬਹੁਤ ਤਰੱਕੀ ਕੀਤੀ ਆਪਾਂ, ਬਹੁਤ ਮੁੱਦਿਆਂ ਤੇ ਆਤਮ ਨਿਰਭਰ ਹੋ ਗਿਆ। ਪਰ ਇੱਕ ਛੋਟੀ ਜਿਹੀ ਉਦਾਹਰਣ ਹੈ, ਤੁਹਾਡੀ ਗੱਲ ਨੂੰ ਹੀ ਇਹ ਥਾਪੜਾ ਦੇਣ ਵਾਲੀ ਹੈ ਕਿ ਭਾਰਤ ਅਜੇ ਕਿਹਨਾਂ ਖੇਤਰਾਂ 'ਚ ਅੱਗੇ ਵਧੇ, ਕਿਉਂਕਿ ਅਸੀਂ ਇਕੱਲੇ ਜਹਾਜ਼ ਨਹੀਂ ਖਰੀਦਣੇ ਜੰਗ ਲਈ, ਸਾਨੂੰ ਬਹੁਤ ਸਾਰੇ ਮਸਲਿਆਂ ਦੇ ਉੱਤੇ ਪੈਰਾਂ ਤੇ ਖੜਨਾ ਪਊਗਾ। ਕਰੋਨਾ ਆਇਆ, 3-4 ਚੀਜ਼ਾਂ ਦੀ ਮੰਗ ਵਧੀ, ਵੈਂਟੀਲੇਟਰ ਦੀ, ਸਕੈਨਿੰਗ ਮਸ਼ੀਨਾਂ ਦੀ, ਐਕਸ-ਰੇ ਮਸ਼ੀਨਾਂ ਦੀ, ਜਾਣੀ ਕਿ ਮੈਡੀਕਲ ਖੇਤਰ ਦੇ ਵਿੱਚ ਜਿਹੜੇ ਯੰਤਰ ਵਰਤੇ ਜਾਂਦੇ ਆ, ਜਿਹੜੀਆਂ ਮਸ਼ੀਨਾਂ, ਤੇ ਜਿਹੜਾ ਅੰਕੜਾ ਸਾਹਮਣੇ ਆਇਆ ਜਦੋਂ ਅਸੀਂ ਕਹਿੰਦੇ ਆ ਕਿ ਅਸੀਂ ਆਤਮ ਨਿਰਭਰ ਭਾਰਤ ਬਣਾਉਣਾ ਹੈ, ਸਾਡੀਆਂ ਸਰਕਾਰਾਂ ਰੌਲਾ ਪਾਉਂਦੀਆਂ 80% ਮੈਡੀਕਲ ਯੰਤਰ ਅਸੀਂ ਵਿਦੇਸ਼ੋਂ ਮੰਗਾਉਂਦੇ ਆ, ਸਿਰਫ 20% ਜਿਹੜੇ ਮੈਡੀਕਲ ਯੰਤਰ ਆ ਨਾ, ਜਿਹੜੇ ਹਸਪਤਾਲਾਂ 'ਚ ਵੈਂਟੀਲੇਟਰ ਲੱਗੇ ਆ, ਸਕੈਨਿੰਗ ਮਸ਼ੀਨਾਂ ਲੱਗੀਆਂ, ਐਕਸ-ਰੇ ਮਸ਼ੀਨਾਂ ਲੱਗੀਆਂ ਤੇ ਹੋਰ ਉਰਾਪਰਾ, ਸਿਰਫ 20% ਭਾਰਤ 'ਚ ਬਣਦਾ। ਅੱਜ ਸਪਲਾਈ ਰੁਕ ਜਾਏ, ਔਖੇ ਹੋ ਜਾਈਏ, ਮੈਂ ਨਹੀਂ ਕਹਿੰਦਾ ਸਾਰੇ ਚੀਨ ਤੋਂ ਖਰੀਦਦੇ ਆ, ਪਰ ਹੁਣ ਹੋਰ ਦੇਖੋ ਕਮਾਲ ਦੀ ਗੱਲ, ਜਦੋਂ ਪੁੱਛਿਆ ਗਿਆ ਜਿਹੜੇ ਇੱਥੇ ਬਣਾਉਂਦੇ ਆ ਕਿ ਭਾਈ ਤੁਹਾਡਾ ਕਿਉਂ ਨਹੀਂ ਵਿਕਦਾ, ਸਰਕਾਰਾਂ ਤਾਂ ਕਹਿੰਦੀਆਂ ਸਭ ਕੁਝ ਇੱਥੇ ਬਣਾਓ, ਉਹ ਕਹਿੰਦੇ ਜੀ ਪਹਿਲੀ ਗੱਲ, ਜਦੋਂ ਸਰਕਾਰੀ ਹਸਪਤਾਲਾਂ ਲਈ ਕੁਝ ਖਰੀਦਣਾ ਹੁੰਦਾ, ਕਿਉਂਕਿ ਖੁੱਲੀ ਮੰਡੀ ਆ ਦੁਨੀਆ ਦੀ, ਅਗਲੇ ਟੈਂਡਰ ਮੰਗਦੇ ਆ ਕਿ ਸਾਨੂੰ ਸਰਕਾਰੀ ਹਸਪਤਾਲਾਂ ਦੇ ਲਈ 200 ਵੈਂਟੀਲੇਟਰ ਚਾਹੀਦਾ, ਮੰਨ ਲਓ, ਉਹ ਕਹਿੰਦੇ ਅਸੀਂ ਭਾਰਤ 'ਚ ਬਣਾਉਂਦੇ ਆ, ਇੱਥੇ ਕਈ ਤਰ੍ਹਾਂ ਦੀਆਂ ਦਿੱਕਤਾਂ, ਅਸੀਂ ਕਹਿੰਦੇ ਆ ਕਿ ਲੱਖ ਰੁਪਏ ਦਾ ਵੈਂਟੀਲੇਟਰ, ਚੀਨ ਵਾਲੇ ਕਹਿੰਦੇ ਸਾਡਾ 40,000 ਦਾ ਵੀ, ਸਾਰਾ ਟੈਂਡਰ ਕਹਿੰਦੇ ਉਧਰਲੇ ਪਾਸੇ ਨੂੰ ਚਲੇ ਜਾਂਦਾ। ਵਿਦੇਸ਼ੀ ਕੰਪਨੀਆਂ ਕਿਉਂਕਿ ਵੱਡੇ ਪੱਧਰ ਤੇ ਉਹਦਾ ਉਤਪਾਦਨ ਕਰਦੀਆਂ, ਪ੍ਰੋਡਕਸ਼ਨ ਕਰਦੀਆਂ, ਸਰਕਾਰੀ ਹਸਪਤਾਲਾਂ ਦੇ ਲਈ ਕਹਿੰਦੇ ਬਹੁਤਾ ਸਮਾਨ ਜਿਹੜਾ ਉਹ ਸਸਤੇ ਦੇ ਚੱਕਰ ਦੇ ਵਿੱਚ ਹੀ ਦੇਸ਼ ਦਾ ਨਹੀਂ ਖਰੀਦਦੇ, ਵਿਦੇਸ਼ ਦਾ ਖਰੀਦ ਲੈਂਦੇ ਆ। ਦੂਸਰੀ ਗੱਲ, ਉਹ ਕਹਿੰਦੇ ਜਿਹੜੇ ਪ੍ਰਾਈਵੇਟ ਹਸਪਤਾਲ 'ਚ ਉੱਥੇ ਉਹ ਸਾਡਾ ਨਹੀਂ ਖਰੀਦਦੇ, ਇਸ ਕਰਕੇ ਸਾਡਾ ਨਹੀਂ ਖਰੀਦਦੇ ਕਿਉਂਕਿ ਕੰਪਨੀਆਂ MRP 4-4 ਗੁਣਾ ਵੱਧ ਲਿਖਦੀਆਂ, ਤੇ ਉਹ ਜਿਹੜੇ ਹਸਪਤਾਲਾਂ ਦੇ ਜਿਹੜੇ ਵਿੱਚ ਕੰਮ ਕਰਨ ਵਾਲੇ ਬੰਦੇ ਹੁੰਦੇ ਉਹਨਾਂ ਨੂੰ 4 ਰੁਪਏ ਬਣ ਜਾਂਦੇ, ਉਹ ਵੀ ਕਹਿੰਦੇ ਅਸੀਂ ਇੰਡੀਆ ਦਾ ਸਮਾਨ ਕਿਉਂ ਖਰੀਦੀਏ, ਪੈਸੇ ਤਾਂ ਸਾਨੂੰ ਉਧਰਲੇ ਪਾਸੇ ਬਣਦੇ, ਵਿੱਚੋਂ ਖਾਣ ਨੂੰ ਲੱਭਦਾ, ਅਸੀਂ ਕਹਿੰਦੇ ਫੇਰ ਰਹਿ ਜਾਂਦੇ ਆ। ਕਈ ਉਹ ਕਹਿੰਦੇ ਕਿ ਮੈਡੀਕਲ ਯੰਤਰ ਇਦਾਂ ਦੇ ਜਿਨ੍ਹਾਂ ਦੇ ਉੱਤੇ ਟੈਕਸ ਹੀ ਕੋਈ ਨਹੀਂ, ਕਿ ਜੇ ਟੈਕਸ ਲਾਉਣ ਤਾਂ ਬਾਹਰੋਂ ਨਾ ਆਵੇ। ਹੁਣ ਇੱਕ ਗੱਲ ਜਿਹੜੀ ਕਮਾਲ ਦੀ ਉਹਨਾਂ ਨੇ ਹੋਰ ਦੱਸੀ, ਉਹ ਕਹਿੰਦੇ ਜੇ ਚੰਗੇ ਤਰੀਕੇ ਸਾਰਾ ਕੁਝ ਭਾਰਤ 'ਚ ਬਣੇ ਤਾਂ ਜਿਹੜਾ ਲੋਕਾਂ ਨੂੰ ਲੱਖ ਰੁਪਏ ਦਾ ਇਲਾਜ ਮਿਲਦਾ 40,000 ਦਾ ਮਿਲੂਗਾ, ਅਸੀਂ ਇੰਨਾ ਸਸਤਾ ਬਣਾ ਸਕਦੇ ਹਾਂ, ਪਰ ਸਰਕਾਰ ਧਿਆਨ ਹੀ ਨਹੀਂ ਦਿੰਦੀ। ਠੀਕ ਹੈ, ਬਾਰਡਰ ਤੇ ਫੌਜੀ ਵੀ ਚਾਹੀਦੇ ਆ, ਸਾਨੂੰ ਹਥਿਆਰ ਵੀ ਚਾਹੀਦੇ ਆ, ਅਸੀਂ ਮੁਕਾਬਲਾ ਵੀ ਕਰਨਾ ਹੈ, ਪਰ ਦੂਸਰੇ ਪਾਸੇ ਇਹ ਨਹੀਂ ਕਿ ਪਿੱਛੇ ਆਪਾਂ ਕੁਮਕ ਨਹੀਂ ਪਹੁੰਚਾਉਣੀ, ਇਹ ਨਹੀਂ ਕਿ ਪਿੱਛੇ ਆਪਾਂ ਉਹਨਾਂ ਨੂੰ ਹੋਰ ਚੀਜ਼ਾਂ ਦੀ ਸਹਾਇਤਾ ਨਹੀਂ ਪਹੁੰਚਾਉਣੀ। ਉੱਥੇ ਡਾਕਟਰ ਦੀ ਲੋੜ ਹੈ, ਉੱਥੇ ਸਟ੍ਰੈਚਰ ਦੀ ਵੀ ਲੋੜ ਹੈ, ਉੱਥੇ ਵੈਂਟੀਲੇਟਰ ਦੀ ਵੀ ਲੋੜ ਹੈ, ਆਪ ਬਣਾਈਏ। ਇਹੀ ਤਾਂ ਗੱਲ ਹੈ ਬਾਟ ਸਾਹਿਬ, ਇਹਦਾ ਮਤਲਬ ਕਿ ਆਪਾਂ ਲਗਭਗ ਇੱਕ ਚੀਜ਼ ਵਾਲੇ ਪਾਸੇ ਤਾਂ ਸਹੀ ਤੁਰ ਪਏ ਕਿ ਵੀ ਠੀਕ ਹੈ, ਦੇਸ਼ ਆਪਣਾ ਬਹੁਤ ਤਰੱਕੀ ਕਰ ਗਿਆ, ਪਹਿਲਾਂ ਵਾਲਾ ਭਾਰਤ ਨਹੀਂ ਰਿਹਾ। ਪਰ ਜਦੋਂ ਆਪਾਂ ਆਂਢ ਗੁਆਂਢ ਦੇ ਹਿਸਾਬ ਨਾਲ ਦੇਖਦੇ ਹਾਂ ਤੇ ਆਂਢ ਗੁਆਂਢ ਦੇ ਵਿੱਚ ਉਹਨਾਂ ਮੁਲਕਾਂ ਦੇ ਵਿੱਚ ਠੀਕ ਹੈ ਭ੍ਰਿਸ਼ਟਾਚਾਰ ਹੋਏਗਾ, ਅੰਦਰੂਨੀ ਲੈਵਲ ਤੇ ਹੋਏਗਾ, ਧੱਕਾ ਕਰਦੇ ਹੋਣਗੇ, ਅੰਦਰੂਨੀ ਲੈਵਲ ਤੇ ਕਰਦੇ ਹੋਣਗੇ, ਪਰ ਜਦੋਂ ਇੱਕ ਗਲੋਬਲ ਸ਼ਕਤੀ ਦੇ ਤੌਰ ਤੇ ਦੇਖਦੇ ਹਾਂ ਜਾਂ ਉਹਨਾਂ ਦੀ ਜਿਹੜੀ ਬਾਹਰੀ ਤਾਕਤ ਜਿਹੜੀ ਕਿ ਲੋਕਾਂ ਨੂੰ ਵਿਖਾਉਣ ਲਈ ਉਹਦੀ ਗੱਲ ਕਰਦੇ ਹਾਂ, ਤਾਂ ਉਹਦੇ ਵਿੱਚ ਉਹ ਲੋਕ ਬਹੁਤ ਤਕੜੇ ਨੇ। ਆਪਾਂ ਨੂੰ ਇਹ ਗੱਲ ਮੰਨਣ ਦੇ ਵਿੱਚ ਮੇਰੇ ਖਿਆਲ ਨਾਲ ਹਿਚਕਚਾਹਟ ਨਹੀਂ ਹੋਣੀ ਚਾਹੀਦੀ। ਪਰ ਜਦੋਂ ਆਪਾਂ ਅੰਦਰ ਆਪਣੇ ਭਾਰਤ ਦੇਸ਼ ਮਹਾਨ 'ਚ ਨਜ਼ਰ ਮਾਰਦੇ ਹਾਂ ਤਾਂ ਇੱਥੇ ਲੀਡਰ ਸਾਹਿਬ ਜਿਹੜੇ ਨੇ ਉਹਨਾਂ ਨੂੰ ਇਹ ਹੁੰਦਾ ਵੀ ਫਲਾਣੇ ਨੂੰ ਆਟਾ ਦਾਲ ਦੇ ਦਿਓ, ਢੀਂਡ ਨੂੰ ਫਲਾਨੀ ਸਕੀਮ ਦੇ ਦਿਓ, ਅੱਛਾ ਯਾਰ ਵੋਟਾਂ ਲੈਣੀਆਂ ਆਹ ਵੀ ਸਕੀਮ ਦੇ ਦਿਓ। ਜੇ ਤਾਂ ਸਕੀਮਾਂ ਹੀ ਲਾਉਣੀਆਂ ਉਹ ਵੀ ਆਪਣੇ ਹੀ ਲੋਕਾਂ ਤੇ 5 ਸਾਲ ਦੀ ਗੱਦੀ ਹਾਸਲ ਕਰਨ ਲਈ, ਤੇ ਫਿਰ ਆਪਾਂ ਇਹ ਭੁੱਲ ਜਾਈਏ ਕਿ ਜਿਹੜੇ ਆਪਾਂ WTO ਦੇ ਨਾਲ ਸਮਝੌਤੇ ਕਰ ਕਰਕੇ ਤੇ ਭਾਵੇਂ ਕਣਕ ਝੋਨੇ ਵਾਲਾ ਮਸਲਾ ਮਿੱਟੀ ਕਰਤਾ,
ਭਾਵੇਂ ਆ ਗਲੋਬਲੀ ਚੀਜ਼ਾਂ ਖਰੀਦਣ ਵਾਲਾ ਮਸਲਾ ਮਿੱਟੀ ਕਰਤਾ, ਜਾਂ ਜਿਹੜੀਆਂ ਭਾਰਤ ਦੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਕੰਪਨੀਆਂ ਦੇ ਵਿੱਚ ਜਿਹੜੀ ਫੋਰਨ ਡਾਇਰੈਕਟ ਇਨਵੈਸਟਮੈਂਟ ਆਪਾਂ ਵਧਾਉਣੀ ਸ਼ੁਰੂ ਕਰਤੀ ਵੀ ਬਾਹਰਲੀ ਕੋਈ ਕੰਪਨੀ ਆਵੇ ਫਲਾਨਾ ਕਾਰੋਬਾਰ ਕਰਨਾ, ਚੱਕੋ ਵੀ ਛੁੱਟੀ ਤੁਹਾਨੂੰ ਖੁੱਲ੍ਹ ਕਰ ਲਓ। ਫਿਰ ਇਹ ਸਾਰੀਆਂ ਚੀਜ਼ਾਂ ਨੂੰ ਇੱਕ ਛੱਜ 'ਚ ਪਾ ਕੇ ਛੱਡਣ ਦੀ ਲੋੜ ਹੈ। ਫਿਰ ਆਪਾਂ ਨੂੰ ਪਤਾ ਲੱਗੂ ਕਿ ਦਾਣੇ ਬਾਹਰ ਡਿੱਗਦੇ ਆ ਜਾਂ ਜਿਹੜੇ ਫੱਕ ਆਪਾਂ ਬਾਹਰ ਸੁੱਟਦੇ ਆ ਉਹ ਬਾਹਰ ਡਿੱਗਦੀ ਹੈ। ਕਿਉਂਕਿ ਜਦੋਂ ਦੋ ਅਲੱਗ-ਅਲੱਗ ਛੱਜਾਂ ਦੇ ਹਿਸਾਬ ਨਾਲ ਕੰਮ ਚੱਲਦਾ ਨਾ, ਵੀ ਬਾਹਰ ਵਿਖਾਉਣ ਲਈ ਆਪਾਂ ਦੰਦ ਹੋਰ ਬਣਾਈ ਬੈਠੇ ਆ, ਅੰਦਰਲੇ ਲੋਕਾਂ ਦੇ ਹਿਸਾਬ ਨਾਲ ਗੱਲ ਹੋਰ ਕਰਦੇ ਆ, ਉੱਥੇ ਜਾ ਕੇ ਜਿਹੜਾ ਮਿਸਮੈਚ ਹੁੰਦਾ, ਮੇਰੇ ਖਿਆਲ ਨਾਲ ਇਹਨੂੰ ਬਾਹਰਲੇ ਲੋਕ ਬੜੇ ਵਧੀਆ ਤਰੀਕੇ ਨਾਲ ਵਾਚ ਕਰਦੇ ਆ ਵੀ ਮੁਲਕ ਜਿਹੜਾ ਉਹਦੀਆਂ ਪਾਲਿਸੀਆਂ ਕੀ ਨੇ ਅਤੇ ਕਿਹੜਾ ਲੀਡਰ ਕਿੱਥੋਂ ਕਿਵੇਂ ਆਪਾਂ ਠੇਬੀ ਲਾ ਕੇ ਸੁੱਟ ਕੇ 4 ਪੈਸੇ ਦੇ ਕੇ ਆਪਣੀ ਪਾਲਿਸੀ ਸੈੱਟ ਕਰਾ ਲੈਣੀ, ਤਾਂ ਜੋ ਜਿਹੜੀ ਭਾਰਤ ਦੀ ਇਹ ਵੱਡੀ ਸਾਰੀ ਮੰਡੀ ਹੈ, ਆਪਾਂ ਇਹ ਸਮਝੀਏ ਕਿ ਚਾਈਨਾ ਦੇ ਲਗਭਗ ਬਰਾਬਰ ਦੀ ਆਬਾਦੀ ਇਸ ਵਕਤ ਇੰਡੀਆ ਰੱਖਦਾ, ਉਸ ਵੱਡੀ ਆਬਾਦੀ ਉਸ ਮੰਡੀ 'ਤੇ ਦੁਨੀਆ ਭਰ ਦੇ ਵਪਾਰੀਆਂ ਦੀ ਅੱਖ ਹੈ। ਅਤੇ ਫਿਰ ਜਦੋਂ ਆਪਣੇ ਹਿਸਾਬ ਨਾਲ ਵਪਾਰ ਨੂੰ ਚਲਾਉਣ ਵਾਲੇ ਪਾਸੇ ਤੁਰ ਪੈਂਦੇ ਆ, ਉੱਥੇ ਕਿਵੇਂ ਬ੍ਰੇਕਾਂ ਲਾਉਣੀਆਂ ਨੇ ਕਿ ਵੀ ਸਾਡੇ ਲੋਕਾਂ ਦੇ ਜਿਹੜੇ ਹੱਕ ਨੇ ਉਹ ਸੁਰੱਖਿਅਤ ਰਹਿਣ। ਮੇਰੇ ਖਿਆਲ ਨਾਲ ਇਹਦੇ 'ਤੇ ਵੀ ਕੰਮ ਕਰਨ ਦੀ ਲੋੜ ਹੈ, ਬਜਾਏ ਦੇ ਕੇ ਵੀ ਆਪਾਂ ਇੱਕ ਬਿਆਨ ਦੇ ਕੇ ਤੇ ਦੇਖ ਲਿਓ ਠੋਕ ਦਿਆਂਗੇ ਜਹਾਜ਼ ਲੈ ਲਿਆ, ਦੇਖ ਲਿਓ ਠੋਕ ਦਿਆਂਗੇ ਟੈਂਕ ਲੈ ਲਿਆ, ਉਹਦਾ ਤਾਂ ਕੋਈ ਫਾਇਦਾ ਹੀ ਨਹੀਂ। ਦੇਖੋ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਅਸੀਂ ਕਰਦੇ ਕੀ ਆ ਨਾ, ਸਾਨੂੰ ਚਲਾਉਣ ਵਾਲੇ ਲੋਕਾਂ ਦੀ ਸੋਚ ਕੀ ਹੈ, ਜਿਹੜੇ ਸਾਡੇ ਲੀਡਰ ਨੇ, ਜਿਹੜੇ ਸੱਤਾਧਾਰੀ ਆ। ਸਾਈਕਲ ਹੁੰਦਾ ਇੱਕ ਸੰਧਾਲੀਆ ਸਾਹਿਬ, ਸਾਈਕਲ ਨੂੰ ਸੜਕ 'ਤੇ ਚਲਾਉਣ ਦੇ ਲਈ ਪੈਡਲ ਵੀ ਮਾਰਨੇ ਪੈਣੇ ਆ, ਹੈਂਡਲ ਵੀ ਸਿੱਧਾ ਰੱਖਣਾ ਪੈਣਾ, ਇਹ ਵੀ ਦੇਖਣਾ ਕਿ ਸੜਕ 'ਤੇ ਜਾਵੇ, ਟਾਇਰਾਂ ਦੇ ਵਿੱਚ ਹਵਾ ਹੈਗੀ ਆ, ਠੀਕ ਹੈ, ਸਾਰਾ ਕੁਝ ਉਹ ਵੀ ਦੇਖਣਾ ਪੈਣਾ, ਕੁੱਤੇ ਤਾਂ ਨਹੀਂ ਫੇਲ, ਗਰੀਸ ਹੋਈ ਉਹ ਆ, ਸਾਰਾ ਕੁਝ ਦੇਖਣਾ ਪਊਗਾ, ਚੇਨ ਤਾਂ ਨਹੀਂ ਉੱਤਰਦੀ, ਘਸਾਉਣੀ ਆ ਤਾਂ। ਪਰ ਜੇ ਸਾਡਾ ਧਿਆਨ ਕੇਵਲ ਇਹੀ ਗੱਲ, ਉਹ ਘੰਟੀ ਬੜੀ ਵਧੀਆ ਵੱਜਦੀ ਵੀ ਘੰਟੀ ਮਾਰੀ ਜਾਓ ਖੜੇ ਦੇ, ਸਾਈਕਲ ਤਾਂ ਨਹੀਂ ਤੁਰਨਾ, ਕਿੱਥੇ ਪਹੁੰਚਣਾ ਤਾਂ ਨਹੀਂਗਾ। ਮੈਨੂੰ ਕਦੇ ਕਦੇ ਲੱਗਦਾ ਹੁੰਦਾ ਕਿ ਸਾਡੇ ਲੀਡਰ ਜੇ ਇਕੱਲੀਆਂ ਸਾਈਕਲ ਦੀਆਂ ਘੰਟੀਆਂ ਮਾਰੀ ਜਾਂਦੇ ਆ ਦੇਸ਼ ਵਾਲੇ ਦੀਆਂ। ਹੁਣ ਤੁਸੀਂ ਦੇਖੋ, ਇਹ ਚੀਨ ਅੱਜ ਨਹੀਂ ਲੱਗਾ, ਕਈ ਮਹੀਨੇ ਹੋ ਗਏ, ਅਤੇ ਜਦੋਂ ਦਾ ਸਾਡਾ ਉਹਦੇ ਨਾਲ ਪੰਗਾ ਪਿਆ, ਸੰਧਾਲੀਆ ਸਾਹਿਬ ਤੁਸੀਂ ਇੱਕ ਗੱਲ ਦੇਖੋ ਕਿ ਅਸੀਂ ਉਹਦੇ 'ਤੇ ਯਕੀਨ ਨਹੀਂ ਕਰ ਸਕਦੇ। 1993 ਦੇ ਵਿੱਚ ਸਮਝੌਤਾ ਹੋਇਆ ਬਾਰਡਰ ਦੇ ਉੱਤੇ ਕਿ ਭਾਈ ਤੁਸੀਂ ਐਂ ਨੂੰ ਨਹੀਂ ਆਉਣਾ, ਅਸੀਂ ਆਉਣ ਨੂੰ ਨਹੀਂ ਜਾਣਾ, ਸ਼ਾਂਤੀ ਨਾਲ ਰਹੀਏ, ਉਹਨੇ ਉਲੰਘਣਾ ਕੀਤੀ। 95 'ਚ ਸਮਝੌਤਾ ਹੋਇਆ, ਉਹਨੇ ਫਿਰ ਉਲੰਘਣਾ ਕੀਤੀ। ਇੱਧਰੋਂ 2011 'ਚ ਸਮਝੌਤਾ ਹੋਇਆ, ਫਿਰ ਉਲੰਘਣਾ ਕੀਤੀ। ਫਿਰ ਸਰਹੱਦ 'ਤੇ 2013 'ਚ ਸਮਝੌਤਾ ਹੋਇਆ, ਉਹਨੇ ਫਿਰ ਉਲੰਘਣਾ ਕੀਤੀ। ਜਾਣੀ ਕਿ ਉਹਦਾ ਕੰਮ ਕੀ ਆ ਕਿ ਉਹਨੇ ਆਪਣਾ ਕੰਮ ਕਰਕੇ 5-7 ਫੁੱਟ ਗਾਂਹ ਨੂੰ ਆ ਜਾਣਾ, ਸਮਝੌਤਾ ਕਰ ਲੈਣਾ, 5 ਕੁ ਮਹੀਨੇ ਚੁੱਪ ਰਹਿਣਾ, 5-7 ਫੁੱਟ ਫੇਰ ਗਾਂਹ ਨੂੰ ਆ ਜਾਣਾ। ਉਹਦਾ ਕੰਮ ਹੀ ਇਦਾਂ ਦਾ। ਅਤੇ ਸਾਡੇ ਲੀਡਰ ਕੀ ਕਰਦੇ ਆ? ਸਾਡੇ ਲੀਡਰ ਨਾ ਤਕਨੀਕ 'ਚ ਬਰਾਬਰ ਹੋਣ ਦੀ ਸੋਚਦੇ ਆ, ਨਾ ਲੋਕਾਂ ਨੂੰ ਸਿਹਤਮੰਦ ਕਰਨ ਦੀ ਸੋਚਦੇ ਆ। ਸਾਡੇ ਲੀਡਰਾਂ ਦੀ ਸੋਚ ਇਹ ਆ, ਮਹਾਰਾਸ਼ਟਰ ਵਾਲੀ ਸਰਕਾਰ ਸਿੱਟਣੀ ਆ, ਕਿੱਦਾਂ ਸਿੱਟੀਏ? ਅਜੀਤ ਪਵਾਰ ਲੈ ਆਓ, ਰਾਜਸਥਾਨ ਦੇ ਵਿੱਚ ਉਹ ਸਿੱਟਣੀ ਆ, ਕੀ ਕਰੀਏ? ਸਚਿਨ ਪਾਇਲਟ ਨੂੰ ਟੈਲੀਫੋਨ ਕਰੋ। ਮਹਾਰਾਸ਼ਟਰ ਦੇ ਵਿੱਚ ਕਮਲਨਾਥ ਕਿੱਦਾਂ ਸਰਕਾਰ ਚਲਾਈ ਜਾਂਦਾ, ਸ਼ਿਵਰਾਜ ਸਿੰਘ ਚੌਹਾਨ ਨੂੰ ਬਣਾਉਣਾ, ਕੀ ਕਰੀਏ? ਉਹ ਹੈਗਾ ਆਪਣਾ ਮੁੰਡਾ ਜੋਤਿਰਾਦਿੱਤਿਆ ਸਿੰਧੀਆ, ਚੱਲਦੀ ਆ ਗੱਲ ਉਹਦੇ ਨਾਲ। ਜਾਣੀ ਕਿ ਅਸੀਂ ਬਾਹਰਲੇ ਪਾਸੇ ਬੱਦਲ ਆਇਆ ਪਿਆ, ਪਾਥੀਆਂ ਬਾਹਰ ਪਈਆਂ, ਤੂੜੀ ਬਾਹਰ ਪਈ ਹੈ, ਅਸੀਂ ਉਹ ਨਹੀਂ ਚੱਕਦੇ, ਅਸੀਂ ਘਰੇ ਨਿਆਣੇ ਕੁੱਟੀ ਜਾਂਦੇ ਆ ਕਿ ਤੂੰ ਚੁੱਲ੍ਹੇ ਦੇ ਉੱਤੇ ਲੋਹਾਂਡਾ ਕਿਉਂ ਨਹੀਂ ਦਿੱਤਾ। ਸੋ ਇਹ ਗੱਲ ਬਿਲਕੁਲ ਠੀਕ ਹੈ ਬਾਟ ਸਾਹਿਬ। ਚਲੋ ਆਪਾਂ ਤਾਂ ਇੱਥੇ ਬਹਿ ਕੇ ਵਿਚਾਰ ਹੀ ਕਰ ਸਕਦੇ ਹਾਂ, ਕਿਉਂਕਿ ਨਾ ਤਾਂ ਆਪਣੇ ਕੋਲੇ ਹਰੇ ਰੰਗ ਦਾ ਪੈਨ ਆ ਵੀ ਆਪਾਂ ਕੋਈ ਦਸਤਖਤ ਮਾਰ ਸਕੀਏ, ਕੋਈ ਘੁੱਗੀ ਮਾਰ ਸਕੀਏ ਵੀ ਆਹ ਇੱਦਾਂ ਨਹੀਂ ਇੱਦਾਂ ਹੋਊਗਾ ਕੰਮ। ਆਪਾਂ ਤਾਂ ਸਿਰਫ ਇੱਥੇ ਬੈਠ ਕੇ ਬੇਨਤੀ ਕਰ ਸਕਦੇ ਹਾਂ ਵੀ ਇਹਨਾਂ ਗੱਲਾਂ ਵੱਲ ਵੀ ਆਪਾਂ ਧਿਆਨ ਦਈਏ ਵੀ ਇਹ ਜਿਹੜਾ ਰਾਜ ਹੈ ਠੀਕ ਹੈ, ਕਿਉਂਕਿ ਜਿਨ੍ਹਾਂ ਨੇ ਰਾਜ ਕਰਨਾ ਉਹ ਰਾਜੇ ਮਾਡਰਨ ਬਣ ਚੁੱਕੇ ਨੇ ਅਤੇ ਰਾਜਿਆਂ ਦੇ ਘਰ ਹੀ ਗਾਂ ਰਾਜੇ ਪੈਦਾ ਹੋਣੇ ਆ। ਇਹ ਤਾਂ ਹੁਣ ਭੁੱਲ ਜਾਈਏ ਕਿ ਵੀ ਆਮ ਲੋਕਾਂ ਜੋ ਕਿਸੇ ਨੇ ਲੀਡਰ ਬਣਨਾ ਜਾਂ ਉਹਨਾਂ ਦੇ ਨਿਆਣਿਆਂ ਨੇ ਤਰੱਕੀ ਕਰਨੀ ਹੈ, ਉਹ ਤਾਂ ਉੱਦਾਂ ਹੀ ਚੱਲਣਾ। ਪਰ ਮੈਂ ਸਿਰਫ ਇੰਨੀ ਬੇਨਤੀ ਕਰਦਾ ਵੀ ਠੀਕ ਹੈ, ਜੇ ਮੁਲਕ ਦੇ ਵਿੱਚ ਭੇਡਾਂ ਬਣਾ ਲਈਆਂ ਨੇ ਆਪਾਂ, ਜਿਹਨਾਂ ਨੂੰ ਹਰ 2-3 ਸਾਲੀ ਆਪਾਂ ਮੁੰਨ ਲੈਂਦੇ ਹਾਂ, ਕਦੀ ਵਿਧਾਨ ਸਭਾ ਚੋਣਾਂ ਦੇ ਨਾਂ 'ਤੇ, ਕਦੀ ਲੋਕ ਸਭਾ ਚੋਣਾਂ ਦੇ ਨਾਂ 'ਤੇ, ਪਰ ਭੇਡਾਂ ਬਚੀਆਂ ਰਹਿਣ, ਭੇਡਾਂ ਨੂੰ ਕੋਈ ਬਾਹਰੀ ਸ਼ੇਰ ਨਾ ਪੈ ਜਾਵੇ, ਉਹਦੀ ਮੇਰੇ ਖਿਆਲ ਨਾਲ ਸੁਰੱਖਿਆ ਦਾ ਮਸਲਾ ਹੱਲ ਕਰ ਲੈਣਾ ਚਾਹੀਦਾ, ਤਾਂ ਜਿਹੜੀ ਭੇਡ ਹੈ ਉਹਨੂੰ ਘੱਟੋ ਘੱਟ ਇਹ ਤਾਂ ਸੁਰੱਖਿਅਤ ਲੱਗੇ ਨਾ ਵੀ ਭਾਵੇਂ ਮੈਂ ਕਿੱਕਰ ਥੱਲੇ ਬਹਿ ਕੇ ਛਾਵੇਂ ਬਹਿ ਜਾ, ਅਤੇ ਜਾਂ ਜੇ ਮੈਨੂੰ ਮਤਲਬ ਚਰਨ ਨੂੰ ਦਿਲ ਕਰੇ ਅਤੇ ਮੈਂ ਜਿੱਧਰ ਨੂੰ ਮਰਜ਼ੀ ਨਿਕਲ ਜਾਵਾਂ, ਮੈਨੂੰ ਕੋਈ ਡਰ ਨਾ ਹੋਵੇ। ਚਲ ਭੇਡ ਨੂੰ ਫੀਲਿੰਗ ਤਾਂ ਆਵੇ ਨਾ। ਉਹ ਮਹਾਰਾਜ ਜੁੱਤੀ ਪਾਓ ਝਾੜ ਕੇ ਤੇ ਘਰ ਨੂੰ ਜਾਓ, ਆ ਏਡੀਆਂ ਸਿਆਣੀਆਂ ਗੱਲਾਂ ਦੀ ਸਾਨੂੰ ਕੋਈ ਲੋੜ ਨਹੀਂ, ਸਾਡੇ ਕੋਲ ਟਾਈਮ ਆ। ਹੁਣ ਬਿਹਾਰ ਦੀ ਇਲੈਕਸ਼ਨ ਆ ਗਈ ਆ, ਬਿਹਾਰ ਦੀ ਲੰਘਣੀ ਆ, ਮੁੜ ਕੇ ਬੰਗਾਲ ਵਾਲੇ ਮੂਹਰੇ ਖੜੇ ਆ, ਉਹਦੇ ਤੋਂ ਬਾਅਦ ਯੂਪੀ ਤੇ ਪੰਜਾਬ ਆਇਆ ਖੜਾ, ਜੰਮੂ ਕਸ਼ਮੀਰ ਦੇ ਵਿੱਚ ਕੋਈ ਪਤਾ ਨਹੀਂ ਸਥਾਨਕ ਵੋਟਾਂ ਅਸੀਂ ਕਦੋਂ ਪਵਾ ਲੈਣੀਆਂ, ਇੱਥੇ ਤਾਂ ਕੋਈ ਪਤਾ ਥੋੜ੍ਹੀ ਹੈ। ਮੱਧਕਾਲੀ ਚੋਣਾਂ ਅਸੀਂ ਮਹਾਰਾਸ਼ਟਰ 'ਚ ਕਰਾਉਣ ਨੂੰ ਫਿਰਦੇ ਹਾਂ, ਤੁਸੀਂ ਕਮਾਲ ਦੀਆਂ ਗੱਲਾਂ ਕਰਦੇ ਆ। ਆ ਮੱਧ ਪ੍ਰਦੇਸ਼ ਦੇ ਵਿੱਚ 27 ਵਿਧਾਨ ਸਭਾ ਸੀਟਾਂ ਦੇ ਉੱਤੇ ਜ਼ਿਮਨੀ ਚੋਣ ਹੈ, ਤੁਹਾਨੂੰ ਪਤਾ ਬੰਦੇ ਦੂਜੀ ਪਾਰਟੀ 'ਚੋਂ ਪੱਟ ਕੇ ਇੱਧਰ ਲਿਆਂਦੇ, ਅਸਤੀਫੇ ਦੇਣੇ ਪਏ। ਜਿੱਤਣੀਆਂ ਕਿ ਨਹੀਂ ਜਿੱਤਣੀਆਂ? ਆ ਤੁਸੀਂ ਆਪਦੇ ਹਿਸਾਬ ਦਾ ਆਪਣੇ ਕੋਲ ਰੱਖੋ, ਸਾਨੂੰ ਮਾਸਕਾਂ ਦਾ ਠੇਕਾ ਦੇਣ ਦਿਓ ਕਿ ਭਾਈ ਉੱਤੇ ਫੋਟੋ ਕਿਹਦੀ ਲਾਉਣੀ ਆ। ਲਓ ਮਾਫੀ ਮਹਾਰਾਜ, ਮੈਂ ਐਵੇਂ ਜਾਣ ਬੁੱਝ ਕੇ ਇਹੋ ਜਿਹੀਆਂ ਗੱਲਾਂ ਕਰਦਾ। ਇਹ ਗੱਲ ਮੈਂ ਜਦੋਂ ਤੁਸੀਂ ਇੱਦਾਂ ਜੇ ਮੈਨੂੰ ਹਲੋਰਿਆ ਨਾ, ਥੋੜ੍ਹਾ ਜਿਹਾ ਹਲੂਣਾ ਜਿਹਾ ਦਿੱਤਾ, ਮੈਨੂੰ ਫਿਰ ਸਮਝ ਆਇਆ ਵੀ ਨਹੀਂ, ਭੇਡ ਨੂੰ ਭੇਡ ਦੇ ਹਿਸਾਬ ਨਾਲ ਗੱਲ ਕਰਨੀ ਚਾਹੀਦੀ, ਉਹਨੂੰ ਹੋਰ ਗੱਲ ਨਹੀਂ ਕਰਨੀ ਚਾਹੀਦੀ। ਅੱਛਾ, ਇੱਕ ਵਾਰ ਸਾਹਿਬ ਹੋਰ ਸੀ ਯਾਰ ਗੱਲ, ਉਹ ਜਿਹੜੀ ਸੁਪਰੀਮ ਕੋਰਟ ਨੇ ਦਬਕਾ ਜਿਹਾ ਮਾਰ ਕੇ ਪੁੱਛਿਆ ਹੁਣ ਵੀ
ਇੱਕ ਵਾਰ ਲੀਡਰ ਸਾਹਿਬ ਦੇ ਉੱਪਰ ਕੇਸ ਹੋ ਜਾਂਦਾ ਹੈ, ਫਿਰ ਉਹ ਕੇਸ ਅਦਾਲਤ 'ਚ ਚਲੇ ਜਾਂਦਾ ਹੈ, ਫਿਰ ਅਦਾਲਤ ਦੇ ਵਿੱਚ ਤਰੀਕ ਤੇ ਤਰੀਕ ਪੈਂਦੀ ਰਹਿੰਦੀ ਹੈ, ਤੇ ਤਰੀਕਾਂ ਤੋਂ ਬਾਅਦ ਕੈਲੰਡਰ ਬਦਲਦੇ ਰਹਿੰਦੇ ਆ। ਉਹਨਾਂ ਤਰੀਕਾਂ ਦਾ ਕਦੀ ਕੋਈ ਹੱਲ ਨਹੀਂ ਨਿਕਲਦਾ। ਨੇਤਾ ਜੀ ਉਦੋਂ ਅਜੇ ਚੜ੍ਹਦੀ ਜਵਾਨੀ ਹੁੰਦੇ ਆ, ਫਿਰ ਹੌਲੀ ਹੌਲੀ ਅੱਧ ਖੜ ਹੁੰਦੇ ਆ, ਫਿਰ ਬਜ਼ੁਰਗ ਹੁੰਦੇ ਹਨ, ਕਈ ਤਾਂ ਗੁਜ਼ਰ ਵੀ ਜਾਂਦੇ ਆ ਜਾਂ ਰਿਟਾਇਰ ਵੀ ਹੋ ਜਾਂਦੇ ਆ, ਪਰ ਕੇਸ ਕਿਸੇ ਪਾਸੇ ਨਹੀਂ ਲੱਗਦਾ। ਉਹ ਜਿਹੜੇ ਲੀਡਰਾਂ ਦੇ ਉੱਪਰ ਕੇਸਾਂ ਦੇ ਉੱਪਰ ਲਿਆਣ ਕੇ ਸ਼ਿਕੰਜਾ ਕੱਸਿਆ, ਮੈਂ ਚਾਹੁੰਦਾ ਆਪਾਂ ਉਹਦੀ ਗੱਲ ਵੀ ਕਰ ਲਈਏ, ਕਿਉਂਕਿ ਪੰਜਾਬ ਦਾ ਤਾਂ ਨਾਂ ਹੀ ਬੜਾ ਪੁਰਾਣਾ ਵੱਜਦਾ, ਕਹਿੰਦੇ 36 ਸਾਲਾਂ ਤੱਕ ਦੇ ਕੇਸ ਅਜੇ ਤੱਕ ਲੰਮਕੇ। ਛੋਟਾ ਮਸਲਾ ਸੀ, ਵੱਡਾ ਬਣਾ ਕੇ ਪੇਸ਼ ਕੀਤਾ, ਦੇਸ਼ ਨੂੰ ਨਿੱਕੀ ਗੱਲ ਹੈ। ਬਦਨਾਮ ਕਰ ਮੈਂ ਦਿਆ। ਮਾਫੀ ਫਿਰ ਨਾਲ ਹੀ ਮੰਗ ਲਿਆ, ਦੇਖੋ ਹੱਥ ਮੈਂ ਜੋੜ ਕੇ ਰੱਖੇ। ਨਹੀਂ ਤੁਸੀਂ ਇਹਨਾਂ ਨੂੰ ਖੋਲਣਾ ਹੀ ਨਹੀਂ, ਤੁਹਾਡਾ ਕੰਮ ਹੱਥ ਜੋੜ ਕੇ ਰੱਖਣੇ ਆ, ਚਾਹੇ ਸਤਿਕਾਰ 'ਚ ਜੋੜ ਲਓ, ਚਾਹੇ ਮਾਫੀ ਨੂੰ ਜੋੜ ਲਓ, ਹੱਥ ਜੁੜੇ ਚਾਹੀਦੇ ਆ ਤੁਹਾਡੇ। ਹੱਥ ਖੁੱਲੇ ਨਹੀਂ ਤਾਂ ਤੁਸੀਂ ਸਾਡੇ ਦੁਸ਼ਮਣ। ਇਹਦਾ ਮਤਲਬ ਹੈ ਤੁਸੀਂ ਆਜ਼ਾਦੀ ਭਾਲਦੇ ਹੋ, ਵਿਚਾਰਧਾਰਕ। ਹੁਣ ਸੁਣੋ ਜੀ, ਛੋਟਾ ਮਸਲਾ ਸੀ, ਕਿੰਨੇ ਕੁ ਕੇਸ ਨੇ ਕਿਤੇ। ਸਿਰਫ ਭਾਰਤ ਦੇ ਲੀਡਰਾਂ ਦੇ ਖਿਲਾਫ 7000 ਕੇਸ ਮਸੀਆਂ ਜਿਹੜਾ ਅਦਾਲਤਾਂ 'ਚ ਪੈਂਡਿੰਗ ਆ। 7000 ਕਿੰਨਾ ਕੁ ਹੁੰਦਾ ਕਿਤੇ ਕੇਸ? ਮਾਮੂਲੀ। ਹੋਰ ਦੇਖੋ ਕਿੰਨੇ ਕੁ ਕੇਸ ਨੇ ਕਿਤੇ। 4400 ਕੇਸ ਮਸਾਂ ਆ ਜਿਹੜਾ ਭਾਰਤ ਦੇ ਸੰਸਦ ਮੈਂਬਰਾਂ ਦੇ ਖਿਲਾਫ ਆ। 2500 ਕੇਸ ਭਾਰਤ ਦੇ ਵਿਧਾਇਕਾਂ ਦੇ ਖਿਲਾਫ ਆ। ਕਿੰਨੀ ਕਿਤੇ ਗੱਲ ਹੁੰਦੀ ਜੇ 7000 ਬੰਦਾ ਦਾਗੀ ਹੋ ਵੀ ਗਿਆ, ਸ਼ੱਕੀ ਹੋ ਵੀ ਗਿਆ, ਅਦਾਲਤਾਂ 'ਚ ਚੱਕਰਾਂ 'ਚ ਪੈ ਵੀ ਗਿਆ, ਤਾਂ ਕੀ ਹੋਇਆ? ਉਹਨਾਂ ਨੇ ਕੰਮ ਕੀ ਹੁੰਦਾ? ਸਾਨੂੰ ਕੀ ਫਰਕ ਪੈ ਜੂ? ਸੰਸਦ ਮੈਂਬਰਾਂ ਨੇ ਵੱਧ ਤੋਂ ਵੱਧ ਦੇਸ਼ ਦੀ ਨੀਤੀ ਬਣਾਉਣੀ ਹੈ, MLAs ਨੇ ਵੱਧ ਤੋਂ ਵੱਧ ਸੂਬੇ ਦੀ ਪਾਲਿਸੀ ਬਣਾਉਣੀ ਹੈ, ਸਾਨੂੰ ਕੀ ਫਰਕ ਪੈਂਦਾ? ਦੇਖੋ ਉਹ ਮੰਨ ਲਓ ਭ੍ਰਿਸ਼ਟ ਆ ਗਏ, ਉਹ ਮੰਨ ਲਓ ਕਿਸੇ ਤਰ੍ਹਾਂ ਦੇ ਦੋਸ਼ੀ ਆ ਗਏ, ਬੜੀ ਹੱਦ ਉਹਨਾਂ ਦਾ ਕੰਮ ਕੀ ਹੈ? ਜਾਣੀ ਅਸੀਂ ਇਸ ਮਸਲੇ ਨੂੰ ਗੰਭੀਰ ਬਣਾ ਲਿਆ। ਵੱਧ ਤੋਂ ਵੱਧ ਉਹਨਾਂ ਨੇ ਇਹ ਦੇਖਣਾ ਕਿ ਸੂਬੇ 'ਚ ਨੌਕਰੀਆਂ ਕਿੰਨੀਆਂ ਦੇਣੀਆਂ, ਵੱਧ ਤੋਂ ਵੱਧ ਇਹਨਾਂ ਨੇ ਇਹੀ ਪਾਲਿਸੀ ਬਣਾਉਣੀ ਹੈ ਕਿ ਸੂਬੇ ਦੇ ਵਿੱਚ ਇਨਵੈਸਟਮੈਂਟ ਕਿੱਦਾਂ ਲਿਆਉਣੀ ਹੈ, ਬੜੀ ਹੱਦ ਇਹੀ ਤੈਅ ਕਰਨਾ ਕਿ ਸੂਬੇ ਦੀ ਖੇਤੀਬਾੜੀ ਕਿੱਦਾਂ ਚਲਾਉਣੀ ਹੈ, ਮੰਡੀਆਂ ਦੇ ਵਿੱਚੋਂ ਖਰੀਦ ਹੋਵੇ ਕਿ। ਵੱਡਾ ਕੰਮ ਤਾਂ ਉਹਨਾਂ ਦੇ ਕੋਲੇ ਹੈ ਹੀ ਨਹੀਂ ਜਿਹੜਾ ਲੋਕਾਂ ਦੇ ਉੱਤੇ ਪ੍ਰਭਾਵ ਪੈਣਾ। ਹੁਣ ਗੱਲ ਕਿੱਥੋਂ ਸ਼ੁਰੂ ਹੋਈ? ਇੱਕ ਸੰਧਾਲੀਆ ਸਾਹਿਬ ਪਟੀਸ਼ਨ ਗਈ, ਉਹਦੇ ਵਿੱਚ ਇਹ ਗਿਆ ਕਿ ਸਾਫ਼ ਸੁਥਰੇ ਨੇਤਾ ਚਾਹੀਦੇ ਆ ਜਿਹੜੇ ਵਿਧਾਨ ਸਭਾ ਤੇ ਲੋਕ ਸਭਾ ਰਾਜ ਸਭਾ 'ਚ ਜਾਣ। ਜੇ ਕਿਸੇ ਦੇ ਉੱਤੇ ਕੇਸ ਕੂਸ ਕੋਈ ਚੱਲਦਾ, ਉੱਤੇ ਸਾਰੀ ਉਮਰ ਦੀ ਪਾਬੰਦੀ ਲਾ ਦਿਓ, ਖਾਸ ਤੌਰ ਤੇ ਜਦੋਂ ਤੱਕ ਕੇਸ ਚੱਲਦਾ ਉਹ ਵਿਧਾਨ ਸਭਾ, ਲੋਕ ਸਭਾ, ਰਾਜ ਸਭਾ 'ਚ ਬੜੇ ਨਾ, ਬੈਨ ਹੋਵੇ, ਕਿਉਂਕਿ ਬੰਦਾ ਸ਼ੱਕੀ ਹੈ। ਹੁਣ ਉੱਥੋਂ ਸੁਪਰੀਮ ਕੋਰਟ ਨੇ ਸਾਰੀਆਂ ਹਾਈ ਕੋਰਟਾਂ ਨੂੰ ਕਿਹਾ ਕਿ ਤੁਸੀਂ ਪਹਿਲਾਂ ਤਾਂ ਸੁਝਾਅ ਦਿਓ ਕਹਾਣੀ ਕੀ ਹੈ, ਕਿ ਆਪਾਂ ਕੇਸ ਨਿਪਟਾਈਏ ਕਿੱਦਾਂ। ਫਿਰ ਪੁੱਛ ਲਿਆ ਕੇਂਦਰ ਸਰਕਾਰ ਨੂੰ ਕਿ ਤੁਸੀਂ ਦੱਸੋ ਕੇਸ ਕਿੰਨੇ ਕਾ। ਅਦਾਲਤ ਦੇ ਮਿੱਤਰ ਵਕੀਲ ਨੇ ਦੱਸਿਆ, ਕਹਿੰਦੇ ਜੀ 4400 ਮੈਂਬਰ ਪਾਰਲੀਮੈਂਟਾਂ ਦੇ ਖਿਲਾਫ ਆ, ਜਿਹੜੇ ਕੁਝ ਮੌਜੂਦਾ ਨੇ, ਕੁਝ ਸਾਬਕਾ ਨੇ, ਤੇ 2500 ਕੇਸ ਜਿਹੜੇ MLAs ਦੇ ਖਿਲਾਫ ਆ। ਫਿਰ ਉਹਨਾਂ ਨੇ ਪੁੱਛ ਲਿਆ ਕਿ ਦੱਸੋ ਪੁਰਾਣਾ ਕੇਸ ਕਿੰਨਾ, ਕਿ 2 ਮਹੀਨੇ ਪੁਰਾਣਾ ਕੇਸ ਚੱਲਦਾ ਕਿ ਸਾਲ, 1.5 ਸਾਲ ਪੁਰਾਣਾ ਚੱਲਦਾ? ਉਹ ਕਹਿੰਦੇ ਜੀ ਨਹੀਂ, ਕੋਈ 35 ਸਾਲ, ਕੋਈ 34 ਸਾਲ, ਕੋਈ 30 ਸਾਲ, ਕੋਈ 25 ਸਾਲ। ਜਾਣੀ ਹੋ ਸਕਦਾ 30-34 ਸਾਲ ਵਾਲਾ ਬੰਦਾ 6 ਵਾਰੀ MLA ਬਣ ਗਿਆ ਹੋਵੇ, 6 ਵਾਰੀ MP ਬਣ ਗਿਆ ਹੋਵੇ, ਹੋ ਸਕਦਾ ਮੁੱਖ ਮੰਤਰੀ ਬਣ ਗਿਆ ਹੋਵੇ, ਕੇਸ ਚੱਲੀ ਜਾਂਦਾ। ਤੇ ਉਹਦੇ ਵਿੱਚ ਸੁੱਖ ਨਾਲ ਮੁਬਾਰਕਾਂ, ਵਧਾਈਆਂ, ਮੂੰਹ ਮਿੱਠਾ ਕਰਾਓ। ਜਿਹੜਾ ਸਭ ਤੋਂ ਪੁਰਾਣਾ ਕੇਸ ਕਿਸੇ ਲੀਡਰ ਦੇ ਖਿਲਾਫ ਚੱਲਦਾ ਉਹ ਪੰਜਾਬ ਦਾ ਲੀਡਰ ਆ। ਉਹ ਕਈ ਵਾਰੀ ਕਈ ਕੁਛ ਚੁਣ ਹੋ ਗਿਆ, ਤੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੇ ਉੱਥੇ ਵਕੀਲ ਨੂੰ ਵੀ ਕਿਹਾ, ਫਿਰ ਪ੍ਰਤੀਨਿਧ ਨੂੰ, ਕਿਵੇਂ ਜੀ? ਉਹ ਕਹਿੰਦੇ ਜੀ ਕਸੂਰ ਤਾਂ ਫਿਰ ਸਾਡਾ ਹੀ ਹੋਇਆ। ਸੁਪਰੀਮ ਕੋਰਟ ਨੇ ਪੁੱਛਿਆ ਕਿ ਕਾਰਨ ਤਾਂ ਦੱਸੋ ਕਿ 34 ਸਾਲ ਕਾਹਤੋਂ ਲੱਗ ਗਿਆ? ਉਹ ਕਹਿੰਦੇ ਜੀ ਲੱਗ ਗਏ, ਪਤਾ ਕਰਾਂਗੇ। ਉਹ ਕਹਿੰਦੇ ਤੁਹਾਨੂੰ ਪਤਾ ਹੀ ਨਹੀਂ, ਕਸੂਰ ਕਿਹਦਾ? ਕਹਿੰਦੇ ਫਿਰ ਕਸੂਰ ਤਾਂ ਸਾਡਾ ਹੀ ਹੋਣਾ। ਦੇਖੋ ਕਮਾਲ ਦੀ ਗੱਲ ਹੈ ਕਿ ਜਿਹੜੇ ਮੁਲਕ 'ਚ MP MLA ਦੀ ਟੈਨਿਓਰ, ਉਹਦਾ ਕਾਰਜਕਾਲ 5 ਸਾਲ ਦਾ, ਤੇ ਜੇ ਉੱਤੇ ਕੋਈ ਦੋਸ਼ ਲੱਗਦਾ ਕਿ ਇਸ ਬੰਦੇ ਨੇ ਤਾਂ ਗੁਨਾਹ ਕੀਤਾ, ਉਹਦਾ ਫੈਸਲਾ ਹੁਣ ਤੇ 34 ਸਾਲ ਲੱਗਦੇ ਆ। ਤੇ ਜੇ ਇਦਾਂ ਹੀ ਰਿਹਾ ਫਿਰ ਤਾਂ ਭਲੀ ਕਰੂ ਰੱਬ, ਕਰਤਾਰ ਹੀ ਆ, ਹੋਰ ਕੀ ਹੈ। ਦੇਖੋ ਬਾਟ ਸਾਹਿਬ, ਤੁਹਾਡੀਆਂ ਨੇ ਗੱਲਾਂ ਸੁਣਦਿਆਂ ਅਚਾਨਕ ਤੋਂ ਮੇਰੇ ਅੰਦਰਲਾ ਲੀਡਰ ਜਾਗ ਪਿਆ, ਤੇ ਮੈਨੂੰ ਲੱਗਾ ਮੈਨੂੰ ਬਿਆਨ ਦੇਣਾ ਚਾਹੀਦਾ, ਕਿਉਂਕਿ ਪੱਤਰਕਾਰ ਮੇਰੇ ਸਾਹਮਣੇ ਬਹੁਤ ਕੁਝ ਬੋਲ ਰਿਹਾ ਹੈ, ਇਹ ਸਾਡੇ ਤੇ ਇਲਜ਼ਾਮ ਲਾ ਰਿਹਾ ਹੈ। ਜੇ ਮੈਂ ਕਹੂੰ ਤੇ ਬੋਲਾਂ? ਨਹੀਂ ਤੁਸੀਂ ਇਦਾਂ ਕਹਿ ਕੇ ਬੋਲਿਓ, ਮੀਡੀਆ ਆਪਣੀ ਹੱਦ 'ਚ ਰਹੇ, ਆ ਜਾਓ। ਨਹੀਂ, ਮੀਡੀਆ ਦਾ ਅਸੀਂ ਸਤਿਕਾਰ ਕਰਦੇ ਹਾਂ, ਮੀਡੀਆ ਨੇ ਇਹ ਗੱਲਾਂ ਕੀਤੀਆਂ ਨੇ, ਪਰ ਮੈਂ ਬੇਨਤੀ ਕਰਾਂ ਸਾਡੇ ਸਤਿਕਾਰਯੋਗ ਪੱਤਰਕਾਰ ਸਾਹਿਬ ਨੂੰ ਕਿ ਦੇਖੋ ਇਹ ਜਿਹੜੇ ਸਾਰੇ ਦੋਸ਼ ਨੇ, ਇਹ ਰਾਜਨੀਤਿਕ ਜੀਵਨ 'ਚ ਬੰਦਾ ਜਦੋਂ ਆਉਂਦਾ ਹੈ ਉਹਦੇ ਤੇ ਬਦੋ-ਬਦੀ ਵਿਰੋਧੀ ਪਾਰਟੀਆਂ ਲਾ ਦਿੰਦੀਆਂ ਨੇ। ਇਸ ਕਰਕੇ ਜਿੰਨੇ ਵੀ ਦੋਸ਼ ਨੇ, ਮੈਂ ਮਾਣਯੋਗ ਅਦਾਲਤ ਦੇ ਅੱਗੇ ਅਪੀਲ ਕਰਾਂਗਾ ਕਿ ਇਹਨਾਂ ਨੂੰ ਛੇਤੀ ਤੋਂ ਛੇਤੀ ਨਿਪਟਾਇਆ ਜਾਵੇ, ਕਿਉਂਕਿ ਮੇਰੇ ਵਿਰੋਧੀਆਂ ਨੇ ਮੇਰੀ ਛਵੀ ਨੂੰ ਵਿਗਾੜਨ ਦੇ ਲਈ ਇਹ ਸਾਰੇ ਦੋਸ਼ ਮਨਘੜਤ ਬਣਾਏ ਨੇ। ਮਨਘੜਤ ਜਿਹੜੇ ਇਹ ਦੋਸ਼ਾਂ ਦਾ ਕਰਕੇ ਜਿਹੜੇ ਪੈਸੇ ਲੈ ਦੇ ਕੇ ਬੰਦੇ ਮੇਰੇ ਖਿਲਾਫ ਖੜੇ ਕੀਤੇ ਨੇ। ਸੋ ਮਾਣਯੋਗ ਅਦਾਲਤ ਮੈਨੂੰ ਇਹਦੇ ਚੋਂ ਮਾਫ ਕਰੇਗੀ, ਮੈਨੂੰ ਇਹ ਪੂਰਾ ਯਕੀਨ ਹੈ। ਇਹ ਤੋਂ ਪਹਿਲਾਂ ਕਿ ਤੁਸੀਂ ਅਗਲਾ ਸਵਾਲ ਪੁੱਛੋ, ਮੈਂ ਉੱਠ ਕੇ ਭੱਜ ਜਾਣਾ ਕੁਰਸੀ ਤੋਂ। ਇਹ ਨਹੀਂ, ਇਹਦਾ ਬਿਆਨ ਦੇਖੋ, ਬਿਆਨ ਤੋਂ ਬਾਅਦ ਤੁਹਾਨੂੰ ਗੱਲ ਨਹੀਂ ਹੋਣੀ ਚਾਹੀਦੀ ਕੋਈ।
ਨਹੀਂ ਗੱਲ ਆਈ ਕੋਈ ਨਹੀਂ, ਨਾਲੇ ਗੱਲ ਆ ਵੀ ਜਾਊ ਤਾਂ ਮੈਂ ਇਕੱਲੇ ਨੇ ਥੋੜ੍ਹਾ ਗੱਲਾਂ ਕਰਨੀਆਂ, ਲੀਡਰ ਤਾਂ ਭੱਜ ਗਿਆ, ਲੀਡਰ ਤਾਂ ਚਲੇ ਗਿਆ, ਅਗਲਾ ਕਹਿੰਦਾ ਮੈਂ ਮੀਟਿੰਗ ਦੇ ਵਿੱਚ ਜਾਣਾ। ਇੱਥੇ ਤਾਂ ਵੱਡੇ ਵੱਡੇ ਧਾਰਮਿਕ ਅਦਾਰਿਆਂ ਦੇ ਪ੍ਰਧਾਨ ਭੱਜ ਜਾਂਦੇ ਆ, ਤੁਸੀਂ ਤਾਂ ਫੇਰ ਲੀਡਰ ਦਾ ਕੰਮ ਕੀ ਹੁੰਦਾ। ਚਲੋ ਦੇਖੋ ਗੱਲ ਇਹ ਹੈ, ਮੈਂ ਜਦੋਂ ਦਰਸ਼ਕਾਂ ਨੂੰ ਕਹਿਣਾ ਹੁੰਦਾ ਨਾ ਕਿ ਸੰਧਾਲੀਆ ਸਾਹਿਬ ਦੇ ਵੱਡੇ ਉੱਚੇ ਜੋੜ ਆ, ਇਹ ਬੰਦੇ ਦੀ ਬਹਿਣੀ ਉੱਠਣੀ, ਦੇਖੋ ਹਾਂ ਗੱਲਾਂ ਮੈਨੂੰ ਆਉਣੀਆਂ, ਮੈਂ ਤਾਂ ਜਦੋਂ ਗੱਲ ਕਰਨੀ ਹੈ ਹੱਥ ਹੀ ਜੋੜ ਲੈਣੀ, ਕਿਉਂਕਿ ਸਾਨੂੰ ਲੀਡਰਾਂ ਸਾਹਮਣੇ ਹੱਥ ਜੋੜਨੇ ਆਉਂਦੇ। ਤੁਹਾਨੂੰ ਪਤਾ ਕਿ ਰਾਤ ਨੂੰ ਤਿਆਰੀ ਕੀ ਹੁੰਦੀ ਹੈ, ਤੁਹਾਨੂੰ ਪਤਾ ਹੈ ਕਿ ਉਹਨਾਂ ਨੇ ਕਿਹੜੇ ਮਾਮਲੇ ਨੂੰ ਕਿੱਦਾਂ ਟੈਕਲ ਕਰਨਾ। ਅੱਜ ਤਾਂ ਖਿੱਦੋ ਚੋਂ ਲੀਰਾਂ ਹੀ ਬਾਹਰ ਆ ਗਈਆਂ ਸੰਧਾਲੀਆ ਸਾਹਿਬ। ਠੀਕ ਹੈ, ਨਹੀਂ ਮੈਂ ਦੁਬਾਰਾ ਫੇ ਹੱਥ ਜੋੜ ਲੈਣਾ ਮਹਾਰਾਜ, ਐਂ ਉਹ ਦੂਸਰੇ ਪਾਸੇ ਆਏ ਨੇ। ਅੱਛਾ ਲੀਡਰਾਂ ਦੀ ਗੱਲ ਚੱਲੀ ਆ ਬਾਟ ਸਾਹਿਬ, ਇੱਕ ਲੀਡਰਾਂ ਦਾ ਉਹ ਵੀ ਤਾਂ ਗੱਲ ਹੈਗੀ ਆ, ਇਸੇ ਮਹੀਨੇ ਆ ਮੇਰਾ ਖਿਆਲ ਆ ਅਗਲੇ ਹਫਤੇ ਤੋਂ ਸ਼ੁਰੂ ਹੋ ਗਿਆ ਜੀ ਇਜਲਾਸ ਸੰਸਦ ਦਾ, ਤੇ ਉਹਦੇ ਬਾਰੇ ਵੀ ਥੋੜ੍ਹੀ ਜਿਹੀ ਗੱਲ ਕਰ ਲਈ, ਕਿਉਂਕਿ ਇੱਕ ਪਾਸੇ ਕਿਸਾਨਾਂ ਨੇ ਕਿਹਾ ਕਿ ਭਾਈ ਸਾਹਿਬ ਸਾਡਾ ਜਿਹੜਾ ਇਹ ਸੰਘਰਸ਼ ਹੈ ਇਹਦਾ ਜਾਂ ਤਾਂ ਕੋਈ ਨਾ ਕੋਈ ਹੱਲ ਕਰ ਲਓ, ਨਹੀਂ ਤੇ ਫਿਰ ਇਹ ਨਾ ਹੋਵੇ ਵੀ ਕੱਲ੍ਹ ਨੂੰ ਅਸੀਂ ਕਹੋ ਵੀ ਸਾਨੂੰ ਦੱਸਿਆ ਨਹੀਂ। ਇਹਨੂੰ ਵੀ ਥੋੜ੍ਹਾ ਜਿਹਾ ਵਿਚਾਰ ਲਈਏ ਵੀ ਜਾਪਦਾ ਤੁਹਾਨੂੰ ਵੀ ਇਸ ਇਜਲਾਸ 'ਚ ਕੋਈ ਕਿਸਾਨਾਂ ਦੀ ਸੁਣਵਾਈ ਹੋਊਗੀ ਜਾਂ ਫਿਰ ਜਿਹੜੇ ਉਹ 2-3 ਆਰਡੀਨੈਂਸ ਨੇ ਉਹਨਾਂ ਤੇ ਠਾਹ ਮੋਹਰਾਂ ਲਾ ਕੇ ਕਾਨੂੰਨ ਬਣ ਜਾਊਗਾ ਜੀ। ਕਿਹੜੇ ਕਿਸਾਨ ਹੈਗੇ ਇੰਡੀਆ 'ਚ ਖੇਤੀ ਕਰਦੇ ਹੁੰਦੇ ਆ? ਕਿੰਨੀ ਕੁ ਜ਼ਮੀਨ ਹੁੰਦੀ ਆ, ਉਹ ਵਿਕਦੀ ਕਿੱਥੇ ਹੁੰਦੀ ਆ? ਅੱਛਾ ਮੰਡੀ 'ਚ ਲੈ ਕੇ ਜਾਂਦੇ ਆ ਜੀ। ਆ ਸਾਰੇ ਸਵਾਲ ਕਈ ਮੈਂਬਰ ਪਾਰਲੀਮੈਂਟ ਤਾਂ ਪਤਾ ਹੀ ਨਹੀਂ ਹੋਣੇ, ਕਿਉਂਕਿ ਸ਼ੂੰ ਕਰਕੇ ਉੱਪਰ ਦੀ ਲੰਘ ਜਾਂਦੇ ਆ, ਸ਼ੂੰ ਕਰਕੇ ਉੱਪਰ ਦੀ ਆ ਜਾਂਦੇ ਆ। ਬਾਕੀ ਸੰਧਾਲੀਆ ਸਾਹਿਬ ਸਵਾਲ ਤੁਹਾਡਾ ਇਹ ਬਹੁਤ ਵਾਜਬ ਹੈ। ਦੇਸ਼ ਸਾਰੇ ਦੀ ਨਜ਼ਰ ਟਿਕੀ ਹੋਆ ਕਿ 14 ਸਤੰਬਰ ਤੋਂ ਜਦੋਂ ਸੰਸਦ ਦਾ ਇਜਲਾਸ ਸ਼ੁਰੂ ਹੋਊਗਾ ਨਾ, ਤਾਂ ਜਿਹੜੇ 3 ਆਰਡੀਨੈਂਸ ਖੇਤੀਬਾੜੀ ਦੇ ਨਾਲ ਸੰਬੰਧਿਤ ਆ ਉਹਨਾਂ ਨੂੰ ਪ੍ਰਵਾਨਗੀ ਮਿਲਦੀ ਹੈ ਕਿ ਨਹੀਂ। ਪਹਿਲੀ ਗੱਲ ਹੈ ਕਿ ਜਿਹੜੀ ਧਿਰ ਕਹਿੰਦੀ ਹੈ ਕਿ ਕਿਸਾਨਾਂ ਦੇ ਹੱਕ 'ਚ ਆ, ਪ੍ਰਵਾਨਗੀ ਉਹਨਾਂ ਦਵਾ ਲੈਣੀ ਕਿਉਂਕਿ ਬਹੁਮਤ ਹੈਗਾ। ਪਰ ਹੁਣ ਸਭ ਤੋਂ ਵੱਡਾ ਸਵਾਲ, ਵੱਖ-ਵੱਖ ਪਾਰਟੀਆਂ ਦੇ ਉਹ ਮੈਂਬਰ ਪਾਰਲੀਮੈਂਟ ਜਿਨ੍ਹਾਂ ਨੇ ਐਫੀਡੈਵਿਟ 'ਚ ਲਿਖ ਕੇ ਦਿੱਤਾ ਮੈਂ ਕਿਸਾਨ ਆ, ਮੈਂ ਖੇਤੀ ਕਰਦਾ, ਮੈਨੂੰ ਇੰਨੀ ਆਮਦਨ ਆਪਣੇ ਖੇਤਾਂ ਦੇ ਵਿੱਚੋਂ ਖੇਤੀ ਕਰਕੇ ਹੁੰਦੀ ਆ, ਉਹ ਮੈਂਬਰ ਪਾਰਲੀਮੈਂਟ ਜਿਹੜੇ ਆ ਨਾ ਉਹਨਾਂ ਦੇ ਲਈ ਹੁਣ ਕਸੂਤੀ ਸਥਿਤੀ ਆ। ਕਿਉਂਕਿ ਜੇ ਤਾਂ ਆਰਡੀਨੈਂਸ ਦੇ ਹੱਕ 'ਚ ਜਾਂਦੇ ਆ, ਭਾਵੇਂ ਵਿਪ ਦੇ ਕਰਕੇ ਜਾਣ, ਭਾਵੇਂ ਕਿਸੇ ਕਾਰਨ ਕਰਕੇ ਜਾਣ, ਫਿਰ ਲੋਕਾਂ ਨੇ ਸਵਾਲ ਪੁੱਛਣੇ ਆ ਕਿ ਸਾਨੂੰ ਤਾਂ ਲੱਗਦਾ ਸੀ ਕਿ ਆਰਡੀਨੈਂਸ ਬਹੁਤੇ ਠੀਕ ਨਹੀਂ, ਤੂੰ ਭਾਈ ਹੱਕ 'ਚ ਭੁਗਤਿਆ ਆ। ਜੇ ਹੱਕ 'ਚ ਨਹੀਂ ਭੁਗਤਦੇ ਤਾਂ ਪਾਰਟੀ ਲਾਈਨ ਤੋਂ ਥਿੜਕਦੇ ਆ, ਫਿਰ ਟਿਕਟਾਂ ਜਾਂਦੀਆਂ। ਹੋਰ ਤਾਂ ਹੋਰ ਤੁਸੀਂ ਦੇਖੋ 543 ਲੋਕ ਸਭਾ ਦੇ ਮੈਂਬਰ ਆ, ਉਹਦੇ ਵਿੱਚੋਂ ਪੌਣੇ 200 ਤੋਂ ਵੀ ਵੱਧ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਕਿਸਾਨ ਨੇ, ਕਿਸਾਨੀ ਨਾਲ ਸੰਬੰਧ ਰੱਖਦੇ ਆ। ਉਹ ਬੀਜੇਪੀ ਦੀ ਕੇਂਦਰ 'ਚ ਸਰਕਾਰ ਹੈ, ਉਹ ਸਰਕਾਰ ਇਹ ਕਹਿੰਦੀ ਹੈ ਕਿ ਭਾਈ ਆਰਡੀਨੈਂਸ ਕਿਸਾਨਾਂ ਦੇ ਹੱਕ ਦੇ ਵਿੱਚ ਆ। ਜੇ ਹੱਕ 'ਚ ਆ ਤਾਂ ਹਰਿਆਣੇ ਦੇ ਵਿੱਚ ਕਿਸਾਨ ਫਿਰ ਸੜਕਾਂ ਕਾਹਤੋਂ ਜਾਮ ਕਰਦੇ ਫਿਰਦੇ ਆ? ਪੰਜਾਬ ਦੇ ਵਿੱਚ 15 ਤਰੀਕ ਨੂੰ ਅਗਲਿਆਂ ਨੇ ਚੱਕਾ ਜਾਮ ਕਾਹਤੋਂ ਰੱਖਿਆ? ਜੇਲ੍ਹਾਂ ਦੇ ਮੂਹਰੇ ਇਕੱਠੇ ਹੋ ਕੇ ਜੇਲ੍ਹ ਪਰੋ ਅੰਦੋਲਨ ਕਾਹਤੋਂ ਹੋਈ ਜਾਂਦਾ? ਹੋਰ ਦੇਖੋ, ਜੇ ਸਾਰੀਆਂ ਪਾਰਟੀਆਂ ਦੇ ਲੋਕ ਸਭਾ ਦੇ ਮੈਂਬਰ ਆਪਾਂ ਗਿਣ ਲਈਏ ਨਾ, ਜਿਹੜੇ ਲਿਖਤੀ ਕਹਿੰਦੇ ਆ, ਐਲਾਨੀਆਂ ਕਹਿੰਦੇ ਆ ਕਿ ਅਸੀਂ ਕਿਸਾਨ ਆ, ਉਹਨਾਂ ਦੀ ਗਿਣਤੀ 225 ਬਣਦੀ ਹੈ। 225 543 ਦੇ ਵਿੱਚੋਂ 225 ਬਹੁਮਤ ਤਾਂ ਨਹੀਂ, ਪਰ ਬਹੁਮਤ ਤੋਂ ਦੂਰ ਵੀ ਨਹੀਂ। ਤਾਂ ਜੇ ਕਿਤੇ ਮੈਂਬਰ ਪਾਰਲੀਮੈਂਟ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜਿਹੜੇ ਕਿਸਾਨਾਂ ਦੀਆਂ ਵੋਟਾਂ ਲੈਂਦੇ ਰਹੇ ਆ, ਜਿਹੜੇ ਕਿਸਾਨਾਂ ਦੀਆਂ ਵੱਟਾਂ ਦੀ ਤੇ ਪਾਟੀਆਂ ਬਿਆਈਆਂ ਦੀ ਗੱਲ ਕਰਦੇ ਰਹੇ ਆ, ਉਹਨਾਂ ਦੇ ਹੱਕ 'ਚ ਖੜ ਜਾਣ। ਹਿੰਮਤ ਕਿਸੇ ਦੀ ਪੈਣੀ ਨਹੀਂ ਕਿ ਆਰਡੀਨੈਂਸ ਜਿਹੜੇ ਪਾਸ ਹੋ ਜਾਣ, ਪਰ ਹਿੰਮਤ ਕਰਨੀ ਨਹੀਂ, ਕਿਉਂਕਿ ਹਿੰਮਤ ਤਾਂ ਘਰੇ ਰੱਖ ਕੇ ਆਉਂਦੇ ਆ। ਭੋਲੀਆਂ ਗੱਲਾਂ ਕਰਦੇ ਬਾਟ ਸਾਹਿਬ। ਦੇਖੋ ਮੈਂ ਚਾਹੁੰਦਾ ਨਹੀਂ ਅੱਜ ਇਹ ਗੱਲ ਬੋਲਣਾ, ਪਰ ਫਿਰ ਮੈਨੂੰ ਬੋਲਣੀ ਪਈ ਹੈ। ਦੇਖੋ ਜਿਹੜੇ ਵੀ ਤੁਸੀਂ 225 ਦੀ ਬਜਾਏ ਭਾਵੇਂ 250 ਲੀਡਰ ਕਰ ਲਓ, ਜਦੋਂ ਲੀਡਰ ਸਾਹਿਬ ਨੇ ਵੋਟਾਂ ਲੈਣੀਆਂ ਤੇ ਲੀਡਰ ਸਾਹਿਬ ਨੇ ਜਦੋਂ ਆਪਣਾ ਖਰਚਾ ਕਰਨਾ, ਪਿੰਡਾਂ ਥਾਵਾਂ ਤੇ ਗੱਡੀਆਂ, ਰੈਲੀਆਂ, ਨਾਲ ਬੰਦੇ ਪਰਿੰਦੇ, ਹੋਰ ਕਈ ਕੁਛ, ਉਹ ਜਿਹੜਾ ਖਰਚਾ ਹੋਣਾ ਹੈ, ਉਹ ਤੁਹਾਨੂੰ ਲੱਗਦਾ ਵੀ ਜਿਹੜਾ ਕੋਈ ਮਾਤੜ ਟਮਾਟਰ ਲੀਡਰ ਹੈ ਤੇ ਉਹ ਆਖੇ ਸਾਹਮਣੇ ਹੋ ਕੇ ਖੜਾ ਹੋ ਗਿਆ ਆਖੇ ਜੀ ਲੀਡਰ ਸਾਹਿਬ ਮੈਂ ਵੋਟ ਤੁਹਾਨੂੰ ਪਾ ਦੂੰਗਾ, ਜ਼ਮੀਨ ਮੇਰੇ ਕੋਲੇ 1.5 ਕਿੱਲਾ, ਮੈਂ ਵੀ ਵੋਟ ਪਾ ਦੂੰਗਾ ਜੀ, ਮੇਰੇ ਕੋਲੇ 2 ਕਿੱਲੇ ਆ ਜੀ, ਮੈਂ ਤੁਹਾਨੂੰ ਵੋਟ ਪਾ ਦੂੰਗਾ ਜੀ, ਉਹਨਾਂ ਦੀ ਲੋੜ ਹੈ? ਜਾਂ ਫਿਰ ਜਿਹੜਾ ਬੰਦਾ ਉੱਥੋਂ ਕਹਿੰਦਾ ਵੀ ਲੀਡਰ ਸਾਹਿਬ ਤੁਸੀਂ ਅੱਜ ਥੱਕੇ ਹੋਣੇ ਆ, ਰਿਜ਼ੋਰਟ ਤੇ ਆ ਜਾਓ, ਫਿਰ ਨਾਲੇ ਉੱਥੇ ਬਵਾਂਗੇ ਸ਼ਾਮ ਨੂੰ, ਨਾਲੇ ਥੋੜ੍ਹੀ ਬਹੁਤ ਤੁਹਾਡੀ ਵੋਟਾਂ ਦੇ ਲਈ, ਚੋਣਾਂ ਦੇ ਲਈ ਹੈਲਪ ਕਰ ਦਿਆਂਗੇ। ਜਦੋਂ ਲੀਡਰ ਸਾਹਿਬ ਜਾਣ, ਕੋਈ ਚੰਗਾ ਚੋਖਾ ਟੇਬਲ ਲੱਗਾ ਹੋਵੇ, ਇੱਕ ਵੱਡਾ ਸਾਰਾ ਬਰੀਫ ਕੇਸ ਵਿਖਾ ਕੇ ਤੇ ਉਹਨਾਂ ਦੀ ਗੱਡੀ 'ਚ ਰਖਾ ਦਿੱਤਾ ਜਾਵੇ, ਉਹ ਉਹਨਾਂ ਦਾ ਫਿਕਰ ਕਰਨਗੇ ਯਾਰ। ਨਹੀਂ ਗੱਲ ਤਾਂ ਤੁਹਾਡੀ ਠੀਕ ਹੈ। ਹੁਣ ਕਦੀ ਕਦੀ ਮੈਂ ਫਿਰ ਕਹਿੰਦਾ ਨਾ ਕਿ ਮੈਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਆ, ਵੱਡੀਆਂ ਨੋਟਾਂ ਵਾਲੀਆਂ, ਕਾਰਾਂ ਵਾਲੀਆਂ, ਹੋਟਲਾਂ ਵਾਲੀਆਂ ਗੱਲਾਂ ਦਾ ਤੁਹਾਨੂੰ ਪਤਾ ਹੈ, ਮੈਨੂੰ ਮੈਂ ਤਾਂ ਲੀਡਰ ਹੀ ਕਦੀ ਕਦੀ ਦੇਖਣਾ ਹੁੰਦਾ ਜਦੋਂ ਘਰੇ ਵੋਟਾਂ ਮੰਗਣਾ ਆਉਂਦੇ ਉਦੋਂ। ਹੁਣ ਅੰਦਰਲੀ ਗੱਲ ਦਾ ਤੁਹਾਨੂੰ ਪਤਾ ਹੈ ਕਿ ਅੰਦਰੋਂ ਕੰਮ ਕਿਵੇਂ ਚੱਲਦਾ। ਪਰ ਇੱਕ ਇੱਥੇ ਕੰਮ ਹੋਰ ਵੀ ਹੋਣਾ, ਜੇ ਕੋਈ ਐਮਪੀ ਬਹੁਤਾ ਹੀ ਤੱਤਾ ਹੋ ਗਿਆ ਜੀ, ਮੇਰੇ ਹਲਕੇ ਤਾਂ ਕਿਸਾਨਾਂ ਮਜ਼ਦੂਰਾਂ ਦੀਆਂ ਵੋਟਾਂ ਬਹੁਤ ਆ, ਮੈਨੂੰ ਉਹਨਾਂ ਨੇ ਜਿੱਤਣ ਨਹੀਂ ਦੇਣਾ, ਕਿਰਪਾ ਕਰਕੇ ਆਰਡੀਨੈਂਸ ਪਾਸ ਨਾ ਕਰੋ। ਪਾਰਟੀ ਦੇ ਪ੍ਰਧਾਨ ਸਾਹਿਬ ਨੇ 2 ਮਿੰਟ ਦੇਖਣਾ, ਫਿਰ ਕਹਿਣਾ ਅੱਛਾ ਆ ਲਿਸਟ ਲਿਆਓ ਵੀ ਇਹਨਾਂ ਦੇ ਸੂਬੇ ਦੀ, 1 2 3 4 5 6, ਅੱਛਾ ਇੰਨੇ ਲੋਕ ਸਭਾ ਹਲਕੇ ਆ, ਤੇਰਾ ਕਿਹੜਾ? ਉਹਨੇ ਕਹਿਣਾ ਜੀ ਮੇਰਾ ਅੱਛਾ ਪੇਂਡੂ ਵੋਟ ਹੈ,
ਚੱਲ ਕੋਈ ਗੱਲ ਨਹੀਂ, ਅਗਲੀ ਵਾਰੀ ਤੈਨੂੰ ਸ਼ਹਿਰੀ ਖੇਤਰ ਤੋਂ ਟਿਕਟ ਦੇ ਦੇਾਂਗੇ, ਘਬਰਾ ਨਾ ਤੂੰ, ਤੇਰਾ ਹਲਕਾ ਹੀ ਬਦਲ ਦੇਾਂਗੇ, ਤੂੰ ਘਬਰਾਉਣਾ ਹੀ ਨਹੀਂ, ਤੂੰ ਮੱਥੇ ਹੀ ਨਹੀਂ ਲੱਗਣਾ ਜਾ ਕੇ ਉਹਨਾਂ ਦੇ, ਤੂੰ ਘਰ ਉੱਥੇ ਲਈ ਨਾ ਲਈ, ਤੇਰਾ ਕੰਮ ਚੱਲਦਾ ਹੋ ਜੂ। ਅਗਲਾ ਦੇਖਦਾ, ਨਾਲੇ ਉਹਨੂੰ 20 ਉਦਾਹਰਨਾਂ ਦੇਣਗੇ, ਫਲਾਣੇ ਬੰਦੇ ਦੀ ਹਲਕੇ 'ਚ ਬਹੁਤੀ ਗੱਲ ਨਹੀਂ ਸੀ ਬਣੀ, ਅਸੀਂ ਟਿਕਟ ਬਦਲਤੀ, ਫਲਾਣੇ ਬੰਦੇ ਦੀ ਗੱਲ ਨਹੀਂ ਸੀ ਬਣੀ, ਤੂੰ ਲੋਕ ਸਭਾ 'ਚ ਨਹੀਂ ਜਾਏਗਾ, ਅਗਲੀ ਵਾਰੀ ਤੂੰ 5 ਸਾਲਾਂ ਦੀ ਲੋਕ ਸਭਾ, ਤੈਨੂੰ 6 ਸਾਲਾਂ ਦੀ ਰਾਜ ਸਭਾ 'ਚ ਭੇਜ ਦਿਆਂਗੇ, ਸਾਲ ਹੋਰ ਆਨੰਦ ਮਾਣੀ, ਚੱਲ ਕਰ ਨੂੰ। ਨਹੀਂ, ਇੱਕ ਇਹਦਾ ਤਰੀਕਾ ਹੋਰ ਵੀ ਹੁੰਦਾ ਬਾਠ ਸਾਹਿਬ, ਮੈਨੂੰ ਪਤਾ ਹੁਣ ਤੁਸੀਂ ਮੇਰੇ ਤੇ ਠੱਪਾ ਤੇ ਲਾ ਦਿੱਤਾ ਵੀ ਮੈਂ ਲੀਡਰ ਹੀ ਹਾਂ ਇੱਕ ਤਰ੍ਹਾਂ ਦਾ। ਇਹਦੇ 'ਚ ਇਹ ਵੀ ਗੱਲ ਹੁੰਦੀ ਹੈ ਵੀ ਜੇ ਮੰਨ ਲਓ ਪਾਰਟੀ ਵੀ ਨਾ ਸੁਣੇ, ਨਾਲ ਦੇ ਵੀ ਨਾ ਸੁਣਨ, ਕਿਸੇ ਪਾਸੇ ਗੱਲ ਨਾ ਬਣੇ ਨਾ, ਤੇ ਫਿਰ ਇੱਕ ਵੱਡਾ ਸਾਰਾ ਬਿਆਨ ਦਿੱਤਾ ਜਾਂਦਾ, ਦੇਖੋ ਜੀ ਮੈਂ ਉੱਥੇ ਜਾ ਕੇ ਕਿਸਾਨਾਂ ਦੇ ਹੱਕ 'ਚ ਆਵਾਜ਼ ਚੁੱਕੀ, ਮੈਨੂੰ ਚੁੱਕ ਕੇ ਬਾਹਰ ਮਾਰਿਆ, ਨਾ ਮੇਰੀ ਪਾਰਟੀ ਨੇ ਸੁਣੀ, ਨਾ ਮੇਰੀ ਉੱਥੇ ਕਿਸੇ ਸਰਕਾਰ ਨੇ ਸੁਣੀ, ਪਰ ਮੈਂ ਤੁਹਾਡੇ ਨਾਲ ਖੜਾ, ਆਹ ਚੱਕੋ ਅਸਤੀਫਾ, ਮੈਂ ਉੱਥੇ ਦੇ ਕੇ ਆ ਗਿਆ। ਪਤਾ ਹੀ ਹੁੰਦਾ ਵੀ ਹੁਣ ਗਾਂ ਮਹੀਨੇ ਤੇ ਥੋੜ੍ਹੇ ਜਿਹੇ ਰਹਿ ਗਏ ਆ, ਇੱਕ ਵਾਰ ਕੁਰਸੀ ਛੱਡ ਦਿਆਂਗੇ, ਫਿਰ ਇਹਨਾਂ ਹੀ ਹੰਝੂਆਂ ਦੇ ਸਿਰ ਦੇ ਉੱਪਰ ਦੁਬਾਰਾ ਉਹਨਾਂ ਨੇ ਵੋਟ ਪਾ ਦੇਣੀ ਵੀ ਗੱਲ ਤਾਂ ਠੀਕ ਹੈ ਯਾਰ, ਬੰਦੇ ਨੇ ਸਾਡੀ ਗੱਲ ਤੇ ਕੀਤੀ, ਉੱਥੇ ਆਪਾਂ ਇਹਦਾ ਮਾਣ ਰੱਖਣਾ ਭਾਈ। ਨਹੀਂ, ਆ ਤਾਂ ਇਹ ਤਾਂ ਬਹੁਤ ਕਮਾਲ ਦੀ ਚੀਜ਼ ਆ, ਜਾਣੀ ਕਿ ਪਹਿਲਾਂ ਇਹ ਵੀ ਹੋਣਾ ਕਿ ਭਾਈ ਪੈਨਸ਼ਨ ਵੀ ਲੱਗ ਜਾਣੀ ਹੈ, ਅਗਲੀ ਵਾਰ ਦੀ ਸੀਟ ਵੀ ਪੱਕੀ ਹੋ ਗਈ। ਇਹ ਵੀ ਹੁੰਦਾ ਬੰਦੇ ਨੂੰ ਕਿ ਭਾਈ ਅਗਲੇ ਪਾਸੇ ਨੂੰ ਜਾਣਾ ਔਖਾ ਹੋ ਜਾਊਗਾ, ਕਹਿਣਾ ਮੈਂ ਹੁਣ ਤੁਹਾਡੀ ਲੜਾਈ ਲੜਨੀ ਆ, ਟਿਕਟ ਐਤਕੀ ਮੁੰਡਾ ਲੜੂਗਾ, ਯਾਨੀ ਪੀੜ੍ਹੀ ਨੂੰ ਅੱਗੇ ਟਰਾਂਸਫਰ ਵੀ ਕੰਮ ਕਰ ਦੇਣਾ, ਸਾਰਾ ਕੁਛ ਹੀ। ਫਿਰ ਉਹਨਾਂ ਕਿਸਾਨਾਂ ਨੇ ਕਹਿਣਾ ਜੀ ਬੋਰੀ ਕਣਕ ਦੀ ਮੇਰੇ ਵੱਲੋਂ, ਫਲਾਨੀ ਮੇਰੇ ਵੱਲੋਂ, ਬਹੁਤ ਕੰਮ ਕਰ ਸੰਧਾਲੀਆ ਸਭ ਵੈਸੇ ਚੱਲਣਾ ਹੈ। ਪਰ ਮੈਂ ਇਹ ਗੱਲ ਬੇਨਤੀ ਦੇ ਰੂਪ ਦੇ ਵਿੱਚ ਹੀ ਆਪਾਂ ਕਰ ਲੈਣੀ ਆ ਕਿ ਭਾਈ ਕਿਸਾਨ ਖੇਤ ਮਜ਼ਦੂਰ ਪਹਿਲਾਂ ਹੀ ਬੜਾ ਔਖਾ, ਐਤਕੀ ਜਦੋਂ ਮੈਂਬਰ ਪਾਰਲੀਮੈਂਟ ਜਾਣ, ਉੱਥੇ ਭਾਵੇਂ ਕਾਰ 'ਚ ਜਾਓ ਭਾਵੇਂ ਬੱਸ 'ਚ ਜਾਓ, ਜਦੋਂ ਅੰਦਰ ਵੜੋ ਨਾ ਤਾਂ ਇੱਕ ਵਾਰੀ ਉਸ ਕਿਸਾਨ ਦਾ, ਉਸ ਖੇਤ ਮਜ਼ਦੂਰ ਦਾ ਚੇਤਾ ਜ਼ਰੂਰ ਕਰ ਲਿਓ ਜਿਹਦੇ ਸਿਰ ਦੇ ਉੱਤੇ ਸੂਰਜ ਦੀ ਟਿੱਕੀ ਹੁੰਦੀ ਹੈ, ਤਿੱਖੜ ਦੁਪਹਿਰਾ ਹੁੰਦਾ ਹੈ, ਜੂਨ ਮਹੀਨਾ ਹੁੰਦਾ ਹੈ, ਥੱਲਿਓਂ ਧਰਤੀ ਤਪੀ ਹੁੰਦੀ ਹੈ, ਪਾਣੀ ਵੀ ਤੱਤਾ ਹੁੰਦਾ ਹੈ, ਮੁੜਕੇ ਨਾਲੋਂ ਗੁੜੁੱਚ ਹੁੰਦਾ ਹੈ। ਉਹਨਾਂ ਦਾ ਕੰਮ ਕਰਨ ਜਾ ਰਹੇ ਹੋ, ਉਹਨਾਂ ਨੂੰ ਏਸੀ ਨਹੀਂ ਲੱਭਦੇ, ਉਹਨਾਂ ਨੂੰ ਠੰਡੀ ਹਵਾ ਨਹੀਂ ਲੱਭਦੀ, ਉਹਨਾਂ ਨੂੰ ਇਦਾਂ ਦੇ 5 ਸਟਾਰ ਹੋਟਲ ਨਹੀਂ ਲੱਭਦੇ। ਬਿਲਕੁਲ ਸਹੀ ਗੱਲ। ਚਲੋ ਆਪਾਂ ਤਾਂ ਆਸ ਹੀ ਕਰ ਸਕਦੇ ਹਾਂ, ਆਪਣਾ ਮਕਸਦ ਤਾਂ ਇਹੀ ਹੈ ਬਾਠ ਸਾਹਿਬ ਕਿ ਜਿੰਨੀਆਂ ਵੀ ਗੱਲਾਂ ਨੇ, ਜਿਹੜੇ ਬੰਦੇ ਭੇਡ ਬਣ ਕੇ ਮੁੰਨੇ ਜਾਂਦੇ ਨੇ, ਜਿਹਨੂੰ ਸੋ ਕਾਲਡ ਵੋਟਰ ਕਿਹਾ ਜਾਂਦਾ, ਉਹ ਵੀ ਥੋੜ੍ਹਾ ਜਿਹਾ ਸੂਝਵਾਨ ਹੋ ਜਾਵੇ ਕਿ ਹਾਂ ਮੈਂ ਆਪਣੀ ਖੱਲ ਕਿਵੇਂ ਬਚਾਉਣੀ ਆ, ਮੈਂ ਆਪਣੀ ਜੱਤ ਕਿਵੇਂ ਬਚਾਉਣੀ ਆ। ਅਤੇ ਜਿਹੜਾ ਬੰਦਾ ਉਦੋਂ ਵੋਟਾਂ ਲੈਣ ਆਉਂਦਾ ਜਾਂ ਉਹਦੇ ਨਾਲ ਜਿਹੜੇ ਮਿਰਗੇ ਹੁੰਦੇ ਨੇ, ਜਿਹੜੇ ਬਘਿਆੜ ਵਾਂਗੂ ਪੈਂਦੇ ਨੇ ਵੀ ਭੇਡ ਹੁਣ ਮੁੰਨਣੀ ਕਿੱਦਾਂ ਜਾਂ ਫਿਰ ਦਬੋਚਣੀ ਕਿੱਦਾਂ, ਉਹ ਵੀ ਥੋੜ੍ਹੀ ਜਿਹੀ ਇਨਸਾਨੀਅਤ ਵਾਲੇ ਪਾਸੇ ਰੱਖ ਲੈਣ ਕੰਮ, ਕਿ ਵੀ ਯਾਰ ਜੇ ਆਪਾਂ ਇਹ ਸਾਰਾ ਤੰਤਰ ਚੱਲਦਾ ਰੱਖਣਾ ਤੇ ਫਿਰ ਭੇਡ ਦੀ ਵੀ ਮੰਨਣੀ ਪੈਣੀ ਆ, ਭੇਡ ਨੂੰ ਜਿਹੜਾ ਕੋਈ ਘਾਹ ਫੂਸ ਵੀ ਪਾਉਣਾ ਪੈਣਾ, ਉਹਨੂੰ ਧੁੱਪੇ ਛਾਵੇਂ ਵੀ ਕਰਨਾ ਪੈਣਾ। ਇਹ ਨਾ ਹੋਵੇ ਵੀ ਆਪਾਂ ਭੇਡਾਂ ਹੀ ਮਾਰ ਬਈਏ ਤੇ ਫਿਰ ਉਹਨੂੰ ਕਿਹਦੀ ਲਾਵਾਂਗੇ। ਸੋ ਇਸੇ ਹੀ ਆਸ ਉਮੀਦ ਦੇ ਨਾਲ ਹੁਣ ਸਮਾਂ ਲਗਭਗ ਮੁੱਕ ਗਿਆ ਬਾਠ ਸਾਹਿਬ। ਤੁਸੀਂ ਵੀ ਕੋਈ ਮੇਰਾ ਖਿਆਲ ਗਾਂ ਦਾ ਪ੍ਰੋਜੈਕਟ ਹੋਣੇ ਤੁਹਾਡੇ, ਵੀਕਐਂਡ ਕੋਈ ਸੈਲੀਬ੍ਰੇਟ ਕਰੋਗੇ ਤੁਸੀਂ? ਨਹੀਂ ਮਹਾਰਾਜ, ਸੈਲੀਬ੍ਰੇਟ ਤਾਂ ਕਰਨਾ ਹੀ ਪੈਣਾ। ਸੈਲੀਬ੍ਰੇਟ ਤਾਂ ਇੰਨਾ ਕੀ ਹੁੰਦਾ ਕਿ ਭਾਈ ਅੱਜ ਰੋਟੀ ਜਿਹੜੀ ਖਾ ਕੇ ਥੋੜਾ ਬੰਦਾ ਵੱਧ ਸੌਂ ਲੈਂਦਾ, ਉੱਠ ਕੇ ਮਾੜਾ ਮੋਟਾ ਕੋਈ ਕੱਪੜ ਲੱਤੜ ਦਾ ਜੁਗਾੜ ਜਿਹਾ ਕਰ ਲੈਣਾ, ਜਾਂ ਫਿਰ ਰੋਟੀ ਪਾਣੀ ਤੋਂ ਬਾਅਦ ਬੰਦਾ ਘੜੀ ਪੜ੍ਹ ਲੈਂਦਾ। ਹੋਰ ਕੀ ਆ, ਹੁਣ ਭਰਾ ਤਾਂ ਗੁੜ ਵਾਲੀ ਚਾਹ ਪਿਲਾਉਂਦਾ ਨਹੀਂ। ਇੱਦਾਂ ਕਈ ਵਾਰੀ ਕਹਿ ਦਿੰਦੇ ਤੁਹਾਡੇ ਕੈਨੇਡਾ, ਜਿੱਦਾਂ ਮੈਂ ਕੈਨੇਡਾ ਆ ਕੇ ਬੈਗ ਕਰਾ ਲਿਆ ਹੁੰਦਾ 7 ਮਹੀਨਿਆਂ ਦੇ ਵਿੱਚ, ਇਹ ਗੱਲ ਚੰਗੀ ਨਹੀਂ ਤੁਹਾਡੇ ਲਈ। ਚਲੋ ਕੋਈ ਗੱਲ ਨਹੀਂ, ਇਹ ਜਿੱਦਾਂ ਦਾ ਲੀਡਰ ਤੁਸੀਂ ਮੈਨੂੰ ਬਣਾਤਾ ਉਦੋਂ ਦਾ ਮੈਂ ਤੁਹਾਡੇ ਨਾਲ ਕੈਨੇਡਾ ਕਰਾਤਾ। ਚਲੋ ਕੋਈ ਗੱਲ ਨਹੀਂ, ਭਾਵੇਂ ਗੱਲੀ ਬਾਤੀ ਸਹੀ, ਔਰ ਤੇ ਹੈਗਾ ਕਿ ਨਹੀਂ? ਪੂਰਾ ਚਲੋ ਬਹੁਤ ਧੰਨਵਾਦ ਫਿਰ ਬਾਠ ਸਾਹਿਬ, ਮਿਲਦੇ ਫਿਰ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਲਓ ਜੀ, ਫਿਰ ਇਸ ਦੇ ਨਾਲ ਹੀ ਆਪਾਂ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਗੱਲਾਂ ਬਾਤਾਂ ਸਾਡੀਆਂ ਸਿਹਤ ਪੱਧਰੀਆਂ ਜਿਹੀਆਂ ਆਪਾਂ ਤੁਹਾਡੇ ਨਾਲ ਮਾਰ ਛੱਡੀ ਦੀਆਂ ਨੇ, ਤੁਸੀਂ ਪਸੰਦ ਕਰਦੇ ਹੋ, ਉਹਦੇ ਲਈ ਬੜਾ ਧੰਨਵਾਦ। ਆਪਣੀ ਫੀਡਬੈਕ ਵੀ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।